ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੇ ਕੋ ਹੋਇ ਮੇਰੋ ਅਨਸਾਰੀ ਨਮੋ ਕਰਹਿ ਪਦ ਪਰ ਸਿਰ ਧਾਰੀ। ਮਮ ਸਰੂਪ ਕੋ ਜੈਸਾ ਜਾਨੈ ਤਿਸੀ ਪ੍ਰਕਾਰ ਇਸੈ ਮਨ ਮਾਨੈ। ਜੇ ਕੋ ਹੋਇ ਮੇਰੋ ਅਨਸਾਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗਰੀਬ ਨਵਾਜ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਸਤਿਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਸਤ ਸੰਗਤ ਜੀਓ। ਆਪ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਵਡਭਾਗੀ ਹੋ ਜਿਨ੍ਹਾਂ ਨੂੰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਵਿਖੇ ਹਾਜ਼ਰੀਆਂ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਨਿਤ ਦੀ ਮਰਿਆਦਾ ਅਨੁਸਾਰ ਗੁਰੂ ਸਾਹਿਬ ਜੀ ਦੇ ਸੁੰਦਰ ਦਰਬਾਰ ਦੀਵਾਨ ਸਜ ਰਹੇ ਹੈ। ਸੰਧਿਆ ਦੇ ਸਮੇਂ ਦੀ ਧੁਰਕੀ ਬਾਣੀ ਸੋਦਰ ਰਹਿਰਾਸ ਸਾਹਿਬ ਜੀ ਦੇ ਜਾਪ ਆਪ ਸੰਗਤਾਂ ਨੇ ਸਰਵਣ ਕਰਕੇ ਇਸ ਮਨੁੱਖਾ ਜਨਮ ਦੇ ਸਮੇਂ ਦਾ ਲਾਹਾ ਲਿਆ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਆਪ ਸੰਗਤਾਂ ਕਰ ਰਹੇ ਹੋ। ਗੁਰੂ ਕੀ ਧੁਰ ਕੀ ਬਾਣੀ ਤੋਂ ਉਪਰੰਤ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਪਵਿੱਤਰ ਇਤਿਹਾਸ ਆਪਾਂ ਲੜੀਵਾਰ ਰੂਪ ਵਿੱਚ ਪੜ੍ਹ ਸੁਣ ਰਹੇ ਹਾਂ। ਜਿਸ ਤਰ੍ਹਾਂ ਆਪਾਂ ਕੱਲ੍ਹ ਸਰਵਣ ਕੀਤਾ ਸੀ ਕਿ ਬਾਬਾ ਬੁੱਢਾ ਸਾਹਿਬ ਜੀ ਦੇ ਮਨ ਵਿੱਚ ਵੀ ਇਹ ਗੱਲ ਆਈ ਕਿ ਸੇਵਾ ਤੇ ਅਸੀਂ ਵੀ ਗੁਰੂ ਮਹਾਰਾਜ ਦੀ ਬਹੁਤ ਕਰਦੇ ਹਾਂ। ਸਦਾ ਇਹ ਗੁਰੂ ਜੀ ਦੀ ਆਗਿਆ ਵਿੱਚ ਰਹਿ ਕੇ ਹੁਕਮ ਮੰਨਦੇ ਆ ਰਹੇ ਹਾਂ। ਫਿਰ ਵੀ ਗੁਰੂ ਮਹਾਰਾਜ ਜੀ ਦੀ ਸ੍ਰੀ ਪਰਮ ਲਹਿਣਾ ਜੀ ਉੱਪਰ ਬਹੁਤ ਜ਼ਿਆਦਾ ਹੀ ਕਿਰਪਾ ਦੇਖੀ ਜਾਂਦੀ ਹੈ। ਅਤੇ ਇਹ ਵੀ ਸੇਵਾ ਵਿੱਚ ਅਤੇ ਸਾਡੇ ਵਿੱਚ ਵੀ ਕੋਈ ਕਮੀ ਨਹੀਂ ਹੈ। ਅੰਤਰਜਾਮੀ ਗੁਰੂ ਨਾਨਕ ਸਾਹਿਬ ਜੀ ਨੇ
ਬਾਬਾ ਬੁੱਢਾ ਸਾਹਿਬ ਜੀ ਦੀ ਜਾਣ ਕੇ ਇੱਕ ਕੌਤਕ ਰਚ ਦਿੱਤਾ। ਇੱਕ ਰਾਤ ਬਾਬਾ ਬੁੱਢਾ ਸਾਹਿਬ ਜੀ ਪਾਸ ਹੀ ਹੈ ਭਾਈ ਭਗੀਰਥ, ਭਾਈ ਸਧਾਰਨ, ਸ੍ਰੀ ਪਰਮ ਲਹਿਣਾ ਜੀ ਵੀ ਸਾਥ ਹੀ ਹਨ। ਜਦੋਂ ਅੱਧੀ ਰਾਤ ਬੀਤੀ ਹੈ, ਪ੍ਰੀਖਿਆ ਕਰਨ ਵਾਸਤੇ ਗੁਰੂ ਜੀ ਨੇ ਢੰਗ ਤਰੀਕਾ ਬਣਾ ਲਿਆ। ਕਿਹਾ ਬਾਬਾ ਬੁੱਢਾ ਸਾਹਿਬ ਜੀ, ਮਕਾਨ ਮੰਦਰ ਤੋਂ ਬਾਹਰ ਨਿਕਲ ਕੇ ਦੇਖੋ ਰਾਤ ਕਿੰਨੀ ਕੁ ਰਹਿ ਗਈ, ਕਿੰਨੀ ਬੀਤ ਗਈ ਅਤੇ ਕਿੰਨੀ ਰਹਿ ਗਈ। ਬਾਬਾ ਬੁੱਢਾ ਸਾਹਿਬ ਜੀ ਉਸੇ ਵੇਲੇ ਗਏ, ਬਾਹਰ ਦੇਖ ਕੇ ਅੰਦਾਜ਼ਾ ਲਾ ਕੇ ਕਹਿਣ ਲੱਗੇ ਮਹਾਰਾਜ ਅੱਧੀ ਰਾਤ ਬੀਤ ਗਈ, ਅੱਧੀ ਰਹਿ ਗਈ। ਗੁਰੂ ਸਾਹਿਬ ਜੀ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਇੱਕ ਵਾਰ ਧਿਆਨ ਨਾਲ ਵੇਖੋ, ਰਾਤ ਜਿਹੜੀ ਹੈ ਉਹ ਇੱਕ ਪਹਿਰ ਹੀ ਰਹਿ ਗਈ ਹੈ, ਇਸ਼ਨਾਨ ਕਰਨ ਦਾ ਸਮਾਂ ਹੋ ਗਿਆ। ਫਿਰ ਜਾ ਕੇ ਦੇਖਿਆ, ਕਹਿੰਦੇ ਨਹੀਂ ਮਹਾਰਾਜ ਪਹਿਰ ਰਾਤ ਨਹੀਂ ਰਹਿੰਦੀ, ਅੱਧੀ ਰਾਤ ਹੀ ਹਜੇ ਬੀਤੀ ਅਤੇ ਅੱਧੀ ਪਈ ਹੈ। ਗੁਰੂ ਸਾਹਿਬ ਜੀ ਕਹਿਣ ਲੱਗੇ ਬਾਬਾ ਬੁੱਢਾ ਸਾਹਿਬ ਜੀ, ਜਿਹੜੀ ਜ਼ਿਮੀਂਦਾਰਾਂ ਵਾਲੀ ਭੋਲੀ ਮੱਤ ਹੈ ਨਾ, ਇਹਨੂੰ ਥੋੜ੍ਹਾ ਪਰੇ ਕਰਕੇ ਅਤੇ ਫਿਰ ਦੇਖੋ, ਰਾਤ ਪਹਿਰ ਹੀ ਰਹਿ ਗਈ। ਬਾਬਾ ਬੁੱਢਾ ਸਾਹਿਬ ਜੀ ਨੇ ਉਸ ਵੇਲੇ ਆਕਾਸ਼ ਵੱਲ ਦੇਖ ਕੇ ਤਾਰੇ ਅਨੁਮਾਨ ਲਾਇਆ ਹੈ। ਫਿਰ ਵਾਪਸ ਆਏ। ਮਹਾਰਾਜ ਕਹਿੰਦੇ ਕਿੰਨੀ ਰਹਿ ਗਈ ਰਾਤ, ਪਹਿਰ ਹੀ ਰਹਿ ਗਈ ਹੈ ਨਾ। ਕਹਿੰਦੇ ਨਹੀਂ ਮਹਾਰਾਜ, ਜਿਵੇਂ ਮੈਂ ਕਹਿ ਰਿਹਾ ਉਹ ਅੱਧੀ ਰਾਤ ਹੀ ਬੀਤੀ ਹੈ। ਅਸੀਂ ਜ਼ਿਮੀਂਦਾਰ ਹੁੰਦੇ ਹਾਂ, ਖੇਤੀ ਕਰਦੇ ਹਾਂ, ਸਾਨੂੰ ਸਭ ਪਤਾ ਹੈ। ਅਸੀਂ ਹਲ ਵਾਹੁੰਦੇ ਰਹੇ ਹਾਂ, ਪਤਾ ਲੱਗ ਜਾਂਦਾ ਵੀ ਕਿੰਨੀ ਕੁ ਰਾਤ ਪਈ, ਕਿੰਨੀ ਰਹਿੰਦੀ ਹੈ ਅਤੇ ਕਿੰਨੀ ਕੁ ਬੀਤ ਗਈ। ਇਵੇਂ 3 ਵਾਰ ਗੁਰੂ ਕਾ ਬਚਨ ਮੋੜਿਆ। ਵਿਚਲਾ ਆਸ਼ਾ ਅਤੇ ਗੁਰੂ ਸਾਹਿਬ ਕਾ ਇਹ ਸੀ ਵੀ ਬਾਬਾ ਬੁੱਢਾ ਸਾਹਿਬ ਜੀ ਨੇ ਸੁਣ ਕੇ ਕਹਿਣਾ ਸੀ ਮਹਾਰਾਜ 7 ਬਚਨ, ਜੇ ਤੁਸੀਂ ਇੱਕ ਪਹਿਰ ਰਾਤ ਕਹਿੰਦੇ ਹੋ ਤਾਂ ਇੱਕ ਪਹਿਰ ਹੀ ਰਹਿ ਗਈ। ਪਰ ਨਹੀਂ, ਉਹ ਆਪਣਾ ਬਚਨ ਅੱਗੇ ਰੱਖਿਆ। 3 ਵਾਰ ਗੁਰੂ ਸਾਹਿਬ ਦਾ ਬਚਨ ਮੋੜਿਆ। ਸੱਚੇ ਪਾਤਸ਼ਾਹ ਜੀ ਨੇ ਫਿਰ ਭਾਈ ਭਗੀਰਥ ਜੀ ਨੂੰ ਕਿਹਾ ਹੈ। ਉਹਨਾਂ ਨੇ ਜਦੋਂ ਵੇਖਿਆ, ਉਹਨਾਂ ਵੀ ਬਾਬਾ ਬੁੱਢਾ ਸਾਹਿਬ ਜੀ ਵਾਲੀ ਗੱਲ ਹੀ ਕਹੀ ਹੈ ਵੀ ਮਹਾਰਾਜ ਅੱਧੀ ਰਾਤ ਹੀ ਰਹਿੰਦੀ। ਫਿਰ ਭਾਈ ਸਧਾਰਨ ਜੀ ਨੂੰ, ਉਹਨਾਂ ਵੀ ਇਹੀ ਗੱਲ ਕਹੀ ਹੈ। ਗੁਰੂ ਸਾਹਿਬ ਜੀ ਜਿਵੇਂ ਬਾਬਾ ਬੁੱਢਾ ਸਾਹਿਬ ਜੀ ਭਾਈ ਭਗੀਰਥ ਕਹਿੰਦੇ ਹੈ, ਉਸੇ ਤਰ੍ਹਾਂ ਹੀ ਇਹ ਅੱਧੀ ਰਾਤ ਹੀ ਰਹਿੰਦੀ। ਸ੍ਰੀ ਪਰਮ ਲਹਿਣਾ ਜੀ ਨੂੰ ਫਿਰ ਮਹਾਰਾਜ ਨੇ ਮਿਹਰ ਭਰੀ ਦ੍ਰਿਸ਼ਟੀ ਨਾਲ ਤੱਕ ਕੇ ਕਿਹਾ ਪੁਰਖਾ ਤੂੰ ਵੇਖ ਆਪ। ਵੇਖ ਕੇ ਇਹਨਾਂ ਹੀ ਉਹੀ ਕਹਿ ਦਿੱਤਾ ਤਾਰਿਆਂ ਨੂੰ, ਮਹਾਰਾਜ ਜੀ ਜਿਵੇਂ ਬਾਬਾ ਬੁੱਢਾ ਸਾਹਿਬ ਜੀ, ਭਾਈ ਭਗੀਰਥ ਜੀ, ਭਾਈ ਸਧਾਰਨ ਜੀ ਕਹਿ ਰਹੇ ਰਾਤ ਅੱਧੀ ਹੀ ਬੀਤੀ। ਗੁਰੂ ਸਾਹਿਬ ਕਹਿਣ ਲੱਗੇ ਪੁਰਖਾ ਇੱਕ ਵਾਰ ਧਿਆਨ ਨਾਲ ਵੇਖ, ਚੰਗੀ ਤਰ੍ਹਾਂ ਵੇਖ। ਜਦੋਂ ਬਾਹਰ ਜਾ ਕੇ ਵੇਖਿਆ ਹੈ ਤਾਂ ਅੱਧੀ ਰਾਤ ਹੀ ਸੀ। ਉਦੋਂ ਵਿਚਾਰ ਕੀਤੀ ਹੈ ਵੀ ਮਨਾ ਅੱਧੀ ਹੈ ਅਤੇ ਅੱਧੀ ਰਾਤ ਹੀ ਹੈ ਜਿੰਨੀ ਬਾਬਾ ਬੁੱਢਾ ਸਾਹਿਬ ਜੀ ਕਹਿ ਰਹੇ, ਪਰ ਮਹਾਰਾਜ ਕਹਿੰਦੇ ਇੱਕ ਪਹਿਰ ਰਾਤ ਰਹਿ ਗਈ ਹੈ। ਗੁਰੂ ਕੇ ਬਚਨ ਨੂੰ ਹੀ ਦਾਸ ਨਾਲ ਥੋੜ੍ਹੀ ਮੱਤ ਵਾਲਿਆਂ ਸਮਝਦੇ ਨਹੀਂ ਹੈ। ਗੁਰੂ ਦਾ ਕਹਿਣ ਦਾ ਮਕਸਦ ਕੀ ਹੈ, ਗੁਰੂ ਦਾ ਆਛਾ ਕੀ ਹੈ। ਉਸ ਵੇਲੇ ਵਿਚਾਰ ਕੇ ਵਾਪਸ ਆਏ ਹੈ। ਹੱਥ ਜੋੜ ਕੇ ਕਿਹਾ ਮਹਾਰਾਜ ਭੁੱਲ ਹੋ ਗਈ ਹੈ। ਜਿੰਨੀ ਰਾਤ ਤੁਸਾਂ ਨੇ ਬਿਤਾਤੀ ਉਨੀ ਬੀਤ ਗਈ ਹੈ ਅਤੇ ਜਿੰਨੀ ਤੁਸਾਂ ਤੁਹਾਡੇ ਹੁਕਮ ਵਿੱਚ ਉਨੀ ਰਹਿ ਗਈ ਹੈ। ਭਾਵ ਇੱਕ ਪਹਿਰ ਹੀ ਰਹਿ ਗਈ ਹੈ ਮਹਾਰਾਜ, ਜਿੰਨੀ ਤੁਸੀਂ ਕਹਿੰਦੇ। ਸਾਡੀ ਮੰਦੀ ਮੱਤ ਹੈ ਨਾ, ਸਾਨੂੰ ਪਤਾ ਨਹੀਂ ਲੱਗਦਾ, ਆਪਣੀ ਮਾਰ ਅਸੀਂ ਮਾਰ ਜਾਂਦੇ ਹਾਂ। ਹਾਂ ਇੱਕ ਪਹਿਰ ਰਾਤ ਹੀ ਰਹਿ ਗਈ। ਉਸ ਵੇਲੇ ਜਦੋਂ ਕਿਹਾ ਮਹਾਰਾਜ ਕਹਿੰਦੇ ਪੁਰਖਾ ਅਤੇ ਹੁਣ ਤੂੰ ਧਿਆਨ ਨਾਲ ਵੇਖਿਆ ਹੈ? ਕਹਿੰਦੇ ਹਾਂ ਮਹਾਰਾਜ, ਇੱਕ ਪਹਿਰ ਹੀ ਰਾਤ ਰਹਿ ਗਈ ਅਤੇ ਆਪ ਜੀ ਦੇ ਭਾਣੇ ਵਿੱਚ ਹੀ ਅੱਧੀ ਬੀਤ ਗਈ ਹੈ। ਜਿੰਨੀ ਬੀਤ ਗਈ ਹੈ ਉਹ ਬੀਤ ਗਈ ਹੈ, ਜਿੰਨੀ ਰਹਿ ਗਈ ਉਹ ਤੁਹਾਡੇ ਭਾਣੇ 'ਚ ਹੀ ਹੈ, ਕਿਉਂਕਿ ਸਾਰੇ ਸਮਿਆਂ ਦੇ ਕਰਤਾ ਤੁਸੀਂ ਹੋ। ਕਿੰਨੀ ਰਾਤ ਰੱਖਣੀ ਹੈ, ਕਿੰਨੀ ਲੰਘਾਉਣੀ ਹੈ, ਤੁਹਾਡੇ ਹੱਥ ਵਿੱਚ ਹੀ ਹੈ ਮਹਾਰਾਜ। ਭੂਤ ਭਵਿੱਖ ਵਰਤਮਾਨ ਦੇ ਕਰਤਾ ਹੀ ਤੁਸੀਂ ਆਪ ਹੋ। ਅਸੀਂ ਤਾਂ ਭੁੱਲ ਜਾਂਦੇ ਹਾਂ, ਥੋੜ੍ਹੀ ਮੱਤ ਹੈ, ਦਾਸ ਹੈ ਮਹਾਰਾਜ, ਸਮਝਦੇ ਨਹੀਂ ਹਾਂ। ਹਮ ਭੂਲੇ ਵਿਗਾੜ ਹੈ ਦਿਨ ਸੇ ਰਾਤ, ਹਮ ਅੰਧਲੇ ਗਿਆਨਹੀਨ ਅਗਿਆਨੀ। ਮਹਾਰਾਜ ਉਸ ਵੇਲੇ ਬੜੇ ਪ੍ਰਸੰਨ ਹੋਏ ਹੈ। ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਸਾਧ ਸੰਗਤ ਜੀ ਜਦੋਂ
ਜਿਹੜਾ ਹੈ ਅੰਮ੍ਰਿਤ ਵੇਲਾ ਹੋਇਆ, ਆਪ ਇਸ਼ਨਾਨ ਰਾਵੀ ਵਿੱਚ ਕੀਤਾ ਅਤੇ ਸ੍ਰੀ ਪਰਮ ਲੈਣਾ ਜੀ ਨਾਲ ਗਏ ਹੈ। ਆਪ ਵੀ ਇਹਨਾਂ ਨੇ ਵੀ ਇਸ਼ਨਾਨ ਕਰ ਲਿਆ, ਰਾਵੀ 'ਤੇ ਬਿਰਾਜਮਾਨ ਹੋ ਗਏ। ਸਤਿਗੁਰੂ ਜੀ ਨੇ ਇਹਨਾਂ ਦੀ ਹਰ ਇੱਕ ਸੇਵਾ ਵੇਖ ਕੇ ਧਰਮਸਾਲ ਵਿੱਚ ਆਣ ਬਿਰਾਜੇ। ਸਾਰੀ ਸਿੱਖ ਸੰਗਤ ਇਕੱਠੀ ਕੀਤੀ, ਸੇਵਕਾਂ ਨੂੰ ਬੁਲਾ ਕੇ ਬਾਬਾ ਬੁੱਢਾ ਸਾਹਿਬ ਜੀ ਹੋਣਾ ਨੂੰ, ਭਾਈ ਭਗੀਰਥ, ਭਾਈ ਸੁਧਾਰਨ ਹੋਣਾ ਨੂੰ ਕਹਿ ਕੇ ਸਾਰੇ ਸਿੱਖਾਂ ਨੂੰ ਕਿ ਭਾਈ ਸੰਗਤ ਬੁਲਾ ਕੇ ਲਿਆਓ। ਸੰਗਤ ਬੁਲਾਈ ਹੈ, ਦੋਨੋਂ ਸਪੁੱਤਰ ਵੀ ਆ ਗਏ ਹੈ। ਇੱਥੇ ਧਰਮਸ਼ਾਲਾ ਵਿੱਚ ਕਰਤਾਰਪੁਰ ਸਾਹਿਬ 5 ਪੈਸੇ 1 ਨਾਰੀਅਲ ਗੁਰੂ ਮਹਾਰਾਜ ਜੀ ਦੇ ਅੱਗੇ ਭੇਟਾ ਰੱਖ ਦਿੱਤਾ। ਗੁਰੂ ਅੰਗਦ ਦੇਵ ਸਾਹਿਬ ਜੀ ਦੇ ਮੱਥਾ ਟੇਕ ਕੇ 3 ਪ੍ਰਦਖਣਾ ਕੀਤੀਆਂ, ਫਿਰ ਸੀਸ ਨਵਾ ਦਿੱਤਾ ਅਤੇ ਆਪਣਾ ਜਿਹੜਾ ਹੈ ਜੋਤ ਉਹ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਵਿੱਚ ਲੀਨ ਕਰ ਦਿੱਤੀ ਹੈ। ਇਵੇਂ ਗੁਰਤਾ ਬਖਸ਼ਿਸ਼ ਕਰ ਦਿੱਤੀ। ਜੋਤ ਓਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀਐ। ਆਪਣੀ ਜੋਤ ਗੁਰੂ ਅੰਗਦ ਦੇਵ ਜੀ ਮਹਾਰਾਜ ਵਿੱਚ ਸਮਾ ਦਿੱਤੀ। ਫਿਰ ਜਦੋਂ ਆਪ ਮੱਥਾ ਟੇਕ ਦਿੱਤਾ, ਜਿਹੜੀ ਸਿੱਖ ਸੰਗਤ ਹੋਰ ਵੀ ਬੈਠੀ ਸੀ, ਸਪੁੱਤਰ ਬਿਰਾਜਮਾਨ ਬੈਠੇ ਹੋਏ ਸਨ ਧਰਮਸ਼ਾਲਾ ਵਿੱਚ, ਉਹਨਾਂ ਨੂੰ ਜਿਵੇਂ ਮਹਾਰਾਜ ਨੇ ਆਗਿਆ ਕੀਤੀ, ਉਹ ਕਥਾ ਆਪਾਂ ਵਿਸਥਾਰ ਨਾਲ ਅੱਗੇ ਅੱਜ ਆ ਰਹੀ ਹੈ, ਸਰਵਣ ਕਰੀਏ। ਪਿਛਲਾ ਪ੍ਰਸੰਗ ਆਪਾਂ ਵਿਸਥਾਰ ਨਾਲ ਜਿਹੜਾ ਸਰਵਣ ਕਰ ਹੀ ਲਿਆ ਸੀ। ਜਿਵੇਂ ਵੀ ਕਥਾ ਵਿਚਾਰ ਆਉਂਦੀ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਨਵਾਓ ਸੀਸ, ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੇ ਕੋ ਹੋਇ ਮੇਰੋ ਅਨਸਾਰੀ। ਐਵੇਂ ਗੁਰਤਾ ਦੇ ਤਖਤ 'ਤੇ ਬਿਰਾਜਮਾਨ ਕਰਕੇ ਸਤਿਗੁਰੂ ਜੀ ਨੇ ਉਹ ਕਲਾ ਵਰਤਾ ਦਿੱਤੀ ਵੀ ਉਲਟੀ ਗੰਗ ਵਹਾ ਦਿੱਤੀ। ਸਮੇਂ ਸਮੇਂ ਦੇ ਅਵਤਾਰਾਂ ਨੇ ਨਹੀਂ ਐਸਾ ਕੀਤਾ। ਮਹਾਰਾਜ ਜੀ ਨੇ ਕੌਤਕ ਕਰ ਦਿੱਤਾ ਵੀ ਸਿੱਖ ਨੂੰ ਗੁਰੂ ਕਰ ਦਿੱਤਾ ਅਤੇ ਗੁਰੂ ਸਿੱਖ ਬਣ ਗਏ। ਆਪ ਮਹਾਰਾਜ ਗੁਰੂ ਹੋ ਗਏ ਅਤੇ ਆਪ ਹੀ ਚੇਲਾ ਹੋ ਗਏ। ਅੱਜ ਇਹ ਉਲਟੀ ਗੰਗਾ ਵਹਾ ਦਿੱਤੀ ਵੀ ਪੁੱਤਰਾਂ ਨੂੰ ਛੱਡ ਕੇ ਅਤੇ ਦਾਸ ਨੂੰ ਵਡਿਆਈ ਦੇ ਦਿੱਤੀ, ਦਾਸ ਨੂੰ ਵਧਾ ਦਿੱਤਾ। ਇਵੇਂ ਸੇਵਕਾਂ ਨੂੰ ਸੇਵਕੀ ਬਖਸ਼ੀ ਹੈ, ਸੇਵਕਾਂ ਨੂੰ ਗੁਰਤਾ ਬਖਸ਼ੀ। ਇਸ ਪ੍ਰਕਾਰ ਜੋ ਤਖਤ 'ਤੇ ਬਿਠਾ ਦਿੱਤਾ ਹੈ ਅਤੇ ਗੁਰੂ ਸਾਹਿਬ ਜੀ ਨੇ ਫਿਰ ਬਚਨ ਕਿਹਾ ਸੰਗਤ ਨੂੰ। ਸਾਰੇ ਬੈਠੇ ਹੋਏ ਸਨ ਜੋ, ਭਾਈ ਸੰਗਤ ਜੀ, ਜੇ ਕੋਈ ਜਿਹੜਾ ਸਾਡੇ ਅਨੁਸਾਰੀ ਹੈਗਾ ਹੈ, ਸਾਡੀ ਆਗਿਆ ਵਿੱਚ ਹੈ ਜੋ, ਨਮੋ ਕਰ ਹੈ ਪਦ ਪਰ ਸਿਰ ਧਾਰੀ। ਉਹ ਸ੍ਰੀ ਪਰਮ ਲੈਣਾ ਜੀ, ਭਾਵ ਸਾਡੀ ਦੂਸਰੀ ਜੋ ਜੋਤ ਅੱਜ ਗੁਰੂ ਅੰਗਦ ਦੇਵ ਜੀ ਸੀ ਬਣਾ ਦਿੱਤੇ ਹੈ। ਸਾਡਾ ਜੋ ਦੂਸਰਾ ਸਰੂਪ ਹੈ, ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨਾਂ ਉੱਪਰ ਆਪਣਾ ਸੀਸ ਰੱਖ ਕੇ ਅਤੇ ਨਮਸਕਾਰ ਕਰੇ, ਮੱਥਾ ਟੇਕੇ, ਜੋ ਸਾਡੀ ਆਗਿਆ ਅਨੁਸਾਰ ਹੈ। ਮਮ ਸਰੂਪ ਕੋ ਜੈਸਾ ਜਾਣੈ। ਜਿਸ ਤਰ੍ਹਾਂ ਭਾਈ ਤੁਸੀਂ ਸਾਡੇ ਸਰੂਪ ਨੂੰ ਜਾਣਦੇ ਹੋ, ਜਿਵੇਂ ਸਾਡੇ ਸਰੂਪ ਵਿੱਚ ਸ਼ਰਧਾ ਰੱਖਦੇ ਹੋ, ਤਿਸੀ ਪ੍ਰਕਾਰ ਐਸਾ ਮਨ ਮਾਨੈ। ਉਸੇ ਤਰ੍ਹਾਂ ਹੀ ਸਾਡੇ ਸਿੱਖ, ਸਾਡੇ ਅਨਸਾਰੀ ਸ੍ਰੀ ਪਰਮ ਲੈਣਾ ਜੀ ਨੂੰ ਸਾਡਾ ਸਰੂਪ ਮੰਨਣ, ਇਹਨਾਂ ਨੂੰ ਹੁਣ ਗੁਰੂ ਮੰਨਣ। ਉਸੇ ਤਰ੍ਹਾਂ ਹੀ ਜਿਵੇਂ ਸਾਡੇ ਵਿੱਚ ਸ਼ਰਧਾ ਰੱਖਦੇ ਹੈ। ਸੁਨ ਰਜਾਏ ਸਤਿਗੁਰ ਕੀ ਤਬਹੀ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਆਗਿਆ ਸੁਣ ਕੇ ਤਦੋਂ ਹੀ ਬੁੱਢੇ ਤੇ ਆਦਿਕ ਸਿੱਖ ਸਭ ਹੀ। ਬਾਬਾ ਬੁੱਢਾ ਜੀ ਤੋਂ ਆਦਿਕ ਭਾਈ ਭਗੀਰਥ, ਭਾਈ ਸੁਧਾਰਨ ਜੀ, ਭਾਈ ਅਜਿੱਤਾ ਜੀ, ਤਖਤ ਮਲ ਚੌਧਰੀ, ਬਹੁਤ ਗੁਰੂ ਕੇ ਸਿੱਖ ਜਿਹੜੇ ਇੱਥੇ ਰਹਿੰਦੇ ਸਨ, ਜਿਨ੍ਹਾਂ ਦੇ ਪਿੱਛੇ ਨਾਮ ਵੀ ਕਈਆਂ ਦੇ ਆਏ ਹੈ। ਅਤੇ ਗੁਰੂ ਸਾਹਿਬ ਜੀ ਨੇ ਸਿੱਖਾਂ ਦੀ ਡਿਊਟੀ ਲਾ ਕੇ ਜਿੰਨੀ ਸਿੱਖ ਸੰਗਤ ਨੇੜੇ ਤੇੜੇ ਦੀ ਇੱਥੇ ਕਰਤਾਰਪੁਰ ਸਾਹਿਬ ਬੁਲਾਈ ਹੋਈ ਸੀ,
ਇਸ ਤਰ੍ਹਾਂ ਸਾਰੇ ਸਿੱਖ ਹੀ ਸਨ। ਬਾਬਾ ਬੁੱਢਾ ਸਾਹਿਬ ਜੀ ਤੋਂ ਆਦਿਕ ਸਾਰੇ ਸਿੱਖ ਹੀ। ਰੁਖ ਬਿਲੋਕ ਕਾ ਦੁਖ ਨਿਕੰਦਨਾ। ਦੁੱਖਾਂ ਦੇ ਕੱਟਣ ਵਾਲੇ ਗੁਰੂ ਸਾਹਿਬ ਜੀ ਦਾ ਐਸਾ ਰੁੱਖ ਖਿਆਲ ਆਛਾ ਦੇਖ ਕੇ ਉਠ ਤਤਕਾਲ ਕੀਨ ਸਭ ਬੰਧਨਾ। ਉੱਠ ਕਰਕੇ ਬੜੀ ਛੇਤੀ ਨਾਲ ਬਾਬਾ ਬੁੱਢਾ ਸਾਹਿਬ ਜੀ, ਭਾਈ ਭਗੀਰਥ, ਭਾਈ ਸਧਾਰਨ, ਹੋਰ ਬੇਅੰਤ ਸਿੱਖ ਸਾਰਿਆਂ ਨੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ, ਮੱਥੇ ਟੇਕੇ। ਜੁਗਲ ਆਤਮਜ ਉਠੇ ਨਾ ਕੋਈ। ਇੱਧਰ ਗੁਰੂ ਸਾਹਿਬ ਜੀ ਦੇ ਜਿਹੜੇ ਦੋਨੋਂ ਹੀ ਸਪੁੱਤਰ ਹਨ, ਬਾਬਾ ਸ਼੍ਰੀ ਚੰਦ ਤੇ ਬਾਬਾ ਲਖਮੀ ਦਾਸ ਜੀ, ਇਹਨਾਂ ਦੋਨਾਂ 'ਚੋਂ ਕੋਈ ਨਹੀਂ ਉੱਠਿਆ ਹੈ। ਬੈਠੇ ਰਹੇ ਮਾਨ ਭਰ ਸੋਈ। ਆਪਣੇ ਹਿਰਦਿਆਂ ਵਿੱਚ ਮਾਣ ਹੰਕਾਰ ਜਿਹਾ ਭਰ ਕੇ ਉੱਥੇ ਬੈਠੇ ਰਹੇ ਆਕੜ ਨਾਲ। ਸ੍ਰੀ ਗੁਰ ਤਿਨ ਕੋ ਗਿਰਾ ਅਲਾਈ। ਪੁੱਤਰਾਂ ਨੂੰ ਬੈਠਿਆਂ ਹੋਇਆਂ ਦੇਖ ਕੇ ਸਤਿਗੁਰੂ ਜੀ ਨੇ ਦੋਨਾਂ ਸਪੁੱਤਰਾਂ ਨਾਲ ਹੀ ਬਚਨ ਬਾਣੀ ਕਿਹਾ। ਤੁਮ ਪੀ ਉਠ ਬੰਦੋ ਸਿਰ ਨਿਆਈ। ਸਪੁੱਤਰ ਸ਼੍ਰੀ ਚੰਦ ਜੀ, ਸਪੁੱਤਰ ਲਖਮੀ ਦਾਸ ਜੀ, ਤੁਸੀਂ ਪੁੱਤਰੋ ਉੱਠੋ, ਆਪਣਾ ਜਿਹੜਾ ਸੀਸ ਹੈ ਨਾ ਉਹ ਸ੍ਰੀ ਅੰਗਦ ਦੇਵ ਮਹਾਰਾਜ ਦੇ ਚਰਨਾਂ ਵਿੱਚ ਨਿਵਾਓ, ਸਾਡੀ ਆਗਿਆ ਹੈ। ਕਹਿਤ ਪਾਏ ਇਹ ਦਾਸ ਤਿਹਾਰਾ। ਸੁਣ ਕੇ ਅੱਗੋਂ ਕਹਿਣ ਲੱਗੇ ਬਾਬਾ ਸ਼੍ਰੀ ਚੰਦ ਜੀ ਹੁਣੀ ਕਿ ਪਿਤਾ ਗੁਰੂ ਜੀ, ਇਹ ਤੇ ਤੁਹਾਡਾ ਦਾਸ ਹੈ ਪਰਮ ਲੈਣਾ ਜੀ। ਹਮ ਸੁਤ ਊਰਦ ਪਦ ਅਧਿਕਾਰਾ। ਤੇ ਅਸੀਂ ਤੁਹਾਡੇ ਪੁੱਤਰ ਆ, ਉੱਚੇ ਜਿਹੜੇ ਆ ਹੱਕਦਾਰ ਆ, ਉੱਚੇ ਪਦ ਦੇ ਹੱਕਦਾਰ ਆ, ਉੱਚਾ ਸਾਡਾ ਮਰਾਤਬਾ ਹੈ, ਅਸੀਂ ਤੁਹਾਡੇ ਪੁੱਤਰ ਹਾਂ। ਕੈਸੇ ਬਨ ਬੰਦਨਾ ਕਰਨੀ। ਫਿਰ ਪਿਤਾ ਗੁਰੂ ਜੀ, ਆ ਜਿਹੜਾ ਦਾਸ ਹੈ ਸਾਡੇ ਘਰ ਦੀ ਸੇਵਾ ਕਰਨ ਵਾਲਾ ਨੌਕਰ ਚਾਕਰ, ਉਹਨੂੰ ਕਿਸ ਤਰ੍ਹਾਂ ਜਿਹੜੀ ਹੈ ਨਮਸਕਾਰ ਕਰਨੀ ਬਣਦੀ, ਮੱਥਾ ਟੇਕਣਾ ਬਣਦਾ ਹੈ। ਹਮ ਤੇ ਕਰੀ ਨਾ ਜਾਏ ਅਕਰਨੀ। ਸਾਡੇ ਤੋਂ ਤੇ ਇਹ ਜਿਹੜੀ ਕਰਨੀ ਹੈ ਉਹ ਕੀਤੀ ਨਹੀਂ ਜਾਣੀ, ਜੋ ਕਰਨੇ ਯੋਗ ਨਹੀਂ ਹੈ, ਸਾਨੂੰ ਨਹੀਂ ਬਣਦੀ ਹੈ। ਤੁਹਾਡਾ ਇਹ ਦਾਸ, ਭਾਵ ਸਾਡਾ ਵੀ ਦਾਸ, ਸਾਡੇ ਘਰ ਚਾਕਰੀ ਕਰਦੇ ਰਹੇ ਹੈ ਤੇ ਅਸੀਂ ਇਹਨਾਂ ਨੂੰ ਮੱਥਾ ਟੇਕੀਏ, ਕਿਵੇਂ ਹੋ ਜਾਊਗਾ? ਇਹ ਜਿਹੜੀ ਨਾ ਕਰਨੇ, ਜਿਹੜੀ ਕਰਨੇ ਯੋਗ ਨਹੀਂ ਹੈ ਨਾ ਗੱਲ, ਕਰਨੀ ਯੋਗ ਨਹੀਂ ਹੈ ਕਰਨੀ, ਇਹ ਅਸੀਂ ਨਹੀਂ ਕਰਾਂਗੇ, ਦੋਨੋਂ ਭਰਾ ਹੀ। ਇਹ ਕਹਿ ਆਪਣੇ ਸਦਨ ਸਿਧਾਰੇ। ਇਹੋ ਕਹਿ ਕੇ ਸਤਿਗੁਰੂ ਜੀ ਨੂੰ ਜਵਾਬ ਦੇ ਕੇ ਤੇ ਆਪਣੇ ਮਹਿਲਾਂ ਵਿੱਚ ਚਲੇ ਗਏ। ਪਿਤ ਕਰਤਬ ਕੁਛ ਹਿਰਦੇ ਨਾ ਧਾਰੇ। ਪਿਤਾ ਗੁਰੂ ਜੀ ਦਾ ਜਿਹੜਾ ਕਰਤੱਵ ਹੈ, ਅੱਛਾ ਖਿਆਲ ਹੈ, ਉਸ ਨੂੰ ਕੁਝ ਵੀ ਹਿਰਦੇ ਵਿੱਚ ਧਾਰਿਆ ਨਹੀਂ ਹੈ ਵੀ ਗੁਰੂ ਸਾਹਿਬ ਜੀ ਕੀ ਕਹਿ ਰਹੇ ਹੈ, ਗੁਰੂ ਮਹਾਰਾਜ ਜੀ ਦਾ ਆਛਾ ਕੀ ਹੈ, ਇਹਦੇ ਵਿੱਚ ਭਲਾ ਕੀ ਹੈ। ਮਹਿਮਾ ਲਖ ਕਾ ਕਹਿਓ ਨਾ ਮਾਨਿਓ। ਆਪਣੀ ਮਹਿਮਾ ਜਾਣ ਕੇ ਵੀ ਅਸੀਂ ਗੁਰੂ ਸੁਪੁੱਤਰ ਅਸੀਂ ਭਲਾ ਕਿਉਂ ਦਾਸਾਂਗੇ ਝੁਕੀਏ, ਗੁਰੂ ਸਾਹਿਬ ਕਾ ਕਹਿਆ ਹੋਇਆ ਮੰਨਿਆ ਨਹੀਂ ਹੈ। ਤਿਹ ਸ਼ਿਨ ਸ੍ਰੀ ਗੁਰ ਕਛ ਨਾ ਬਖਾਨਿਓ। ਉਸ ਵੇਲੇ ਗੁਰੂ ਸਾਹਿਬ ਜੀ ਨੇ ਕੁਝ ਨਹੀਂ ਕਿਹਾ ਕਿ ਪੁੱਤਰੀ ਕੌਲ ਨਾ ਪਾਨਿਓ, ਕਰ ਪੀਰ ਹੋ ਕੰਨ ਮੁਰਟੀਐ, ਵੀ ਪੁੱਤਰਾਂ ਨੇ ਬਚਨ ਨਹੀਂ ਮੰਨਿਆ। ਮਹਾਰਾਜ ਜੀ ਨੇ ਆਪਣਾ ਫਿਰ ਮੋਢਾ ਹੀ ਉਹ ਮੋੜਿਆ ਹੈ, ਕੰਧਾ ਮੋੜਿਆ ਇੱਧਰੋਂ। ਬੈਠ ਕਾਹੇ ਅੰਗਦ ਸੰਗ ਬਚਨਾ। ਸਤਿਗੁਰੂ ਜੀ ਬੈਠ ਕੇ ਤੇ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਬਚਨ ਕਿਹਾ। ਪਰ ਉਪਕਾਰ ਜਿਨ ਹੈ ਮਨ ਰਚਨਾ। ਜਿਨ੍ਹਾਂ ਬਚਨਾਂ ਵਿੱਚ ਪਰ ਉਪਕਾਰ ਭਲਾ ਕਰਨ ਦੀ ਬੜੀ ਰਚਨਾ ਹੈ ਮਨ ਵਿੱਚ। ਅਬ ਤੁਮ ਜਗਤ ਉਧਾਰਨ ਕਾਰਨ। ਕਿਆ ਪੁਰਖਾ ਹੁਣ ਤੁਸੀਂ ਸੰਸਾਰ ਨੂੰ ਉਧਾਰਨ ਪਾਰ ਕਰਨ ਵਾਸਤੇ ਮੂਲ ਮੰਤਰ ਸ਼ੁਭ ਕਰਹੁ ਸੁਧਾਰਨ। ਜੋ ਮੂਲ ਮੰਤਰ ਹੈ ਸਾਡੇ ਮੁਖ ਤੋਂ ਉਚਾਰਿਆ ਹੋਇਆ, ਵਾਹਿਗੁਰੂ ਪਾਸੋਂ ਲਿਆਂਦਾ ਹੋਇਆ, ਇੱਕ ਓੰਕਾਰ ਤੋਂ ਲੈ ਕੇ ਤੇ ਜੋ ਮਹਾ ਮੰਤਰ ਹੈ, ਫਿਰ ਇਸ ਨਾਲ ਜਿਹੜਾ ਆਦਿ ਸੱਚ ਜੁਗਾ ਸੱਚ ਲਾ ਕੇ ਤੇ ਮੂਲ ਮੰਤਰ ਬਣਦਾ ਨਾਨਕ ਹੋਸੀ ਪੀ ਸੱਚ ਤੱਕ। ਜੋ ਪੁਰਖਾ ਮੂਲ ਮੰਤਰਾਂ ਨੂੰ ਚੰਗੀ ਤਰ੍ਹਾਂ ਸੁਧਾਰ ਕੇ ਬਣਾ ਸਵਾਰ ਕੇ ਲਿਖਣਾ ਕਰੋ। ਮਮ ਬਾਣੀ ਗੁਣ ਖਾਨੀ ਦੇਖਾ। ਗੁਣਾਂ ਦੀ ਖਾਣ ਜੋ ਸਾਡੀ ਗੁਰਬਾਣੀ ਹੈ,
ਉਸ ਨੂੰ ਚੰਗੀ ਤਰ੍ਹਾਂ ਦੇਖ ਕੇ ਲੀਜਾ ਬੀਨਾ ਬੀਨ ਵਿਸੇਖਾ। ਬੜਾ ਢੰਗ ਤਰੀਕੇ ਨਾਲ ਚੁਣ ਚੁਣ ਕੇ ਜਿਹੜੀ ਹੈ ਨਾ ਸਾਡੀ ਗੁਰਬਾਣੀ ਉਹ ਤੁਸੀਂ ਲਿਖ ਲਓ ਹਮਹਿ ਸੁਨਾਵਤ ਜਾਓ ਉਚਾਰਾ। ਤੇ ਸਾਨੂੰ ਉਚਾਰ ਕੇ ਪੜ ਕੇ ਸੁਣਾਉਂਦੇ ਜਾਓ। ਬੰਦ ਮਿਰ ਜਾਦ ਕਰਹੁ ਉਪਕਾਰਾ। ਐਵੇਂ ਜਿਹੜੀ ਹੈ ਆਉਣ ਵਾਲੇ ਸਮੇਂ ਦੀ ਮਰਿਆਦਾ ਬਣ ਕੇ ਤੇ ਉਪਕਾਰ ਤੁਸੀਂ ਕਰੋ ਲਿਖਣ ਦਾ। ਉਹ ਕਿਹੜੀ ਬਾਣੀ ਸੀ? ਸ੍ਰੀ ਜਪਜੀ ਸਾਹਿਬ। ਕਿ ਜਪਜੀ ਸਾਹਿਬ ਜਿਹੜੀ ਬਾਣੀ ਹੈ ਸਤਿਗੁਰੂ ਜੀ ਨੇ ਉਚਾਰੀ ਦੇ ਪਹਿਲਾਂ ਹੀ ਹੈ ਸੁਮੇਰ ਪਰਬਤ 'ਤੇ ਹੋਰ ਕਈ ਥਾਵਾਂ 'ਤੇ ਇਹ ਬਾਣੀ ਗੁਰੂ ਸਾਹਿਬ ਜੀ ਨੇ ਥਾਂ ਥਾਂ 'ਤੇ ਉਚਾਰੀ, ਪਰ ਉਹ ਕਰਮਵਾਰ ਨਹੀਂ ਸੀ। ਭਾਵ ਜਿਵੇਂ ਹੁਣ ਪੌੜੀਆਂ ਲਿਖੀਆਂ ਹੈ ਨਾ ਕਰਮਵਾਰ, ਇਵੇਂ ਨਹੀਂ ਸੀ, ਵੱਖੋ ਵੱਖਰੀਆਂ ਪੌੜੀਆਂ ਸਨ। ਅਤੇ ਮਹਾਰਾਜ ਜੀ ਨੇ ਉਸ ਬਾਣੀ ਜਪਜੀ ਸਾਹਿਬ ਦੇ ਸੰਬੰਧ ਵਿੱਚ ਕਿਹਾ ਕਿ ਪੁਰਖਾ ਪਹਿਲਾਂ ਮੂਲ ਮੰਤਰ ਲਿਖੋ ਬਣਾ ਸਵਾਰ ਕੇ, ਅਤੇ ਜਿਹੜੇ ਦੂਜੀ ਬਾਣੀ ਉਹਨੂੰ ਵੀ ਦੇਖ ਕੇ ਚੰਗੀ ਤਰ੍ਹਾਂ ਚੁਣ ਕੇ ਜਿੱਥੇ ਪੌੜੀ ਸੁਭਾਏਮਾਨ ਹੁੰਦੀ ਹੈ ਮਰਿਆਦਾ ਨਾਲ ਬੰਨ੍ਹ ਕੇ ਗੁਰਬਾਣੀ ਨੂੰ ਬੜੇ ਸੋਹਣੇ ਢੰਗ ਨਾਲ ਆਉਣ ਵਾਲੇ ਸਮੇਂ ਦੀ ਵੀ ਸਿੱਖਾਂ ਵਾਸਤੇ ਮਰਿਆਦਾ ਬੰਨ੍ਹਣ ਲਈ ਜਿਹੜਾ ਉਪਕਾਰ ਕਰਨ ਵਾਸਤੇ ਲਿਖਣਾ ਕਰੋ। ਹਮ ਤੇ ਜੋ ਜਨਮੈ ਪਛਾਤਾ। ਸਾਡੇ ਤੋਂ ਜੋ ਵੀ ਭਾਵ ਸਾਡੇ 10 ਸਰੂਪਾਂ ਤੋਂ ਬਾਅਦ ਜਿਹੜੇ ਵੀ ਸਿੱਖ ਗੁਰੂ ਕੇ ਪਿੱਛੋਂ ਪੈਦਾ ਹੋਣਗੇ ਤਿਨ ਸਭ ਕੋ ਹੋਵੇ ਗਤ ਦਾਤਾ। ਉਹਨਾਂ ਸਿੱਖਾਂ ਸਾਰਿਆਂ ਨੂੰ ਜੋ ਬਾਣੀ ਮੁਕਤੀ ਦਾਤਾ ਹੋਵੇਗੀ। ਜਿਉਂ ਜਹਾਜ਼ ਚੜ੍ਹ ਸਾਗਰ ਤਰਹਿ। ਜਿਵੇਂ ਜਹਾਜ਼ ਉੱਪਰ ਚੜ੍ਹ ਕੇ ਸਾਗਰ ਤਰ ਜਾਈਦਾ, ਸਮੁੰਦਰ ਲੰਘ ਜਾਈਦਾ ਪਾਰ, ਤਿਉਂ ਤਿਹ ਪੜ੍ਹ ਸੰਸਾਰ ਉਧਰਹਿ। ਤਿਉਂ ਇਸ ਬਾਣੀ ਨੂੰ ਪੜ੍ਹ ਕੇ ਸੰਸਾਰ ਰੂਪੀ ਸਮੁੰਦਰ ਤੋਂ ਜਿਹੜਾ ਉਹਦਾ ਉਧਾਰ ਹੋਏਗਾ। ਭਾਵ ਜਪਜੀ ਸਾਹਿਬ ਬਾਣੀ ਜਹਾਜ਼ ਦੀ ਨਿਆਈ ਹੈ। ਇਸ ਬਾਣੀ ਨੂੰ ਪੜ੍ਹ ਕੇ ਸੰਸਾਰ ਰੂਪੀ ਸਮੁੰਦਰ ਤੋਂ ਉਧਾਰ ਹੋਏਗਾ। ਸੁਣ ਸ੍ਰੀ ਅੰਗਦ ਬੰਧਨ ਠਾਨੇ। ਸੁਣ ਕਰਕੇ ਸਤਿਗੁਰੂ ਅੰਗਦ ਦੇ ਮਹਾਰਾਜ ਜੀ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਨਮਸਕਾਰ ਕੀਤੀ ਹੈ। ਬੀਨ ਨੀਕੇ ਗੁਰਬਾਣੀ। ਜਿਹੜੀ ਚੰਗੀ ਗੁਰਬਾਣੀ ਹੈ ਜਪਜੀ ਸਾਹਿਬ ਨੂੰ ਚੰਗੀ ਤਰ੍ਹਾਂ ਚੁਣ ਕੇ ਜਿੱਥੇ ਪੌੜੀ ਸੁਭਾਏਮਾਨ ਹੁੰਦੀ ਹੈ ਆਨ ਸੁਨਾਵਨ ਕੀਨ ਸੁਹਾਨੀ। ਸਾਰੀ ਬਾਣੀ ਮਹਾਰਾਜ ਨੇ ਜਿੱਥੇ ਕਿਤੇ ਸੁਭਾਏਮਾਨ ਕੀਤੀ ਸੀ ਉੱਥੋਂ ਲਿਆ ਕੇ ਬੜੀ ਸੋਹਣੇ ਢੰਗ ਨਾਲ ਸੁਣਾਉਣਾ ਕੀਤੀ ਸਤਿਗੁਰੂ ਜੀ ਨੂੰ। ਤਬ ਜਪ ਨਾਮ ਧਰਿਓ ਗੁਣ ਖਾਨੀ। ਤਦੋਂ ਹੀ ਜੋ ਗੁਣਾਂ ਦੀ ਖਾਨ ਗੁਰੂ ਨਾਨਕ ਸਾਹਿਬ ਜੀ ਉਹਨਾਂ ਨੇ ਜਪਜੀ ਸਾਹਿਬ ਬਾਣੀ ਦਾ ਨਾਮ ਜਪ ਕਰਕੇ ਰੱਖਿਆ ਹੈ। ਇਹ ਜਪਜੀ ਸਾਹਿਬ ਆਪਾਂ ਸਤਿਕਾਰ ਨਾਲ ਕਹਿ ਲੈਂਦੇ ਹਾਂ ਵੀ ਜਪ ਜੀ, ਉਂਝ ਬਾਣੀ ਦਾ ਨਾਮ ਹੈ ਜਪ। ਅਤੇ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਰਤਾਰਪੁਰ ਸਾਹਿਬ ਵਾਲੀ ਜਿਹੜੀ ਬੀੜ ਸੁਭਾਏਮਾਨ ਹੈ ਜੋ ਭਾਈ ਗੁਰਦਾਸ ਜੀ ਪਾਸੋਂ ਲਿਖਵਾਈ, ਉਹਦਾ ਤਤਕਰੇ ਵਿੱਚ ਜਪ ਨਿਸ਼ਾਨ ਲਿਖਿਆ ਹੈ। ਭਾਵ ਜਪ ਦੇ ਬਾਣੀ ਦਾ ਨਾਮ ਹੈ ਅਤੇ ਨਿਸ਼ਾਨ ਕਹੀਏ ਟੋਂਬੂ ਨੂੰ, ਜਿਹੜਾ ਪਹਿਚਾਣ ਪੱਤਰ ਹੁੰਦਾ ਹੈ। ਜਿਵੇਂ ਆ ਵੋਟਰ ਕਾਰਡ ਹੈ, ਆਧਾਰ ਕਾਰਡ ਹੈ, ਪਹਿਚਾਣ ਪੱਤਰ, ਇਵੇਂ ਜਪਜੀ ਸਾਹਿਬ ਸਿੱਖਾਂ ਦਾ ਨਿਸ਼ਾਨ ਹੈ, ਪਹਿਚਾਣ ਪੱਤਰ ਹੈ। ਜਿਹੜੇ ਜਪਜੀ ਸਾਹਿਬ ਦਾ ਪਾਠ ਕਰਦੇ ਹੈ ਮਾਨੋ ਕਿ ਉਹ ਸਿੱਖਾਂ ਕੋਲ ਇਹ ਪਹਿਚਾਣ ਪੱਤਰ ਹੈ। ਜਪਜੀ ਸਾਹਿਬ ਉਹਨਾਂ ਦਾ ਪਹਿਚਾਣ ਪੱਤਰ ਹੈ ਵੀ ਇਹ ਗੁਰੂ ਕੇ ਸਿੱਖ ਹੈ ਜਿਹੜੇ ਜਪਜੀ ਸਾਹਿਬ ਦਾ ਪਾਠ ਕਰਦੇ। ਜਿਹੜੇ ਨਹੀਂ ਪੜ੍ਹਦੇ ਉਹ ਗੱਲ ਵੱਖਰੀ ਹੈ ਵੀ ਉਹ ਆਪਣੇ ਕੋਲੋਂ ਕਹੀ ਜਾਣ, ਪਰ ਅਸਲ ਵਿੱਚ ਕੋਈ ਸਿੱਖ ਨਹੀਂ ਹੈ। ਤਰ੍ਹਾਂ ਦੇ ਗੁਰੂ ਸਾਹਿਬ ਨੇ ਰਹਿਤ ਮਰਿਆਦਾ ਵਿੱਚ ਲਿਖੇ ਹੋਏ। ਅਤੇ ਜਿਵੇਂ ਜਪਜੀ ਸਾਹਿਬ ਬਾਣੀ ਇਹ ਨਿਸ਼ਾਨ ਕੀ ਪਹਿਚਾਣ ਪੱਤਰ ਹੈ ਪਰਲੋਕ ਦਾ। ਉੱਥੇ ਸੱਚਖੰਡ ਵਿੱਚ ਵੀ ਇਹ ਵੇਖਿਆ ਜਾਂਦਾ ਇਹ ਨਿਸ਼ਾਨ, ਇਹ ਟੋਂਬੂ, ਇਹ ਪਹਿਚਾਣ ਪੱਤਰ ਵੀ ਜਪਜੀ ਸਾਹਿਬ ਪੜ੍ਹਦਾ ਰਿਹਾ ਪਹਿਲਾਂ। ਇਹ ਜੇ ਪੜ੍ਹਦਾ ਰਿਹਾ ਤਾਂ ਉਹਨੂੰ ਸੱਚਖੰਡ ਪ੍ਰਵੇਸ਼ ਕਰਨ ਦਿੰਦੇ, ਨਹੀਂ ਧੱਕੇ ਮਾਰ ਕੇ ਬਾਹਰ ਕੱਢ ਦਿੰਦੇ। ਜਿਵੇਂ ਆਧਾਰ ਕਾਰਡ ਨਾ ਹੋਵੇ ਤਾਂ ਕਈ ਕੰਮ ਨਹੀਂ ਬਣਦੇ, ਸਰਕਾਰੀ ਕੰਮ ਖਾਸ ਤੌਰ 'ਤੇ। ਇਵੇਂ ਉੱਥੇ ਵੀ ਇਹੀ ਕੁਝ ਦੇਖਿਆ ਜਾਂਦਾ। ਇਹ ਪਰਮੇਸ਼ਰ ਰੂਪੀ ਸਰਕਾਰ ਦਾ ਇਹ ਪ੍ਰਮਾਣ ਪੱਤਰ ਹੈ, ਪਹਿਚਾਣ ਪੱਤਰ ਹੈ ਜਪਜੀ ਸਾਹਿਬ।
ਤੇ ਉੱਥੇ ਉਹਨਾਂ ਨੂੰ ਹੀ ਪ੍ਰਵੇਸ਼ ਕਰਨ ਦਿੱਤਾ ਜਾਂਦਾ ਜਿਹੜੇ ਜਪਜੀ ਸਾਹਿਬ ਬਾਣੀ ਦਾ ਪਾਠ ਕਰਦੇ ਆ। ਇਵੇਂ ਇਹ ਨਿਸ਼ਾਨ ਹੈ, ਟੋਂਬੂ ਕਹਿ ਲਓ, ਪਹਿਚਾਣ ਪੱਤਰ ਕਹਿ ਲਓ। ਫਿਰ ਜਪਜੀ ਸਾਹਿਬ ਦੇ ਹੋਰ ਵੀ ਇਹਦਾ ਅਰਥ ਹੈ, ਵੀ ਜਪ ਦਾ ਅਰਥ ਹੈ ਜੋ ਜਪਣੇ ਯੋਗ ਹੈ। ਤੇ ਜੋ ਜਪ ਕਹੀਏ ਜੋ ਪਰਮੇਸ਼ਰ ਦੇ ਸਰੂਪ ਨੂੰ, ਕਿਉਂਕਿ ਬ੍ਰਹਮ ਵਿਚਾਰ ਹੈ ਜਪਜੀ ਸਾਹਿਬ 'ਚ, ਜੋ ਪਰਮੇਸ਼ਰ ਦੇ ਸਰੂਪ ਨੂੰ ਜਪ ਕਹੀਏ, ਜਪਾ ਕੇ ਪ੍ਰਗਟ ਕਰਾਉਣ ਵਾਲਾ ਚਿੰਨ੍ਹ ਹੈ, ਉਹਨੂੰ ਕਹੀਦਾ ਹੈ ਜਪ। ਇਹ ਗਿਆਨ ਸਰੂਪ ਨੂੰ ਪ੍ਰਗਟ ਕਰਨ ਵਾਲੀ ਹੈ ਜਪ ਬਾਣੀ। ਜਪ ਕਹੀਏ ਜਾਣਨੇ ਯੋਗ ਹੈ, ਜਪ ਕਹੀਏ ਜਪਣੇ ਯੋਗ ਹੈ, ਜਪ ਕਹੀਏ ਜਪਣ ਦੀ ਇਹਨੂੰ ਆਗਿਆ ਹੈ ਇਹ ਬਾਣੀ ਨੂੰ। ਇਵੇਂ ਇਸ ਬਾਣੀ ਦਾ ਮਹਾਰਾਜ ਜੀ ਨੇ ਨਾਮ ਜਿਹੜਾ ਜਦੋਂ ਸੰਪੂਰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਰਮਵਾਰ ਪੌੜੀ ਦਰ ਪੌੜੀ ਕਰ ਦਿੱਤੀ, ਤੇ ਗੁਰੂ ਸਾਹਿਬ ਜੀ ਨੇ ਇਸ ਬਾਣੀ ਦਾ ਨਾਮ ਜਪ ਕਰਕੇ ਰੱਖ ਦਿੱਤਾ। ਸ੍ਰੀ ਮੁਖ ਤੇ ਮਹਿਮਾ ਪੁਨ ਭਾਖੀ, ਸ੍ਰੀ ਸੋਭਾ ਵਾਲੇ ਮੁਖ ਤੋਂ ਫਿਰ ਮਹਾਰਾਜ ਜੀ ਨੇ ਜਪ ਬਾਣੀ ਦੀ ਮਹਿਮਾ ਆਖੀ, ਉਸਤਤ ਆਖੀ। ਜੋ ਨਰ ਹੋਇਆ ਸਿੱਖੀ ਅਬਲਾਖੀ, ਜੋ ਵੀ ਪੁਰਸ਼ ਸਿੱਖ ਬਣ ਕੇ ਸਿੱਖੀ ਧਰਨ ਦਾ ਚਾਹਵਾਨ ਹੈ, ਬੜਾ ਮਹਾਨ ਸਿੱਖ ਬਣਨਾ ਚਾਹੁੰਦਾ ਹੈ। ਨਿਸ ਮਹਿ ਉਠੇ ਸੇ ਕਰ ਹੈ ਸਨਾਨਾ, ਉਹ ਪੈਰ ਰਾਤ ਰਹਿੰਦਿਆਂ ਉੱਠੇ ਤੇ ਇਸ਼ਨਾਨ ਕਰੇ। ਜਪ ਪੜ੍ਹੈ ਇੱਕ ਚਿਤ ਸਵਧਾਨਾ, ਇੱਕ ਮਨ ਇੱਕ ਚਿਤ ਸਾਵਧਾਨ ਹੋ ਕੇ ਇਕਾਗਰ ਹੋ ਕੇ ਜਪ ਬਾਣੀ ਨੂੰ ਪੜ੍ਹੇ। ਅਰਥ ਵਿਚਾਰ ਕਰਹਿ ਔਰ ਮਾਹੀ, ਫਿਰ ਉਹ ਅਰਥ ਵਿਚਾਰੇ ਜਪਜੀ ਸਾਹਿਬ ਬਾਣੀ ਦੇ ਅਰਥ ਉਚਾਰੇ, ਹਿਰਦੇ ਵਿੱਚ ਵਿਚਾਰ ਕਰੇ ਕਿ ਗੁਰੂ ਸਾਹਿਬ ਜੀ ਕੀ ਕਹਿ ਰਹੇ ਹੈ ਤੇ ਅਸੀਂ ਕੀ ਕਰ ਰਹੇ ਹਾਂ। ਮੁਕਤ ਹੋਏ ਸੋ ਸੰਸੇ ਨਾਹੀ, ਇਸ ਤਰ੍ਹਾਂ ਭਾਈ ਜਿਹੜਾ ਜਪਜੀ ਸਾਹਿਬ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਮਨ ਚਿੱਤ ਇਕਾਗਰ ਕਰਕੇ ਪੜ੍ਹੇਗਾ, ਤੇ ਮਹਾਰਾਜ ਕਹਿੰਦੇ ਆ ਕਿ ਫਿਰ ਉਹਦੇ ਅਰਥ ਵਿਚਾਰੇਗਾ, ਉਹ ਮੁਕਤ ਹੋ ਜਾਏਗਾ ਸੁੱਤੇ ਸਿੱਧ। ਇਹਦੇ ਵਿੱਚ ਕੋਈ ਸੰਸਾ ਨਹੀਂ ਹੈ, ਕੋਈ ਭਰਮ ਨਹੀਂ ਹੈ ਵੀ ਮੁਕਤ ਨਾ ਹੋਵੇ। ਉਹ ਸੁੱਤੇ ਸਿੱਧ ਹੀ ਮੁਕਤ ਹੋ ਜਾਏਗਾ, 84 ਤੋਂ ਉਹਦਾ ਛੁਟਕਾਰਾ ਹੋ ਜਾਏਗਾ। ਜਪ ਜੀ ਸੇਵਨ ਪ੍ਰੀਤ ਸੋ ਜਾਹੀ, ਜਿਸ ਨੂੰ ਜਪਜੀ ਸਾਹਿਬ ਸੇਵਨ ਦੀ ਭਾਵ ਪੜ੍ਹਨ ਦੀ ਪ੍ਰੀਤੀ ਹੈ, ਮਮ ਸਮੀਪ ਪ੍ਰਾਪਤ ਹੋਏ ਤਾਹੀ, ਉਸ ਨੂੰ ਸਾਡੀ ਸਮੀਪਤਾ ਭਾਵ ਸਾਡੀ ਹਜ਼ੂਰੀ ਪ੍ਰਾਪਤ ਹੋ ਜਾਏਗੀ, ਉਹ ਸਾਡੇ ਪਾਸ ਹੀ ਆ ਜਾਏਗਾ। ਧਰਹਿ ਕਾਮਨਾ ਪੜ੍ਹੈ ਇੱਕ ਮਨ, ਫਿਰ ਜਿਹੜਾ ਇੱਕ ਮਨ ਹੋ ਕੇ ਤੇ ਕਾਮਨਾ ਇੱਛਾ ਰੱਖ ਕੇ ਪੜੇਗਾ, ਹੋਏ ਸਪੂਰਨ ਤਿਹ ਕੀ ਤਤ ਛਿਨ, ਛੇਤੀ ਨਾਲ ਉਹਦੀ ਜਿਹੜੀ ਹੈ ਕਾਮਨਾ ਇੱਛਾ ਜਪਜੀ ਸਾਹਿਬ ਪੜ੍ਹਨ ਦੇ ਨਾਲ ਪੂਰਨ ਹੋ ਜਾਏਗੀ। ਜੰਤਰ ਮੰਤਰ ਪਨ ਤੰਤਰ ਮਹਾਨਾ, ਫਿਰ ਜਿਹੜਾ ਜੰਤਰ ਹੁੰਦੇ ਧਾਗੇ ਤਵੀਤ ਮੰਤਰ ਮਾਰਦੇ ਆ ਜਾਦੂਗਰ, ਤੰਤਰ ਜਿਹੜੇ ਟੂਣੇ ਟਾਮਣੇ ਬੜੇ ਵੱਡੇ ਵੱਡੇ, ਭੂਤ ਜੇ ਪ੍ਰੇਤ ਦੈਂਤ ਬਲਵਾਨਾ, ਭੂਤ ਜਿਹੜੇ ਆ ਪ੍ਰੇਤ ਦੈਂਤ ਨਿਸਾਚਰ ਬਲ ਵਾਲੇ, ਤਿਹ ਸਮੀਪ ਨਹਿ ਆਵੈ ਕੋਈ, ਜਿਹੜਾ ਜਪਜੀ ਸਾਹਿਬ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਪੜ੍ਹੇਗਾ, ਮਨ ਚਿੱਤ ਇਕਾਗਰ ਕਰਕੇ ਧਿਆਨ ਧਰੇਗਾ ਉਸ ਪਰਮੇਸ਼ਰ ਵਾਹਿਗੁਰੂ ਦਾ, ਉਹਦੇ ਸਮੀਪ ਉਹਦੇ ਕੋਲ ਇਹ ਭੂਤ ਪ੍ਰੇਤ ਨਿਸਾਚਰ ਜੰਤਰ ਮੰਤਰ ਟੂਣੇ ਟਾਮਣ ਕੋਈ ਨੇੜੇ ਨਹੀਂ ਆਏਗਾ। ਪਠਨ ਪਰੀਤ ਨਿਤ ਨਰ ਜਿਹ ਹੋਈ, ਪਰ ਜਿਹੜਾ ਹਮੇਸ਼ਾ ਪੁਰਸ਼ ਨਿਤ ਜਪਜੀ ਸਾਹਿਬ ਪੜ੍ਹਨ ਦਾ ਪ੍ਰੀਤਵਾਨ ਹੋਊਗਾ, ਜਿਹੜਾ ਹਮੇਸ਼ਾ ਹੀ ਪੁਰਸ਼ ਜਪਜੀ ਸਾਹਿਬ ਨੂੰ ਬੜੇ ਪ੍ਰੇਮ ਨਾਲ ਪੜ੍ਹੇਗਾ ਨਾ, ਉਹਦੇ ਨੇੜੇ ਤੇੜੇ ਕੋਈ ਜੰਤਰ ਮੰਤਰ ਟੂਣਾ ਟਾਮਣ ਭੂਤ ਪ੍ਰੇਤ ਨਹੀਂ ਆਏਗਾ। ਇਸੇ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ ਦੇ ਸਮੇਂ ਦੀ ਇੱਕ ਪ੍ਰਸੰਗ ਸਾਖੀ ਹੁੰਦੀ ਹੈ ਕਿ ਗੁਰੂ ਅਮਰਦਾਸ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਇੱਕ ਸਿੱਖ ਬੈਠਾ ਸੀ ਤੇ ਹੋਰ ਵੀ ਸੰਗਤ ਬੈਠੀ, ਤੇ ਉਹ ਸਿੱਖ ਬੈਠਾ ਸਿਰ ਮਾਰਨ ਲੱਗ ਪਿਆ, ਜਿਵੇਂ ਖੇਡ ਆਈ ਹੁੰਦੀ।
ਸਿਰ ਮਾਰੀ ਜਾਏ। ਸਾਰੇ ਸਿੱਖ ਜਿਹੜੇ ਪਾਸ ਬੈਠੇ ਸਨ ਉਹ ਵੇਖ ਕੇ ਬੜੇ ਹੈਰਾਨ ਹੋਏ। ਗੁਰੂ ਮਹਾਰਾਜ ਜੀ ਨੂੰ ਕਹਿਣ ਲੱਗੇ, ਮਹਾਰਾਜ ਜੀ, ਹੋਵੇ ਤੁਹਾਡਾ ਸਿੱਖ ਅਤੇ ਇਹਨੂੰ ਵੀ ਕੋਈ ਭੂਤ ਪ੍ਰੇਤ ਦੀ ਛਾਇਆ ਹੋਵੇ, ਇਹਨੂੰ ਕੋਈ ਨੁਕਸ ਲੱਗਦਾ, ਇਹਨੂੰ ਕੋਈ ਹਵਾ ਲੱਗਦੀ, ਕਿਵੇਂ ਸਿਰ ਮਾਰ ਰਿਹਾ। ਗੁਰੂ ਅਮਰਦਾਸ ਮਹਾਰਾਜ ਪਹਿਲਾਂ ਤਾਂ ਕੁਝ ਚੁੱਪ ਰਹੇ, ਫਿਰ ਬਚਨ ਕਿਹਾ, ਭਾਈ ਅੱਜ ਜਿਹਦੇ ਬਾਰੇ ਤੁਸੀਂ ਕਹਿ ਰਹੇ ਹੋ ਵੀ ਸਿਰ ਮਾਰਿਆ, ਇਹ ਕਦੀ ਜਪਜੀ ਸਾਹਿਬ ਦਾ ਪਾਠ ਨਹੀਂ ਕਰਦਾ ਹੋਣਾ। ਇਹਨੂੰ ਪੁੱਛੋ ਵੀ ਜਪਜੀ ਸਾਹਿਬ ਦਾ ਪਾਠ ਇਹ ਕਰਦਾ। ਇਹਨੂੰ ਕਹੋ ਵੀ ਜੇ ਤੂੰ ਠੀਕ ਰਹਿਣਾ ਇਸ ਚੜ੍ਹਦੀ ਕਲਾ ਵਿੱਚ, ਤੇਰੇ 'ਤੇ ਕੋਈ ਭੂਤ ਪ੍ਰੇਤ ਨਾ ਕੰਮ ਕਰੇ, ਜੰਤਰ ਮੰਤਰ ਨਾ ਕੰਮ ਕਰੇ, ਅਤੇ ਸਾਰੀ ਸੰਗਤ ਨੂੰ ਸੁਣਾ ਕੇ ਕਿਹਾ ਵੀ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਅਤੇ ਜਿਹੜਾ ਮਨ ਚਿੱਤ ਇਕਾਗਰ ਕਰਕੇ ਇਸ਼ਨਾਨ ਕਰਕੇ ਅਤੇ ਗੁਰਬਾਣੀ ਪੜ੍ਹੇ ਜਪਜੀ ਸਾਹਿਬ, ਫਿਰ ਇਹਦੇ ਕੋਲ ਕੋਈ ਭੂਤ ਪ੍ਰੇਤ ਨਹੀਂ ਆਏਗਾ। ਇਹਦਾ ਹੁਣ ਥੋੜ੍ਹਾ ਇਹਦਾ ਹਟਦਾ, ਇਹ ਠੀਕ ਹੁੰਦਾ ਨਾ, ਹਟਦਾ ਇੱਧਰੋਂ ਪਾਸਿਓਂ, ਅਤੇ ਇਹਨੂੰ ਕਹੋ ਵੀ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਕਰੇ, ਫਿਰ ਕੁਝ ਨਹੀਂ ਹੋਊਗਾ। ਤਾਂ ਹੀ ਇੱਥੇ ਸਤਿਗੁਰੂ ਜੀ ਕਹਿ ਰਹੇ ਹੈ ਵੀ ਜਿਨ੍ਹਾਂ ਦੇ ਹਮੇਸ਼ਾ ਪੁਰਸ਼, ਜਿਹੜੇ ਹਮੇਸ਼ਾ ਹੀ ਪੁਰਸ਼ ਜਪਜੀ ਸਾਹਿਬ ਦਾ ਪਾਠ ਬੜੀ ਪ੍ਰੀਤੀ ਪ੍ਰੇਮ ਨਾਲ ਅੰਮ੍ਰਿਤ ਵੇਲੇ ਉੱਠ ਕੇ ਕਰਨਗੇ, ਉਹਨਾਂ ਦੇ ਨੇੜੇ ਕੋਈ ਭੂਤ ਪ੍ਰੇਤ ਦੈਂਤ ਕੋਈ ਨੇੜੇ ਨਹੀਂ ਆਏਗਾ। ਜੰਤਰ ਮੰਤਰ ਟੂਣਾ ਟਾਮਣ ਕੋਈ ਕਿੰਨੇ ਕਰੇ, ਕੋਈ ਅਸਰ ਨਹੀਂ ਕਰੇਗਾ। ਮਾਨੁਖ ਦੇਹ ਜੀਵ ਜਿਨ ਪਾਈ, ਮਹਾਰਾਜ ਕਹਿੰਦੇ ਜਿਨ੍ਹਾਂ ਨੇ ਮਨੁੱਖ ਦੇ ਇੰਨੀ ਅਮੋਲਕ ਪਾਈ ਹੈ, ਜਪ ਬਹੀਨ ਹੋਇ ਬਾਦ ਗਵਾਈ। ਜੇ ਉਹ ਜਪਜੀ ਸਾਹਿਬ ਨਹੀਂ ਨਾ ਪੜ੍ਹਦੇ, ਜਪਜੀ ਸਾਹਿਬ ਤੋਂ ਬਿਨਾਂ ਤੁਰੇ ਫਿਰਦੇ ਆ, ਤੇ ਉਹਨਾਂ ਦੇ ਮਨੁੱਖਾਂ ਦੇ ਇੰਨੀ ਮਹਾਨ ਇਹ ਵਿਅਰਥੀ ਗਵਾ ਲਈ ਹੈ। ਕੀ ਫਾਇਦਾ ਉਹਨਾਂ ਦੇ ਜਨਮ ਲਏ ਦਾ। ਸਿੱਖਨ ਯੋਗ ਮੰਤਰ ਗੁਰ ਕੇਰਾ, ਸਿੱਖਾਂ ਦੇ ਯੋਗ ਹੀ ਇਹ ਗੁਰੂ ਦਾ ਬੜਾ ਮਹਾਨ ਮੰਤਰ ਹੈ ਜਪਜੀ ਸਾਹਿਬ। ਇਤ ਉਤ ਨਿਤ ਸੁਖ ਦੇਤ ਕਨੇਰਾ, ਜੋ ਇੱਥੇ ਉੱਥੇ ਹਮੇਸ਼ਾ ਬਹੁਤ ਪਰਮ ਸੁਖੀ ਬਹੁਤਾ ਦਿੰਦਾ ਹੈ। ਹੋਏ ਸਿੱਖ ਜਪ ਕੰਠ ਨਾ ਕੀਨਾ। ਹੁਣ ਕਵੀ ਸਾਹਿਬ ਜੀ ਆਪਣੇ ਵੱਲੋਂ ਕਹਿ ਰਹੇ ਆ, ਜੋ ਉਹਨਾਂ ਨੇ ਗਰਭਗੰਜੀ ਸਟੀਕ ਵਿੱਚ ਵੀ ਲਿਖਿਆ ਹੋਇਆ, ਕਹਿੰਦੇ ਵੀ ਹੋਵੇ ਸਿੱਖ ਗੁਰੂ ਕਾ ਖਵਾਉਣ ਵਾਲਾ, ਤੇ ਜਪਜੀ ਸਾਹਿਬ ਕੰਠਣਾ ਕੀਤਾ ਹੋਵੇ। ਨਾ ਤਰੀਕ ਬੇਖ ਧਰ ਲੀਨਾ, ਉਹਦੇ ਨਾਮ ਤਰੀਕ ਹੀ ਸਿੱਖ ਹੈ, ਤੇ ਉਹਨੇ ਭੇਖ ਹੀ ਧਰਿਆ ਹੋਇਆ ਸਿੱਖਾਂ ਵਾਲਾ, ਵੀ ਦਾੜਾ ਵੀ ਰੱਖ ਲਿਆ, ਕੇਸ ਰੱਖੀ ਫਿਰਦਾ ਹੈ, ਜਾਂ ਨਾਮ ਰੱਖ ਲਿਆ ਵੀ ਮੈਂ ਫਲਾਣਾ ਸਿੰਘ ਹਾਂ, ਮੈਂ ਗੁਰੂ ਨਾਨਕ ਦਾ ਸਿੱਖ ਹਾਂ। ਉਹਦੇ ਨਾਮ ਤਰੀਕ ਝੂਠੇ ਸਭ ਸਾਖੀਏ ਗੁਰੂ ਨਾਲ। ਕੋਈ ਉਹ ਸਿੱਖ ਨਹੀਂ ਹੈ ਵੀ ਜਿਹੜਾ ਸਿੱਖ ਹੋ ਕੇ ਤੇ ਜਿਹਨੇ ਜਪਜੀ ਸਾਹਿਬ ਕੰਠੀ ਨਹੀਂ ਕੀਤਾ, ਵੀ ਮੰਨਦਾ ਵੀ ਹੋਵੇ ਗੁਰੂ ਨਾਨਕ ਸਾਹਿਬ ਜੀ ਨੂੰ, ਤੇ ਜਪਜੀ ਸਾਹਿਬ ਤੋਂ ਵਾਂਝਾ ਹੀ ਤੁਰਿਆ ਫਿਰੇ, ਜਿਹੜੀ ਪਹਿਲੀ ਰਚਨਾ ਹੈ। ਇਸ ਤੇ ਔਰ ਨਾ ਕੋ ਬਿਦ ਊਚੀ, ਇਸ ਤੋਂ ਹੋਰ ਜਪਜੀ ਸਾਹਿਬ ਤੋਂ ਮਹਾਨ ਤੇ ਕੋਈ ਉੱਚੀ ਵਿਧੀ, ਉੱਚੀ ਸੁੱਚੀ ਵਿਧੀ ਦੇ ਕੋਈ ਹੈ ਹੀ ਨਹੀਂ ਹੈ। ਜਪ ਸੇਵਨ ਇੱਕ ਮਨ ਹੋਏ ਸੋਚੀ, ਜੋ ਵੀ ਇੱਕ ਮਨ ਚਿੱਤ ਹੋ ਕੇ ਤੇ ਜਪਜੀ ਸਾਹਿਬ ਦਾ ਪੜ੍ਹਨਾ ਹੈ, ਇਹ ਤੇ ਵੱਡੀ ਸੁਚਤਾਈ ਹੈ, ਵੱਡੀ ਪਵਿੱਤਰਤਾਈ ਹੈ। ਇਹ ਬੜਾ ਵੱਡੀ ਵਿਧੀ ਢੰਗ ਤਰੀਕਾ, ਇਹ ਤੋਂ ਉੱਚਾ ਢੰਗ ਤਰੀਕਾ, ਇਹ ਤੋਂ ਉੱਚੀ ਸੋਚ ਦੇ ਕੋਈ ਹੋ ਹੀ ਨਹੀਂ ਸਕਦੀ। ਜਿਹੜਾ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਤੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਤੇ ਜਪਜੀ ਸਾਹਿਬ ਦਾ ਪਾਠ ਇੱਕ ਮਨ ਇਕਾਗਰ ਹੋ ਕੇ ਕਰਦਾ ਹੈ, ਇਹ ਤੋਂ ਵੱਡੀ ਸੁਚਤਾਈ ਪਵਿੱਤਰਤਾਈ ਕਿਹੜੀ ਹੈ ਭਾਈ। ਕਾਮ ਧੇਨ ਚਿੰਤਾ ਮਨ ਸੁਰ ਤਰ, ਇਸੇ ਤਰ੍ਹਾਂ ਜਿਹੜੀ ਸਵਰਗ ਦੀ ਗਊ ਮੰਨੀ ਗਈ ਹੈ, ਕਾਮ ਧੇਨ ਚਿੰਤਾ ਮਨੀ ਹੈ ਇੱਕ, ਜੋ ਜਿਹੜੀ ਚਿੰਤਾ ਕਰੀਏ, ਚਿੰਤਨ ਕਰੀਏ ਤੇ ਉਹੀ ਇੱਛਾ ਪੂਰੀ ਕਰ ਦਿੰਦੀ ਹੈ। ਸੁਰਤਰ ਕਲਪ ਬ੍ਰਿਸ਼ ਹੈ ਦੇਵਤਿਆਂ ਦਾ, ਜਿਹੋ ਜਿਹੀ ਕਲਪਨਾ ਕਰ ਲਈਏ ਉਹ ਉਹੀਓ ਬ੍ਰਿਸ਼ ਦੇ ਦਿੰਦਾ ਹੈ। ਕਰ ਨਹਿ ਸਕੇ ਆਦ ਤਿਲ ਸੰਸਾਰ, ਇਹ ਜਿਹੜੇ ਕਾਮ ਧੇਨ ਚਿੰਤਾ ਮਨੀ ਹੈ, ਕਲਪ ਬ੍ਰਿਸ਼ ਹੈ ਦੇਵਤਿਆਂ ਦੀਆਂ ਵਸਤੂਆਂ, ਇਹਦੇ ਜਪਜੀ ਸਾਹਿਬ ਦੇ ਬਰਾਬਰ ਦੇ ਅੱਧਾ ਤਿਲ ਜਿਹੜਾ ਵੀ ਇਹ ਬਰਾਬਰੀ ਨਹੀਂ ਕਰ ਸਕਦੇ। ਇਹ ਜਿੰਨੀਆਂ ਚੀਜ਼ਾਂ ਹੈ ਨਾ ਇਹ ਮਹਾਨ ਮੰਨੀਆਂ ਗਈਆਂ, ਅਤੇ ਜਪਜੀ ਸਾਹਿਬ ਦੇ ਬਰਾਬਰ ਇਹਦੇ ਅੱਧੇ ਤਿਲ ਦੀ ਬਰਾਬਰੀ ਨਹੀਂ ਕਰ ਸਕਦੇ, ਕਿਉਂਕਿ ਜਪਜੀ ਸਾਹਿਬ ਹੁਣ ਇਹ ਜਿਹੜੀਆਂ ਕਾਮ ਧੇਨ ਹੈ, ਕਲਪ ਬ੍ਰਿਸ਼ ਹੈ,
ਇਸੇ ਤਰ੍ਹਾਂ ਚਿੰਤਾਮਣੀ ਹੈ, ਇਹ ਦੁਨਿਆਵੀ ਪਦਾਰਥ ਤੇ ਦੇ ਸਕਦੀ ਹੈ ਪਰ ਮੁਕਤੀ ਨਹੀਂ ਦੇ ਸਕਦੀ। ਤੇ ਜਪਜੀ ਸਾਹਿਬ ਬਾਣੀ ਜਿਹੜੀ ਉਹਦੇ ਮੁਕਤੀ ਦਿੰਦੀ ਹੈ, ਦੁਨਿਆਵੀ ਪਦਾਰਥ ਵੀ, ਧਰਮ ਅਰਥ ਕਾਮ ਮੋਹ ਵੀ ਬਖਸ਼ਦੀ ਹੈ। ਇਸ ਤਰ੍ਹਾਂ ਅੱਧਾ ਤਿਲ ਜਪਜੀ ਸਾਹਿਬ ਦੇ ਮਾਤਰ ਨਹੀਂ, ਇਹ ਬਰਾਬਰੀ ਨਹੀਂ ਕਰ ਸਕਦੇ ਤਿੰਨੀਆਂ ਚੀਜ਼ਾਂ ਵੀ। ਦੋਹਰਾ ਮਹਿਮਾ ਬਰਨੀ ਅਲਪ ਮੈਂ। ਕਵੀ ਸਾਹਿਬ ਜੀ ਕਹਿੰਦੇ ਮੈਂ ਤੇ ਬਹੁਤ ਥੋੜੀ ਜਪਜੀ ਸਾਹਿਬ ਦੀ ਮਹਿਮਾ ਵਰਣਨ ਕੀਤੀ ਹੈ। ਕਹਾ ਨਾ ਜਾਏ ਮਤ ਮੰਦਾ। ਮੈਂ ਮੰਦੀ ਮਤ ਵਾਲੇ ਕੋ ਕਹੀ ਨਹੀਂ ਜਾ ਸਕਦੀ ਜਪਜੀ ਸਾਹਿਬ ਦੀ ਮਹਿਮਾ ਕਿੰਨੀ ਹੈ, ਇਹ ਬੇਅੰਤ ਬੇਨਤੀ ਹੈ। ਊਚ ਅਗਾਧ ਅਕਥ ਹੈ। ਜਪਜੀ ਸਾਹਿਬ ਦੀ ਮਹਿਮਾ ਉੱਚੀ ਹੈ, ਅਗਾਧ ਅਥਾਹ ਡੂੰਘੀ ਹੈ, ਕਥਨੇ ਤੋਂ ਰਹਿਤ ਹੈ। ਜੋ ਜਪਜੀ ਸੁਖ ਕੰਦਾ। ਜੋ ਜਪਜੀ ਬਾਣੀ ਬਹੁਤ ਸੁੱਖਾਂ ਦਾ ਮੋਢੀ ਹੈ, ਸੁੱਖਾਂ ਦਾ ਬੱਦਲੀ ਹੈ, ਸੁੱਖਾਂ ਦੀ ਤਾਂ ਦਾਤੀ ਹੈ। ਚੌਪਈ ਮਨ ਮੂਰਖ ਨਿਤ ਪ੍ਰਤ ਜਪ ਸੇਵਾ। ਜਿਵੇਂ ਕਵੀ ਸਾਹਿਬ ਜੀ ਆਪਣੇ ਮਨ ਨੂੰ ਨਹੀਂ ਕਹਿ ਰਹੇ, ਮਨਾ ਮੂਰਖਾ ਹਮੇਸ਼ਾ ਜਪਜੀ ਸਾਹਿਬ ਨੂੰ ਤੂੰ ਨਾ ਸੇਵ, ਜਪਜੀ ਸਾਹਿਬ ਨੂੰ ਪੜਿਆ ਕਰ ਮਨਾ ਮੂਰਖਾ। ਜਿਹ ਕੋ ਚਾਹੈ ਮਨ ਜਨ ਦੇਵਾ। ਜਿਸ ਬਾਣੀ ਨੂੰ ਪੜਨ ਵਾਸਤੇ ਤੇ ਮੁਨੀ ਜਨ ਦੇਵਤੇ ਵੀ ਚਾਹੁੰਦੇ ਐ। ਕਿਤ ਬਿਦ ਹੋਵੈ ਮਾਨੁਖ ਦੇਹੀ। ਉਹ ਵੱਡੇ ਵੱਡੇ ਮੁਨੀ ਜਨ ਦੇਵਤੇ ਵੀ ਇਹੀ ਵਿਚਾਰਾਂ ਕਰਦੇ ਵੀ ਕਿਸ ਤਰ੍ਹਾਂ ਨਾਲ ਸਾਨੂੰ ਮਨੁੱਖਾ ਦੇਹੀ ਪ੍ਰਾਪਤ ਹੋ ਜਾਏ। ਇੱਕ ਵਾਰ ਫੇਰ ਸ੍ਰੀ ਨਾਨਕ ਸਿੱਖੀ ਮਗ ਲੇਹੀ। ਤੇ ਅਸੀਂ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਧਾਰਨ ਕਰਕੇ ਤੇ ਸਿੱਖ ਬਣ ਜਾਈਏ ਤੇ ਸਿੱਖੀ ਦਾ ਮਾਰਗ ਲੈ ਲਈਏ। ਜਪਜੀ ਸੇਵ ਕਟਹਿ ਜਮ ਫਾਸੀ। ਤੇ ਮਨੁੱਖ ਜਨਮ ਪਾ ਕੇ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਪਾ ਕੇ ਲੈ ਕੇ ਮਾਰਗ ਤੇ ਜਪਜੀ ਸਾਹਿਬ ਨੂੰ ਸੇਵਨਾ ਕਰੀਏ, ਪੜ੍ਹਨਾ ਕਰੀਏ, ਜੋ ਜਮਾਂ ਦੀ ਫਾਈ ਨੂੰ ਕੱਟਦਾ ਹੈ। ਬਹੁਰ ਮਿਲਹਿ ਪਦਵੀ ਅਬਨਾਸੀ। ਤੇ ਫਿਰ ਜਿਹੜੀ ਹੈ ਨਾਸ ਤੋਂ ਰਹਿਤ, ਜਿਹੜੀ ਪਦਵੀ ਤੋਂ ਡਿੱਗੀ ਦਾ ਨਹੀਂ, ਉਹ ਪਦਵੀ ਮਿਲ ਜਾਂਦੀ ਹੈ। ਆਸ ਸੰਜੋਗ ਚਾਹਤ ਹੈ ਸੋਈ। ਕਵੀ ਸਾਹਿਬ ਜੀ ਕਹਿੰਦੇ ਮਨਾ ਮੂਰਖਾ ਐਸਾ ਸੰਜੋਗ ਉਹ ਚਾਹੁੰਦੇ ਆ ਮੁਨੀ ਜਨ ਦੇਵਤੇ ਵੀ ਸਾਨੂੰ ਫਿਰ ਮਨੁੱਖਾ ਦੇਹੀ ਪ੍ਰਾਪਤ ਹੋ ਜਾਏ ਤੇ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਚਰਨੀ ਪੈ ਕੇ ਤੇ ਸਿੱਖੀ ਮਾਰਗ ਲੈ ਲਈਏ, ਜਪਜੀ ਸਾਹਿਬ ਬਾਣੀ ਪੜ੍ਹੀਏ, ਜਮਾਂ ਦੀ ਫਾਹੀ ਕੱਟ ਲਈਏ ਤੇ ਜਿਹੜੀ ਪਰਮ ਪਦਵੀ ਆ, ਅਬਨਾਸੀ ਪਦਵੀ ਹੈ, ਉਹ ਸਾਨੂੰ ਮਿਲ ਜਾਏ। ਤੁਮ ਕੋ ਤੋ ਸਭ ਪ੍ਰਾਪਤ ਹੋਈ। ਇਹ ਮਨਾ ਤੈਨੂੰ ਤੇ ਸਭ ਕੁਝ ਹੀ ਪ੍ਰਾਪਤ ਹੋਇਆ ਪਿਆ, ਭਾਵ ਤੂੰ ਸਿੱਖ ਵੀ ਬਣਿਆ ਪਿਆ, ਅੰਮ੍ਰਿਤ ਵੀ ਛਕਿਆ ਹੋਇਆ ਹੈ। ਬਾਰ ਬਾਰ ਕਿਆ ਕਹਾਂ ਬਣਾਈ। ਕਵੀ ਸਾਹਿਬ ਜੀ ਕਹਿੰਦੇ ਮੈਂ ਬਾਰ ਬਾਰ ਤੁਕਾਂ ਨੂੰ ਬਣਾ ਸਵਾਰ ਕੇ ਇਹਦੇ ਵਿੱਚ ਭਾਈ ਸੰਗਤ ਸਿੱਖੋ ਮੈਂ ਕੀ ਕਹਾਂ ਤੁਹਾਨੂੰ ਬਾਰ ਬਾਰ। ਵੈ ਅਬ ਅੰਤ ਸਮਾਂ ਦੁਖਦਾਈ। ਜੇ ਮੈਂ ਕਹਿੰਦਾ ਤੁਸਾਂ ਨੇ ਜਪਜੀ ਸਾਹਿਬ ਨਾ ਪੜ੍ਹਿਆ, ਜਦੋਂ ਅੰਤ ਦਾ ਸਮਾਂ ਆ ਗਿਆ ਮਰਨ ਵਾਲਾ, ਉਦੋਂ ਤੁਹਾਨੂੰ ਬੜਾ ਦੁਖਦਾਈ ਹੋਊਗਾ, ਬੜੇ ਦੁਖੀ ਹੋਗੇ ਤੁਸੀਂ। ਤਿਹ ਛਿਨ ਪਛਤਾਵਹਿ ਮਲ ਹਾਥਾ। ਉਸ ਸਮੇਂ ਜਦੋਂ ਅੰਤ ਦਾ ਸਮਾਂ ਆ ਗਿਆ, ਮੌਤ ਨੇੜੇ ਆ ਗਈ, ਤੁਸੀਂ ਜਪਜੀ ਸਾਹਿਬ ਕੀਤਾ ਨਹੀਂ ਹੋਣਾ ਹੈ, ਹੱਥ ਮਲ ਮਲ ਕੇ ਪਛਤਾਓਗੇ ਕਿ ਸਾਰੀ ਜ਼ਿੰਦਗੀ ਲੰਘਾ ਦਿੱਤੀ ਤੇ ਜਪਜੀ ਸਾਹਿਬ ਕਦੀ ਪੜ੍ਹਿਆ ਹੀ ਨਾ। ਹਮ ਕਿਉਂ ਖੋਇਓ ਜਨਮ ਅਕਾਥਾ। ਉਦੋਂ ਇਹ ਗੱਲ ਕਹੋਗੇ, ਹੱਥ ਮਲਦੇ ਪਛਤਾਓਗੇ ਕਿ ਅਸਾਂ ਨੇ ਤੇ ਜਿਹੜਾ ਇੰਨਾ ਮੋਲਕ ਜਨਮ ਪਰਮੇਸ਼ਰ ਨੇ ਦਿੱਤਾ ਸੀ ਵੀ ਗੁਰ ਸੇਵਾ ਦੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ, ਤੇ ਇਹਦੇ ਜਨਮ ਜਪਜੀ ਸਾਹਿਬ ਪੜ੍ਹੇ ਤੋਂ ਬਿਨਾਂ ਹੀ ਗਵਾ ਦਿੱਤਾ, ਸਾਰਾ ਨਾਸ ਹੀ ਕਰ ਲਿਆ ਹੈ ਐਵੇਂ। ਨਰ ਤਨ ਦੁਰਲਭ ਇੱਕ ਇਹ ਪਾਇਓ। ਨਰ ਵੀ ਇੱਕ ਤੇ ਇਹ ਜਿਹੜਾ ਮਨੁੱਖ ਸਰੀਰ ਦੁਰਲਭ ਨਾ ਮਿਲਣ ਵਾਲਾ ਪਾਇਆ ਹੋਇਆ ਹੈ। ਪੁਨ ਸਤਿਗੁਰ ਸਿੱਖ ਬੇਖ ਬਣਾਇਓ। ਫਿਰ ਸਤਿਗੁਰੂ ਨਾਨਕ ਸਾਹਿਬ ਜੀ ਸਿੱਖਾਂ ਵਾਲਾ ਭੇਖ ਬਣਾਇਆ ਹੋਇਆ, ਵੀ ਦਾੜਾ ਵੀ ਰੱਖਿਆ, ਕੇਸ ਵੀ ਰੱਖੇ ਹੋਏ, ਜਾਂ ਨਾਮ ਸਿੱਖ ਰੱਖਿਆ ਹੋਇਆ ਵੀ ਮੈਂ ਗੁਰੂ ਸਾਹਿਬ ਜੀ ਨੂੰ ਮੰਨਦਾ ਹਾਂ। ਤੀਜੋ ਕਲਯੁਗ ਕੋ ਹੈ ਕਾਲਾ। ਤੀਜਾ ਹੈ ਇਹ ਕਲਯੁਗ ਦਾ ਭਿਆਨਕ ਸਮਾਂ, ਬੜਾ ਮਾੜਾ। ਥੋਰੀ ਸੇਵਾ ਮਹ ਹੋਏ ਦਿਆਲਾ।
ਦਿਆਲਾ। ਤੇ ਇੱਥੇ ਦੇ ਮਨਾ ਲਾ ਵੀ ਬੜਾ ਵੀ ਥੋੜੀ ਸੇਵਾ ਕਰ ਲਈਏ ਤੇ ਦਿਆਲੂ ਕਿਰਪਾਲੂ ਵਾਹਿਗੁਰੂ ਵੀ ਦਿਆਲੂ ਛੇਤੀ ਹੋ ਜਾਂਦਾ ਹੈ ਥੋੜੇ ਸਮੇਂ ਵਿੱਚ ਹੀ। ਐਸ ਸਮੇਂ ਤੇ ਜੋ ਚੁੱਕ ਜਾਏ, ਐਸੇ ਸਮੇਂ ਤੋਂ ਜੋ ਚੁੱਕ ਜਾਏਗਾ ਭੁੱਲ ਜਾਏਗਾ ਵੀ ਇੱਕ ਤੇ ਮਨੁੱਖ ਸਰੀਰ ਪਾ ਲਿਆ, ਕਲਯੁਗ ਦੇ ਸਮਾਂ ਹੈ, ਇੱਕ ਮਨੁੱਖ ਸਰੀਰ ਪਾ ਲਿਆ, ਦੂਜਾ ਸਤਿਗੁਰੂ ਕਾ ਸਿੱਖ ਖਵਾ ਕੇ ਭੇਖ ਬਣਾ ਲਿਆ ਵੀ ਮੈਂ ਗੁਰੂ ਨਾਨਕ ਸਾਹਿਬ ਜੀ ਨੂੰ ਮੰਨਣ ਵਾਲਾ ਸਿੱਖ ਹਾਂ, ਮੈਨੂੰ ਸਿੱਖ ਕਹਿੰਦੇ ਲੋਕ। ਤੇ ਇੱਕ ਤੀਜਾ ਹੈ ਕਲਯੁਗ ਦਾ ਭਿਆਨਕ ਸਮਾਂ, ਜਿਹਦੇ ਵਿੱਚ ਥੋੜ੍ਹੀ ਸੇਵਾ ਕਰੀ ਤੇ ਪਰਮੇਸ਼ਰ ਦਿਆਲੂ ਕਿਰਪਾਲੂ ਹੋ ਜਾਂਦਾ। ਭਾਵ ਥੋੜ੍ਹੀ ਉਮਰ ਹੈ, ਕੋਈ 80-90 ਸਾਲ ਦੀ, ਤੇ ਇਹੋ ਜਿਹਾ ਹੁਣ ਸਮਾਂ ਮਿਲਿਆ ਥੋੜ੍ਹਾ, ਜੇ ਇਹ ਸਮਾਂ ਵੀ ਸਾਡੇ ਕੋਲ ਚੁੱਕ ਗਿਆ ਭੁੱਲ ਜਾਏਗਾ ਤੂੰ। ਚੜ ਕਰ ਮੇਰ ਰਸਾਤਨ ਪਾਈ। ਇਹ ਤੇ ਉਹ ਗੱਲ ਹੋ ਜੂ ਵੀ ਜਿਵੇਂ ਕੋਈ ਸਮੇਰ ਪਰਬਤ ਤੇ ਚੜ ਕੇ ਤੇ ਛੇਵੇਂ ਪਤਾਲ 'ਚ ਜਾ ਡਿੱਗਾ ਹੈ। ਵੀ ਮਨੁੱਖ ਜਨਮ ਵੀ ਸਮੇਰ ਪਰਬਤ ਦੀ ਨਿਆਈ, ਸਤਿਗੁਰੂ ਕਾ ਸਿੱਖ ਬਣਿਆ ਇਹ ਵੀ ਸਮੇਰ ਪਰਬਤ ਤੇ ਚੜ੍ਹਨ ਦੀ ਨਿਆਈ। ਫਿਰ ਤੀਜਾ ਕਲਯੁਗ ਦਾ ਸਮਾਂ, ਜਿੱਥੇ ਥੋੜ੍ਹੀ ਸੇਵਾ ਕੀਤਿਆਂ ਪਰਮੇਸ਼ਰ ਦਿਆਲੂ ਕਿਰਪਾਲੂ ਹੋ ਜਾਂਦਾ, ਵੀ ਸਮੇਰ ਪਰਬਤ ਦੀ ਨਿਆਈ। ਤੇ ਇਹ ਤੇ ਚੜ੍ਹਨਾ ਕੀਤਾ ਵੀ ਸਭ ਕੁਝ ਹੀ ਮਿਲਿਆ, ਤੇ ਪਰ ਜਿਹੜਾ ਜਪਜੀ ਸਾਹਿਬ ਦਾ ਪਾਠ ਨਾ ਕੀਤਾ, ਨਾਮ ਅਭਿਆਸ ਨਾ ਕੀਤਾ ਤੇ ਰਸਾਤਲ ਪਾਈ, ਇਹਦੇ ਛੇਵੇਂ ਪਤਾਲ ਵਿੱਚ ਡਿੱਗਣ ਵਾਲੀ ਗੱਲ ਹੋ ਗਈ। ਇਹਦੇ ਸੱਤਵੇਂ ਪਤਾਲ 'ਚ ਧਸ ਗਿਆ ਜਾ ਕੇ ਮਨੁੱਖ। ਜਪਜੀ ਕੰਠ ਨਿਤਾ ਪ੍ਰਗਟਾ। ਜਿਵੇਂ ਜਪਜੀ ਸਾਹਿਬ ਜਿਹੜਾ ਕੰਠ ਕਰਕੇ ਮੂੰਹ ਜ਼ਬਾਨੀ ਹਮੇਸ਼ਾ ਹੀ ਉਹਨੂੰ ਉਚਾਰੇ ਜਪੇ। ਜਨਮ ਜਨਮ ਕੇ ਕਲ ਮਲ ਕੱਟਾ। ਜਿਹੜੇ ਜਨਮਾਂ ਦੇ ਸਾਰੇ ਪਾਪ ਕੱਟੇ ਜਾਂਦੇ ਐ। ਸਨਾ ਸਨਾ ਮਨ ਨਿਰਮਲ ਹੋਏ। ਜਪਜੀ ਸਾਹਿਬ ਨੂੰ ਪੜ੍ਹਿਆ ਹੌਲੀ ਹੌਲੀ ਮਨ ਨਿਰਮਲ ਹੋ ਜਾਂਦਾ, ਇਕਾਗਰ ਵੀ ਹੋ ਜਾਂਦਾ ਹੈ। ਗਤ ਪਾਵਹਿ ਭਵ ਬੰਧਨ ਖੋਏ। ਸੰਸਾਰ ਦੇ ਜਿੰਨੇ ਮੋਹ ਮਮਤਾ ਦੇ ਬੰਧਨਾਂ ਨੂੰ ਨਾਸ ਕਰਕੇ ਅਖੀਰੀ ਕਲਿਆਣ ਪਾਉਂਦਾ, ਮੁਕਤੀ ਪਾ ਲੈਂਦਾ ਹੈ। ਸ਼ਬਦ ਅਭਿਆਸ ਕੀਓ ਨਰ ਜਾਹੀ। ਜਿਨ੍ਹਾਂ ਨੇ ਗੁਰੂ ਕੇ ਸ਼ਬਦ ਉਪਦੇਸ਼ ਮੂਲ ਮੰਤਰ ਦਾ ਅਭਿਆਸ ਕੀਤਾ, ਜਪਜੀ ਸਾਹਿਬ ਬਾਣੀ ਦਾ ਅਭਿਆਸ ਕੀਤਾ ਹੈ। ਰਹਿਓ ਨਾ ਕਰਨਾ ਕਿਤ ਕਛ ਤਾਹੀ। ਭਾਈ ਸਾਹਿਬ ਜੀ ਕਹਿੰਦੇ ਆ ਉਹਨਾਂ ਨੂੰ ਕੋਈ ਵੀ ਕਿਰਤ ਕਮਾਈ, ਭਾਵ ਉਹਨਾਂ ਨੂੰ ਕੋਈ ਸਾਧਨ ਕਰਨ ਦਾ ਜਿਹੜਾ ਹੈ ਨਾ ਪਿੱਛੇ ਦੀ ਬਾਕੀ ਨਹੀਂ ਰਹਿ ਗਿਆ। ਕੋਈ ਜਲ ਧਾਰਾ ਕਰਨ ਦੀ ਉਹਨਾਂ ਨੂੰ ਜ਼ਰੂਰਤ ਨਹੀਂ ਹੈ, ਉਹਨਾਂ ਨੂੰ ਕੋਈ ਧੂਣੀਆਂ ਦਿਖਾਉਣ ਦੀ ਜ਼ਰੂਰਤ ਨਹੀਂ ਹੈ, ਭੁੱਖੇ ਮਰਨ ਦੀ ਜ਼ਰੂਰਤ ਨਹੀਂ ਹੈ, ਕੋਈ ਸਾਧਨ ਕਰਨ ਦੀ ਜ਼ਰੂਰਤ ਨਹੀਂ ਹੈ। ਉਹਨਾਂ ਦਾ ਕੋਈ ਸਾਧਨ ਬਾਕੀ ਨਹੀਂ ਰਹਿ ਗਿਆ। ਜਿਨ੍ਹਾਂ ਨੇ ਅੰਮ੍ਰਿਤ ਵੇਲੇ ਉੱਠ ਕੇ ਤੇ ਇਸ਼ਨਾਨ ਕਰਕੇ ਮਨ ਚਿੱਤ ਇਕਾਗਰ ਕਰਕੇ ਜਪਜੀ ਸਾਹਿਬ ਬਾਣੀ ਦਾ ਜਿਨ੍ਹਾਂ ਨੇ ਪਾਠ ਕਰ ਲਿਆ ਹੈ, ਨਿੱਤ ਕਰਦੇ ਹਮੇਸ਼ਾ, ਉਹਨਾਂ ਦੇ ਪਿੱਛੇ ਕੁਝ ਨਹੀਂ ਰਹਿ ਗਿਆ ਹੈ। ਇਵੇਂ ਸਾਧ ਸੰਗਤ ਜੀ ਜਪਜੀ ਸਾਹਿਬ ਬਾਣੀ ਦਾ ਮਹਾਤਮ ਬੇਅੰਤ ਹੈ, ਜਿਸ ਬਾਰੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੀ ਤਨਖਾਹਨਾਮੇ ਵਿੱਚ ਲਿਖਿਆ ਹੋਇਆ ਪੜ੍ਹਨ ਬਾਰੇ ਵੀ ਇਸ ਨੂੰ ਭਾਈ ਪੜ੍ਹੋ। ਬਿਨ ਜਪ ਪੜ੍ਹੇ ਪ੍ਰਸਾਦ ਜੋ ਖਾਵੈ, ਬਿਨ ਰਹਿ ਰਾਸ ਸੰਧਿਆ ਜੋ ਖੋਵੈ, ਕੀਰਤਨ ਪੜ੍ਹੇ ਬਿਨ ਰਹਿਣ ਜੋ ਸੋਵੈ, ਤ੍ਰਿਗ ਤਿਸ ਜਨਮ ਜੋ ਧਰਮ ਵਿਸਾਰ ਹੈ। ਕਹਿੰਦੇ ਆ ਵੀ ਬਿਨ ਜਪਜੀ ਸਾਹਿਬ ਤੋਂ ਪੜ੍ਹੇ ਤੋਂ ਜੋ ਪ੍ਰਸ਼ਾਦ ਖਾਂਦਾ ਹੈ ਨਾ, ਉਹਦੇ ਜਨਮ ਨੂੰ ਲਾਹਨਤ ਹੈ। ਜਿਹੜਾ ਰਹਿ ਰਾਸ ਸਾਹਿਬ ਨਹੀਂ ਸ਼ਾਮ ਨੂੰ ਕਰਦਾ, ਸਵੇਰੇ ਜਪਜੀ ਸਾਹਿਬ 5 ਬਾਣੀਆਂ ਨਹੀਂ ਪੜ੍ਹਦਾ, ਅਤੇ ਪੈਂਦਿਆਂ ਲੈਂਦਿਆਂ ਮੂੰਹ 'ਚ ਕੁਝ ਪਾਉਣ ਦੀ ਕਰਦਾ, ਚਾਹ ਲੈ ਆਇਓ, ਪ੍ਰਸ਼ਾਦੇ ਲੈ ਆਓ, ਮੈਂ ਖਾਣਾ ਤਗੜਾ ਹੋ ਗਏ, ਅਤੇ ਉਹਦੇ ਕਹਿੰਦੇ ਆਪਣਾ ਧਰਮ ਹੀ ਜਿਹੜਾ ਉਹਨੇ ਨਾਸ ਕਰ ਲਿਆ, ਲਾਹਨਤ ਉਹਦੇ ਜਨਮ ਨੂੰ। ਕੀ ਕੀਤਾ ਉਹਨੇ ਜਨਮ ਲੈ ਕੇ? ਇਹ ਤਨਖਾਹਨਾਮੇ ਵਿੱਚ ਭਾਈ ਨੰਦ ਲਾਲ ਜੀ ਨੇ ਲਿਖਿਆ ਹੈ। ਇਸੇ ਤਰ੍ਹਾਂ ਗੁਰੂ ਸਾਹਿਬ ਜੀ ਦੇ ਆਪਣੇ ਬਚਨ ਹੈ। ਭਾਈ ਪ੍ਰਹਲਾਦ ਸਿੰਘ ਜੀ ਦਾ ਇੱਕ ਰਹਿਤਨਾਮਾ ਲਿਖਿਆ, ਉਹਦੇ ਵਿੱਚ ਲਿਖਿਆ ਮਹਾਰਾਜ ਜੀ ਨੇ ਕਿ ਬਿਨ ਜਪ ਜਾਪ ਜਪੇ ਜੋ ਸੇਵ ਹੈ ਜੋ ਜਿਵ ਹੈ ਪ੍ਰਸਾਦ। ਵੀ ਜਿਹੜਾ ਜਪਜੀ ਸਾਹਿਬ ਅਤੇ ਜਾਪ ਕਹੀਏ ਜਾਪ ਸਾਹਿਬ, ਜਿਹੜਾ ਜਪਜੀ ਸਾਹਿਬ ਦੇ ਜਾਪ ਸਾਹਿਬ ਤੋਂ ਜਪੇ ਤੋਂ ਬਿਨਾਂ ਪੜ੍ਹੇ ਤੋਂ ਬਿਨਾਂ ਖਾਂਦਾ ਨਾ ਪ੍ਰਸ਼ਾਦ, ਖੋਲ੍ਹ ਕੇ ਮੂੰਹ ਆ ਤੜਕੇ ਲੰਗਰ ਨਾਲ ਮੂੰਹ ਮਾਰਨਾ ਸ਼ੁਰੂ ਕਰ ਦਿੰਦਾ। ਕਈ ਤਾਂ ਵਿਚਾਰੇ ਕੰਬਲ ਰਜਾਈ ਵਿੱਚੋਂ ਹੱਥ ਬਾਹਰ ਕੱਢ ਦਿੰਦੇ, ਲੈ ਉਹ ਚਾਹ।
ਉਹ ਜਿਹੜੇ ਇਹੋ ਜਿਹੇ ਖਾਣ ਵਾਲੇ ਮਹਾਰਾਜ ਕਹਿੰਦੇ ਸੋ ਬਿਸ਼ਟਾ ਕਾ ਕਿਰਮ ਹੋਏ, ਉਹ ਗੰਦਗੀ ਦਾ ਕੀੜਾ ਹੋ, ਜਿਹੜੇ ਆ ਲੈਟਰਿਨ 'ਚ ਕੀੜੇ ਹੁੰਦੇ ਉਹਦਾ ਕੀੜਾ ਹੋ। ਜਨਮ ਗਵਾਵੈ ਬਾਦ, ਜਨਮ ਉਹਨੇ ਆਪਣਾ ਵਿਅਰਥ ਹੀ ਗਵਾ ਲਿਆ। ਇਹ ਗੁਰੂ ਸਾਹਿਬ ਦੀ ਪਹਿਲੀ ਬਾਣੀ ਸੀ ਜਪਜੀ ਸਾਹਿਬ, ਵੇਖ ਲਓ ਵੀ ਜਪਜੀ ਸਾਹਿਬ ਬਾਣੀ ਮਹਾਰਾਜ ਦੀ ਪਹਿਲੀ ਰਚਨਾ ਹੈ। ਸਾਡਾ ਗੁਰੂ ਕੌਣ ਹੈ? ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ। ਅਤੇ ਸਭ ਤੋਂ ਪਹਿਲਾਂ ਬਾਣੀ ਅੰਕਿਤ ਕਿਹੜੀ ਕੀਤੀ ਹੈ? ਗੁਰੂ ਅਰਜਨ ਦੇਵ ਮਹਾਰਾਜ ਪਰਮੇਸ਼ਰ ਰੂਪ ਨੇ ਜਪਜੀ ਸਾਹਿਬ। ਉਹਨੂੰ ਪੜ੍ਹੇ ਤੋਂ ਬਿਨਾਂ ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਇਸੇ ਤਰ੍ਹਾਂ ਜਾਪ ਸਾਹਿਬ ਬਾਣੀ ਹੈ, ਜਿਹਦੇ ਵਿੱਚ ਪਰਮੇਸ਼ਰ ਦੇ ਬੇਅੰਤ ਬੇਅੰਤ ਨਾਮ ਲਏ ਅਤੇ ਰੱਬ ਨੂੰ ਯਾਦ ਕੀਤੇ ਤੋਂ ਬਿਨਾਂ ਜਿਹੜੇ ਪ੍ਰਸਾਦ ਕਈਏ ਲੰਗਰ ਖਾਂਦੇ ਹੈ, ਚੰਗੇ ਚੰਗੇ ਦੁੱਧ ਪੀਂਦੇ ਹੈ, ਚੰਗੀਆਂ ਖੁਰਾਕਾਂ ਸ਼ੁਰੂ ਕਰ ਦਿੰਦੇ, ਅੱਖਾਂ ਮਲੀਆਂ ਤੋਂ ਧੋਤੀਆਂ ਤੋਂ ਬਿਨਾਂ ਹੀ, ਨਾਮ ਜਪੇ ਤੋਂ ਬਿਨਾਂ ਹੀ। ਸੋ ਬਿਸ਼ਟਾ ਦਾ ਕਿਰਮ ਹੋਏ, ਉਹ ਬਿਸ਼ਟਾ ਦਾ ਕਿਰਮ ਹੋਊਗਾ। ਹੁਣ ਵੀ ਉਹ ਹੈਗਾ ਹੀ ਹੈ, ਕਿਉਂਕਿ ਕੀੜੇ ਦਾ ਕੋਈ ਟਾਈਮ ਨਹੀਂ ਹੈ। ਉਹ ਗੰਦਗੀ ਵਿੱਚ 24 ਘੰਟੇ ਖਾਈ ਜਾਂਦਾ। ਉਹ ਥੋੜ੍ਹੀ ਵੇਂਦਾ ਕਿ ਅੰਮ੍ਰਿਤ ਵੇਲਾ ਕਿ ਰਾਤ ਵੇਲਾ, ਜਦੋਂ ਗੰਦ ਪੈ ਗਿਆ ਉਹਨੇ ਖਾਣਾ ਸ਼ੁਰੂ ਕਰ ਦੇਣਾ। ਉਹ ਬਿਸ਼ਟਾ ਦਾ ਕਰਮ ਹੁਣ ਵੀ ਹੈ, ਬਾਅਦ 'ਚ ਵੀ ਹੋਏਗਾ, ਅਤੇ ਜਨਮ ਉਹਨੇ ਵਿਅਰਥ ਗਵਾ ਲਿਆ ਹੈ। ਇਹ ਕਹਿੰਦੇ ਹੈ ਇੱਕ ਭਾਈ ਮਿਹਰਵਾਨ ਜੀ ਦਾ ਖਾਲਸਾ ਸਮਾਚਾਰ ਹੈ, ਉਹਦੇ ਵਿੱਚ ਜਪਜੀ ਸਾਹਿਬ ਦਾ ਮਹਾਤਮ ਲਿਖਿਆ ਹੈ ਕਿ ਇਹ ਜਪ ਕਰਤੇ ਪੁਰਖ ਕਾ ਸੱਚ ਨਾਨਕ ਕੀਆ ਬਖਾਨ, ਜਗਤ ਉਦਾਹਰਣ ਕਾਰਣੇ ਧੁਰੋਂ ਹੋਆ ਫਰਮਾਨ, ਅੰਮ੍ਰਿਤ ਵੇਲਾ ਸੱਚ ਨਾਮ ਜਪ ਪੜ੍ਹੀਏ ਕਰ ਇਸਨਾਨ, ਹਿਤ ਚਿੱਤ ਕਰ ਜੋ ਜਪ ਪੜ੍ਹੇ ਦਰਗਹਿ ਪਾਵੈ ਮਾਨ, ਜੰਮਣ ਮਰਨਾ ਕੱਟੀਐ ਜਪ ਸੰਗ ਲਾਵੈ ਧਿਆਨ, ਜਿਉਂ ਜਿਉਂ ਕਰ ਜਪ ਕੋ ਪੜ੍ਹੈ ਅਵਸਰ ਜਿੱਤੇ ਨਿਦਾਨ, ਜੋ ਮਨਸਾ ਮਨ ਮਹਿ ਧਰੈ ਸੋ ਪੂਰਨ ਕਰੇ ਭਗਵਾਨ, ਅਹਨਿਸ ਜਪ ਜਪਦਾ ਰਹੇ ਦਾਸ ਨਾਨਕ ਦੀਜੈ ਦਾਨ, ਪਗ ਟਿੱਕਾ ਭਗ ਦੀਵਾਨ ਸਰਬ ਕਲਿਆਣ ਪੈਜ ਰੱਖੇ, ਗੁਰ ਨਾਨਕ ਸ਼ਾਹ ਮਿਹਰਵਾਨ। ਇਹ ਉਹਨਾਂ ਲਿਖਿਆ ਮਿਹਰਵਾਨ ਜੀ ਨੇ, ਕਹਿੰਦੇ ਇਹ ਜਪ ਕਰਤੇ ਪੁਰਖ ਕਾ, ਇਹ ਜੋ ਜਪਜੀ ਸਾਹਿਬ ਬਾਣੀ ਹੈ ਅਕਾਲ ਪੁਰਖ ਪਰਮੇਸ਼ਰ ਦੀ ਹੈ। ਅਤੇ ਸੱਚ ਨਾਨਕ ਕੀਆ ਬਖਾਨ, ਗੁਰੂ ਨਾਨਕ ਸਾਹਿਬ ਜੋ ਪਰਮੇਸ਼ਰ ਰੂਪ ਉਹਨਾਂ ਨੇ ਕਥਨ ਕੀਤੀ ਹੈ। ਜਗਤ ਉਦਾਹਰਣ ਕਾਰਨੇ ਧੁਰੋਂ ਹੋਆ ਫਰਮਾਨ, ਸੰਸਾਰ ਦੇ ਉਧਾਰ ਕਰਨ ਵਾਸਤੇ ਫਰਮਾਨ ਹੋਇਆ ਅਤੇ ਗੁਰੂ ਨਾਨਕ ਸਾਹਿਬ ਜੀ ਨੇ ਉਚਾਰਨ ਕੀਤੀ ਹੈ। ਅੰਮ੍ਰਿਤ ਵੇਲਾ ਸੱਚ ਨਾਮ ਜਪ ਪੜ੍ਹੀਏ ਕਰ ਇਸ਼ਨਾਨ, ਇਸ਼ਨਾਨ ਕਰਕੇ ਅੰਮ੍ਰਿਤ ਵੇਲੇ ਭਾਈ ਕਿ ਜਪਜੀ ਸਾਹਿਬ ਬਾਣੀ ਦਾ ਜਿਹੜਾ ਜਾਪ ਪੜ੍ਹੀਏ, ਜਿਸ ਕਰਕੇ ਕੋਈ ਭੂਤ ਪ੍ਰੇਤ ਆ ਜਿਹੜੇ ਟੂਣੇ ਟਾਮਣ ਆ, ਕਈ ਕਹਿੰਦੇ ਮੈਨੂੰ ਧਾਗੇ ਪਾ ਦਿੱਤੇ ਕਿਸੇ ਨੇ, ਕੋਈ ਕਹਿੰਦਾ ਮੈਨੂੰ ਤਵੀਤ ਦੇ ਤੇ ਹੈ, ਅਤੇ ਉਹ ਜੇ ਪੜ੍ਹੇ ਨਾ ਮਨ ਇਕਾਗਰ ਕਰਕੇ, ਇਹ ਗੁਰੂ ਸਾਹਿਬ ਜੀ ਨੇ ਇਹ ਜਦੋਂ ਕਥਾ ਆਉਂਦੀ ਵਿੱਚ ਇਹ ਲਿਖਿਆ ਹੁੰਦਾ ਮਨ ਇਕਾਗਰ ਕਰਕੇ, ਗਲੋਂ ਗਲਾਵਾਂ ਨਾ ਲਾਏ, ਮਨ ਇਕਾਗਰ ਕਰਕੇ ਪੜ੍ਹੇ ਅਤੇ ਸੁੱਤੇ ਸਿੱਧੀ ਉਹਨੂੰ ਕੋਈ ਭੂਤ ਪ੍ਰੇਤ ਕੋਈ ਨਹੀਂ ਕੰਮ ਕਰੂਗਾ ਟੂਣਾ ਟਾਮਣ, ਕੋਈ ਵੀ ਟੂਣਾ ਟਾਮਣ ਕੰਮ ਨਹੀਂ ਕਰੇਗਾ। ਔਰ ਜਿਵੇਂ ਇੱਕ ਕਲਕੱਤੇ ਦੀ ਗੱਲ ਹੈ, ਕਲਕੱਤੇ ਦੀ ਗੱਲ ਹੈ ਕਿ ਉੱਥੇ ਜਿੱਥੇ ਆ ਡਰਾਈਵਰਾਂ ਦੀ ਯੂਨੀਅਨ ਹੈ ਸੀ ਟਰਾਂਸਪੋਰਟ ਇੱਕ, ਅਤੇ ਉੱਥੇ ਇੱਕ ਗੁਰੂ ਕੇ ਸਿੱਖ ਨੇ ਜਾ ਕੇ ਦੁਕਾਨ ਪਾ ਲਈ। ਉੱਥੇ ਹੀ ਇੱਕ ਪਹਿਲਾਂ ਬੰਗਾਲੀਆਂ ਦੀ ਦੁਕਾਨ ਸੀ, ਬੰਗਾਲੀਆਂ ਦੀ ਇੱਕ ਦੁਕਾਨ ਸੀ, ਅਤੇ ਇਹ ਸਿੱਖ ਨੇ ਉੱਥੇ ਜਾ ਕੇ ਦੁਕਾਨ ਪਾ ਲਈ। ਹੁਣ ਪਤਾ ਵੀ ਜਿਹੜੇ ਫਿਰ ਇੱਕ ਦੁਕਾਨ ਪੈ ਜੇ ਅਤੇ ਦੂਜੀ ਦਾ ਫਰਕ ਤਾਂ ਆਪਣੇ ਆਪ ਹੀ ਪੈ ਜਾਂਦਾ। ਜਿਹੜੇ ਹੁਣ ਸਿੱਖ ਡਰਾਈਵਰ ਸੀ ਉਹ ਬਹੁਤ ਇੱਧਰ ਸਿੱਖ ਕੋਈ ਛਕਣ ਛਕਾਉਣ ਵਾਸਤੇ ਆਉਣ ਲੱਗੇ। ਬੰਗਾਲੀ ਨੂੰ ਹੁਣ ਘਾਟਾ ਜਿਹਾ ਹੋਇਆ। ਹੁਣ ਜਦੋਂ ਕਿਸੇ ਦੀ ਦੁਕਾਨ ਖੜ ਜਾਏ, ਵਿਘਨ ਪੈ ਜੇ, ਗਾਹਕੀ ਘੱਟ ਜੇ, ਉਹਨੇ ਔਖਾ ਤਾਂ ਹੋਣਾ ਹੀ ਹੁੰਦਾ। ਔਖੇ ਜਿਹੇ ਹੋਏ ਵੀ ਆ ਬੜੇ ਇਹਨਾਂ ਸਿੱਖ ਨੇ ਕੰਮ ਖਰਾਬ ਕਰ ਦਿੱਤਾ, ਪੰਜਾਬੀ ਨੇ ਆ ਕੇ ਆਪੋ ਵਿੱਚ ਹੀ ਉਹ ਕਰਨ ਵੀ ਇਹਨੂੰ ਪਰੇ ਕਰਨਾ ਚਾਹੀਦਾ, ਇਹਦਾ ਕੰਮ ਨਿਬੇੜਨਾ ਚਾਹੀਦਾ। ਇਹਨੇ ਤਾਂ
ਸਾਡੀ ਤੇ ਪੁਸ਼ਤਦਰ ਪੁਸ਼ਤ ਦੁਕਾਨ ਪੁਰਾਣੀ ਚੱਲਦੀ ਆ ਰਹੀ, ਚੰਗਾ ਨਫਾ ਸੀ ਸਾਨੂੰ, ਤੇ ਇਹਨੇ ਤੇ ਸਾਰੀ ਰੰਗ 'ਚ ਭਾਂਗੀ ਪਾ ਦਿੱਤੀ। ਫਿਰ ਖਿਆਲ ਆਇਆ ਕਿ ਜਿਹੜੇ ਸਿੱਖ ਹੁੰਦੇ ਆ ਇਹ ਯੰਤਰ ਮੰਤਰ ਟਾਮਣ ਟੂਣੇ ਨੂੰ ਨਹੀਂ ਮੰਨਦੇ। ਤੇ ਹੁਣ ਇਹ ਜਿਹੜੇ ਬੰਗਾਲੀ ਆ, ਇਹਦੇ ਬੱਚਾ ਜਿਹੜਾ 5-6 ਸਾਲ ਦਾ, ਉਹ ਵੀ ਚੰਗਾ ਜਾਣਦਾ ਜੰਤਰ ਮੰਤਰ। ਕਈਆਂ ਨੂੰ ਵਸ ਕੀਤਾ ਹੋਇਆ ਹੈ। ਬੰਗਾਲ ਦੇ ਪ੍ਰਸੰਗ ਵੀ ਗੁਰੂ ਨਾਨਕ ਸਾਹਿਬ ਦੀ ਕਥਾ ਵਿੱਚ ਆਏ ਹੀ ਹੈ। ਕਿਸੇ ਨੂੰ ਭੇਡੂ ਬਣਾ ਦਿੰਦੇ, ਕਿਸੇ ਨੂੰ ਬੱਕਰੀ ਬਣਾ ਦਿੰਦੇ ਹੈ। ਅਤੇ ਇਹਨਾਂ ਖਿਆਲ ਕਰਕੇ ਹੁਣ ਇਹ ਤਾਂ ਸਾਰੇ ਜਾਦੂਗਰ ਹੀ ਹੈ। ਉਹ ਆ ਗਏ ਸਿੱਖ ਕੋ ਉੱਥੇ ਦੁਕਾਨ 'ਤੇ, ਅੰਦਰੋਂ ਔਖੇ ਸੀ ਅਤੇ ਕਹਿਣ ਲੱਗ ਪਏ ਹੌਲੀ ਹੌਲੀ ਜੀ ਵੀ ਤੂੰ ਜੰਤਰ ਮੰਤਰ ਤੰਤਰਾਂ ਨੂੰ ਮੰਨਦਾ? ਉਹ ਕਹਿੰਦਾ ਵੀ ਮੈਂ ਸਿੱਖ, ਕਹਿੰਦਾ ਵੀ ਮੈਂ ਹੀ ਤੇ ਗੁਰੂ ਕੇ ਸਿੱਖ ਜੰਤਰ ਮੰਤਰ ਤੰਤਰ ਨੂੰ ਕਿਸੇ ਨੂੰ ਨਹੀਂ ਮੰਨਦੇ। ਇਹ ਬੰਗਾਲੀ ਕਹਿਣ ਲੱਗਾ ਵੀ ਉਹ ਮੰਨਦਾ ਨਹੀਂ, ਪਰ ਜੰਤਰ ਮੰਤਰ ਤੰਤਰ ਬੜੇ ਖਤਰਨਾਕ ਹੁੰਦੇ। ਉਹ ਇਸ਼ਾਰਾ ਹੀ ਸੀ ਵੀ ਅਸੀਂ ਕਿਤੇ ਨੂੰ ਕਰ ਕੁਰ ਦੇਣਾ ਅਤੇ ਜਾਂ ਤੂੰ ਇੱਥੋਂ ਚਲਿਆ ਜਾ। ਅਤੇ ਇਹ ਬੜਾ ਅਸਰ ਕਰਦੇ, ਜਿਹਨੂੰ ਪੈ ਜਾਣ ਚੱਕਰ ਅਤੇ ਫਿਰ ਉਹ ਫੜਿਆ ਜਾਂਦਾ ਹੁੰਦਾ। ਸਿੱਖ ਕਹਿੰਦਾ ਵੀ ਮੈਂ ਤਾਂ ਨਹੀਂ ਇਹਨਾਂ ਨੂੰ ਮੰਨਦਾ, ਸਾਡੇ ਤਾਂ ਗੁਰੂ ਮਹਾਰਾਜ ਨੇ ਸਾਨੂੰ ਮੰਤਰ ਬਖਸ਼ੇ ਹੋਏ, ਅਸੀਂ ਨਹੀਂ ਇਹ ਮੰਤਰਾਂ ਤੰਤਰਾਂ ਨੂੰ ਮੰਨਦੇ। ਕਹਿੰਦਾ ਤੂੰ ਮੰਨਦਾ ਕਿਉਂ ਨਹੀਂ ਹੈ, ਮੰਨੇਗਾ ਤੂੰ? ਅਤੇ ਸਿੱਖ ਕਹਿੰਦਾ ਵੀ ਨਹੀਂ ਮੰਨਦਾ। ਉੱਥੇ ਹੋਰ ਵੀ ਡਰਾਈਵਰ ਬੈਠੇ ਸਨ ਅਤੇ ਉਹ ਕਹਿਣ ਲੱਗਾ ਵੀ ਬੰਗਾਲੀ ਆ ਵੇਖ ਲਓ, ਕਹਿੰਦਾ ਮੈਂ ਮੰਨਦਾ ਨਹੀਂ ਹਾਂ, ਅਤੇ ਜੇ ਹਨ ਕੋਈ ਮੰਤਰ ਤੰਤਰ ਕਰ ਦਿੱਤਾ, ਇਹ ਕੋਈ ਚੜ੍ਹਾਈ ਚੜੂਈ ਕਰ ਗਿਆ, ਮਰ ਮੁਰ ਗਿਆ, ਅਤੇ ਫਿਰ ਸਾਡਾ ਜੁਮਾ ਨਹੀਂ ਹੈ। ਸਿੱਖ ਕਹਿੰਦਾ ਤੁਸੀਂ ਕਰਕੇ ਵੇਖ ਲਓ। ਫਿਰ ਇਹਨਾਂ ਆਪੋ ਵਿੱਚ ਗੱਲ ਚਲਾਈ ਵੀ ਚਲੋ ਸ਼ਰਤ ਰਹੀ, ਇੱਥੇ ਲਿਖਾ ਪੜ੍ਹੀ ਕਰ ਲਓ ਕਾਗਜ਼ 'ਤੇ ਵੀ ਜੇ ਤੈਨੂੰ ਕੁਝ ਹੋ ਗਿਆ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ, ਸਾਡੇ 'ਤੇ ਨਾ ਕੋਈ ਕੇਸ ਹੋਵੇ। ਫਿਰ ਉਹ ਗੱਲ ਚੱਲਦੀ ਚੱਲ ਪਈ। ਸਿੱਖ ਨੇ ਕਹਿ ਦਿੱਤਾ ਕੋਈ ਨਹੀਂ, ਤੁਸੀਂ ਲਾ ਲਓ ਜ਼ੋਰ ਜਿਹੜਾ ਲਾਉਣਾ। ਹੁਣ ਭਰੋਸੇ ਵਾਲਾ ਸੀ, ਸਾਡੇ ਵਰਗਾ ਨਹੀਂ ਵੀ ਜਿਹਨੂੰ ਭਰੋਸਾ ਨਹੀਂ। ਕਹਿੰਦਾ ਤੁਸੀਂ ਲਾ ਲਓ ਜ਼ੋਰ ਜਿਹੜਾ ਲਾਉਣਾ। ਉਹਦੇ ਠੀਕ ਹੈ। ਉਹ ਫਿਰ ਕਾਗਜ਼ ਲਿਆਂਦਾ, ਲਿਖਾ ਪੜ੍ਹੀ ਕੀਤੀ ਗਈ ਵੀ ਜੇ ਮਰ ਮੁਰ ਗਿਆ ਸਿੱਖ ਪੰਜਾਬੀ ਅਤੇ ਸਾਡੀ ਕੋਈ ਜ਼ਿੰਮੇਵਾਰੀ ਨਹੀਂ। ਉਹ ਫਿਰ ਉਹ ਕਰਕੇ ਲਿਖਾ ਪੜ੍ਹੀ ਅਤੇ ਬੰਗਾਲੀਆਂ ਨੇ ਫਿਰ ਚੰਗਾ ਮੰਤਰੀ ਲਿਆਂਦਾ, ਜਿਹੜਾ ਚੰਗੇ ਜਿਹਨੇ ਸਿੱਧ ਕੀਤੇ ਸੀ ਮੰਤਰ, ਤਾਂਤਰਿਕ ਵਿੱਦਿਆ ਪੂਰੀ, ਉਹਨੂੰ ਲੈ ਆਂਦਾ ਇੱਥੇ ਅਤੇ ਕਹਿੰਦੇ ਵੀ ਹੁਣ ਤੂੰ ਤਿਆਰ ਹੋ ਜਾ। ਕਹਿੰਦੇ ਕੋਈ ਨਹੀਂ, ਆਹ ਕਾਗਜ਼ ਹੀ ਬਣਿਆ ਪਿਆ, ਹੁਣ ਸਾਨੂੰ ਕਾਹਦਾ ਡਰ। ਬੈਠ ਗਏ ਉੱਥੇ ਹੀ ਹੋਰ ਵੀ ਡਰਾਈਵਰ, ਅਤੇ ਇਹ ਜਿਹੜਾ ਮੰਤਰੀ ਹੈ ਮੰਤਰ ਕਰਨ ਵਾਲਾ, ਇਹਨੇ ਇੱਕ ਧਾਗਾ, ਉਸੇ ਮੰਤਰ ਪੜ੍ਹਨ ਲੱਗਾ ਅਤੇ ਇੱਕ ਧਾਗਾ ਸਿੱਖ ਨੂੰ ਫੜਾ ਦਿੱਤਾ। ਕਹਿੰਦਾ ਚੀਚੀ ਦੇ ਗੂਠੇ ਵਿੱਚ ਫੜ ਲਾ, ਇਹਨੂੰ ਲੱਗਣੀ ਅੱਗ ਅਤੇ ਇਹ ਤੈਨੂੰ ਅੱਗ ਪੈਣੀ ਅਤੇ ਤੇਰਾ ਹੋਊ ਕੰਮ ਤਮਾਮ। ਸਿੱਖ ਨੇ ਉਹ ਗੂਠੇ ਦੇ ਚੀਜੀ ਵਿੱਚ ਧਾਗਾ ਫੜ ਲਿਆ। ਇੱਧਰੋਂ ਇਹਨੇ ਮੰਤਰ ਪੜ੍ਹਨਾ ਆਪਣਾ ਸ਼ੁਰੂ ਕਰ ਦਿੱਤਾ ਜੋ ਪੜ੍ਹਨਾ ਸੀ, ਉੱਧਰ ਗੁਰੂ ਕੇ ਸਿੱਖ ਨੇ ਸ਼ੁਰੂ ਕਰ ਦਿੱਤਾ ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਅਤੇ ਵਾਹਿਗੁਰੂ ਕਰਨ ਲੱਗ ਪਿਆ। ਇੱਕ ਵਾਰ ਤਾਂ ਇਹ ਆਖੇ ਅਤੇ ਇੱਕ ਵਾਰ ਨਾਲ ਵਾਹਿਗੁਰੂ ਆਖੇ, ਦੋਨੋਂ ਮੰਤਰ ਸ਼ੁਰੂ ਕਰ ਦਿੱਤੇ। ਇੱਧਰੋਂ ਇਹ ਮੰਤਰ ਲੱਗ ਪਿਆ। ਹੁਣ ਇਹਨੇ ਜਿਹੜੇ ਮੰਤਰ ਚੰਗੀ ਤਰ੍ਹਾਂ ਪੜ੍ਹੇ ਹੋਏ ਸੀ, ਸੋ ਚੱਲਦੇ ਵੀ ਸੀ, ਉਹ ਜਿਹੜੇ ਸਿੱਧ ਵੀ ਹੋਏ ਸੀ, ਕੰਮ ਵੀ ਕਰਦੇ ਸੀ। ਪਰ ਇੱਧਰ ਹੁਣ ਗੁਰੂ ਕਾ ਸਿੱਖ ਭਰੋਸੇ ਵਾਲਾ ਅਤੇ ਉੱਧਰ ਅਗਲੇ ਪਾਸੇ ਗੁਰੂ ਕੇ ਬਾਣੀ ਮੰਤਰ ਵੀ ਆ। ਹੁਣ ਚੱਲਣ ਕਿੱਥੇ? ਜਦੋਂ ਇਹਨੇ ਮੰਤਰ ਪੜ੍ਹਿਆ ਅਤੇ ਉਹ ਜਿਹੜੇ ਧਾਗੇ ਵਿੱਚ ਅੱਗ ਨਿਕਲੀ, ਉਹ ਅੱਗ ਥੱਲਿਓਂ ਸ਼ੁਰੂ ਹੋਵੇ ਅਤੇ ਜਦੋਂ ਹੱਥ ਲਾਗੇ ਜਾਏ ਤਾਂ ਉਹ ਠਾਂ ਫੇਰ ਚੱਲੇ। 2 ਵਾਰੀ ਇਹਨੇ ਮੰਤਰ ਪੜ੍ਹਿਆ, ਅੱਗ ਥੱਲਿਓਂ ਲਾੜ ਜਾਂਦੀ, ਉੱਪਰ ਜਾਂਦੀ ਅਤੇ ਫੇਰ ਠਾਂ ਆ ਜਾਂਦੀ। ਹੁਣ ਮੰਤਰ ਦਾ ਤਾਂ ਇਹ ਕੰਮ ਹੁੰਦਾ ਹੈ ਵੀ
ਇਹ ਕਿਸੇ ਦੇ ਕੀਤਾ ਦੇ ਜਾਂਦਾ, ਜੇ ਉਹ ਕਿਸੇ ਦੇ ਅਸਰ ਨਾ ਕਰੇ ਤਾਂ ਫਿਰ ਉਲਟਾ ਪਿਛਾਂਹ ਨੂੰ ਵਰਦਾ ਹੈ। ਇਹ ਆਪਣੇ ਦੇ ਪੈ ਜਾਂਦਾ, ਜਿਹੜਾ ਕੋਈ ਕਰਨ ਵਾਲਾ ਹੋਵੇ ਇਹ ਪੁੱਠਾ ਪੈ ਜਾਂਦਾ। ਆ ਜਿਵੇਂ ਕਈ ਬੰਦੂਕਾਂ ਹੁੰਦੀਆਂ ਨਾ, ਉਹਦਾ ਫੈਰ ਗਾਂਹ ਨਾ ਨਿਕਲੇ, ਪਿਛਾਂਹ ਨਿਕਲ ਕੇ ਜਿਹੜਾ ਮਾਰਦਾ ਉਹਦੇ ਵੱਜ ਜਾਂਦੀ ਹੁੰਦੀ ਗੋਲੀ। ਇਸੇ ਤਰ੍ਹਾਂ ਹੀ ਇਹ ਮੰਤਰ ਦਾ ਹਿਸਾਬ ਕਿਤਾਬ ਹੈ ਕਿ ਜੇ ਕਿਸੇ 'ਤੇ ਅਸਰ ਨਾ ਕਰੇ ਤਾਂ ਜਿਹੜਾ ਕਰਨ ਵਾਲਾ ਉੱਤੇ ਅਸਰ ਕਰ ਜਾਂਦਾ ਹੈ। ਟੂਣਾ ਟਾਮਣ ਦਾ ਇਹੀ ਕੰਮ ਹੈ। ਉਹ ਕਈ ਰੋਂਦੇ ਹੁੰਦੇ ਬਾਅਦ ਵਿੱਚ, ਇਹ ਮੈਂ ਕਰ ਰਿਹਾ ਸੀ ਤਾਂ ਲੱਗਦਾ ਉੱਦਾਂ ਨਹੀਂ ਹੋਇਆ, ਸਾਡੇ ਘਰ ਹੀ ਪੈ ਗਿਆ ਉਲਟਾ। ਅਤੇ ਉਹੀ ਕਲਾ ਵਰਤ ਗਈ। ਹੁਣ ਉੱਧਰ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਹੈ, ਮੰਤਰ ਹੈ, ਅਤੇ ਮਹਾਰਾਜ ਜੀ ਦੀ ਬਾਣੀ ਦਾ ਤਾਂ ਇਹ ਮਹਾਤਮ ਹੈ ਕਿ ਜੇ ਕੋਈ ਪੜ੍ਹੇ ਅਤੇ ਉਹਦੀ ਰੱਖਿਆ ਤਾਂ ਕਰੂਗੀ, ਪਰ ਉਹ 'ਤੇ ਉਲਟੀ ਨਹੀਂ ਪਊਗੀ। ਬਾਣੀ ਦੀ ਇਹ ਮਹਿਮਾ ਹੈ, ਇਹ ਮੰਤਰ ਗੁਰੂ ਕੇ ਦਾ ਫਲ ਹੈ। ਉਹ ਹੁਣ ਉਲਟਾ ਪੈ ਗਿਆ ਜਦੋਂ ਇਹ ਨਾ ਹੀ ਹਟਿਆ ਮੰਤਰ ਮਾਰਨ ਨੂੰ। ਉਹ ਜਿਹੜੀ ਧਾਗੇ ਵਾਲੀ ਅੱਗ ਇਹਨੂੰ ਪੈ ਗਈ, ਇਹ ਮੰਤਰੀ ਨੂੰ, ਇਹਨੂੰ ਅੱਗ ਲੱਗ ਗਈ। ਫਿਰ ਭੱਜਿਆ ਫਿਰੇ ਉੱਥੇ, ਫਿਰ ਕਵੇ ਬੁਝਾਓ ਬੁਝਾਓ। ਹੁਣ ਬੁਝਾਵੇ ਕਿਹੜਾ? ਜਿਹਨੂੰ ਜਾਚ ਹੈ ਉਹੀ ਮੰਤਰ ਦੀ ਅੱਗ ਬੁਝਾਏ। ਫਿਰ ਜਿੱਥੋਂ ਇਹ ਕਦੇ ਆਪ ਸਿੱਖਿਆ ਇਸ਼ਟ ਕੋ, ਉੱਥੇ ਗਿਆ ਜਾ ਕੇ, ਉੱਥੋਂ ਸ਼ਾਂਤ ਹੋ ਗਿਆ ਅਤੇ ਸਿੱਖ ਕੋ ਆ ਗਿਆ। ਕਹਿੰਦਾ ਵੀ ਮੈਂ ਇੰਨੇ ਮੰਤਰ ਪੜ੍ਹਿਆ ਹੋਇਆ ਅਤੇ ਸਿੱਧ ਵੀ ਹੈ, ਉਹ ਕੰਮ ਵੀ ਕਰਦੇ ਆ, ਅਤੇ ਤੂੰ ਦੱਸ ਵੀ ਤੇਰੇ 'ਤੇ ਕੰਮ ਨੇ ਕਿਉਂ ਨਹੀਂ ਕੀਤਾ? ਜਿਹੜਾ ਤੂੰ ਬੁੜ ਬੁੜ ਕਰਕੇ ਪੜ੍ਹਦਾ, ਉਹ ਕਿਹੜਾ ਮੰਤਰ ਪੜ੍ਹਦਾ ਰਿਹਾ ਮੈਨੂੰ ਦੱਸ। ਸਿੱਖ ਕਹਿੰਦਾ ਵੀ ਮੈਂ ਤਾਂ ਜੋ ਗੁਰੂ ਨਾਨਕ ਸਾਹਿਬ ਜੀ ਦੇ ਦਿੱਤਾ ਹੋਇਆ ਮੰਤਰ ਹੈ ਨਾ, ਮੂਲ ਮੰਤਰ ਅਤੇ ਗੁਰ ਮੰਤਰ ਹੈ, ਸਾਡਾ ਵਾਹਿਗੁਰੂ ਮੰਤਰ ਹੈ, ਜੋ ਮੂਲ ਮੰਤਰ ਸਾਰੇ ਮੰਤਰਾਂ ਦਾ ਹੀ ਮੁੱਢ ਹੈ, ਗੁਰੂ ਨਾਨਕ ਸਾਹਿਬ ਦਾ ਬਖਸ਼ਿਆ, ਉਹ ਪੜ੍ਹਦਾ ਸੀ। ਜੋ ਸਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅੰਮ੍ਰਿਤ ਛਕਾਉਣ ਵੇਲੇ ਸਿੱਖਾਂ ਨੂੰ ਬਖਸ਼ਿਆ ਵੀ ਭਾਈ ਪੜ੍ਹੋ ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਅਤੇ ਵਾਹਿਗੁਰੂ ਮੰਤਰ ਪੜ੍ਹੋ। ਜੋ ਪੰਜ ਪਿਆਰਿਆਂ ਨੂੰ ਦ੍ਰਿੜ ਕਰਾਇਆ, ਅਤੇ ਉਹੀ ਉਹ ਸਾਨੂੰ ਹੁਣ ਦ੍ਰਿੜ ਕਰਾਇਆ ਜਾਂਦਾ, ਗੁਰੂ ਕਾ ਬਖਸ਼ਿਆ ਹੋਇਆ। ਮੈਂ ਤਾਂ ਆਪਣੇ ਗੁਰੂ ਦਾ ਦਿੱਤਾ ਹੋਇਆ ਮੂਲ ਮੰਤਰ, ਜੋ ਸਾਰੇ ਮੰਤਰਾਂ ਦਾ ਮੁੱਢ, ਉਹ ਪੜ੍ਹ ਰਿਹਾ ਸੀ ਅਤੇ ਗੁਰ ਮੰਤਰ ਪੜ੍ਹ ਰਿਹਾ ਸੀ। ਅਤੇ ਮੇਰੇ ਗੁਰੂ ਨਾਨਕ ਸਾਹਿਬ ਜੀ ਦੇ 2 ਮੰਤਰ ਮੈਂ ਪੜ੍ਹ ਰਿਹਾ, ਅਤੇ ਤੇਰਾ ਮੰਤਰ ਹੁਣ ਕਿੱਥੇ ਕੰਮ ਕਰੇ? ਉੱਥੇ ਨਹੀਂ ਕੋਈ ਜੰਤਰ ਮੰਤਰ ਟਾਮਣ ਟੂਣਾ ਚੱਲਦਾ ਜਿੱਥੇ ਗੁਰੂ ਸਾਹਿਬ ਕੇ ਮੰਤਰ ਚੱਲਣ। ਉਹ ਫਿਰ ਉਸ ਵੇਲੇ ਮੰਨ ਗਿਆ, ਕਹਿੰਦਾ ਵੀ ਠੀਕ ਹੈ, ਗੁਰੂ ਨਾਨਕ ਸਾਹਿਬ ਜੀ ਮਹਾਨ ਹੈ ਅਤੇ ਉਹਨਾਂ ਦੇ ਮੰਤਰ, ਉਹਨਾਂ ਦੀ ਬਾਣੀ ਵੀ ਮਹਾਨ ਹੈ। ਨਾ ਗੁਰੂ ਨਾਨਕ ਸਾਹਿਬ ਜੀ ਦੀ ਕੋਈ ਬਰਾਬਰੀ ਕਰ ਸਕਦਾ, ਨਾ ਉਹਨਾਂ ਦੀ ਬਾਣੀ ਦੀ ਜਿਹੜੀ ਬਰਾਬਰੀ ਕੋਈ ਕਰ ਸਕਦਾ। ਸਭ ਤੋਂ ਵੱਡਾ ਸਤਿਗੁਰੂ ਨਾਨਕ ਹੀ ਹੈ। ਫਿਰ ਉਹ ਵੀ ਮੰਨਿਆ ਸੀ, ਇਵੇਂ ਉਹ ਸਿੱਖ ਨੂੰ ਕੁਝ ਨਹੀਂ ਹੋ ਸਕਿਆ। ਇਹ ਜਪਜੀ ਸਾਹਿਬ ਬਾਣੀ ਦਾ ਮਹਾਤਮ ਹੈ ਅਤੇ ਫਲ ਹੈ। ਅਤੇ ਜੇ ਕੋਈ ਮੂਲ ਮੰਤਰ ਪੜ੍ਹਦਾ ਤਾਂ ਉਹਨੂੰ ਵੀ ਸਾਰੇ ਫਲ ਮਿਲਦੇ। ਮੂਲ ਮੰਤਰ 'ਚ ਵੀ ਸਾਰੀਆਂ ਚੀਜ਼ਾਂ ਹੀ ਆ ਜਾਂਦੀਆਂ। ਕੋਈ ਵੀ ਤੁਹਾਡਾ ਕੰਮ ਧੰਦਾ ਫਸਿਆ ਅੜਿਆ ਹੈ, ਪੂਰਾ ਨਹੀਂ ਹੁੰਦਾ, ਕੋਈ ਟੂਣਾ ਟਾਮਣ ਤੁਹਾਡੇ 'ਤੇ ਹੋ ਰਿਹਾ ਹੈ, ਕੋਈ ਜੰਤਰ ਤੁਹਾਨੂੰ ਲੱਗਦਾ ਵੀ ਤਵੀਤ ਪਾਏ ਹੋਏ, ਮੂਲ ਮੰਤਰ ਦਾ ਅਭਿਆਸ ਕਰੋ। ਜੇ ਲੱਗਦਾ ਵੀ ਬਿਮਾਰੀ ਨਹੀਂ ਜਾਂਦੀ ਤਾਂ ਜਪਜੀ ਸਾਹਿਬ ਬਾਣੀ ਪੜ੍ਹੋ, ਮੂਲ ਮੰਤਰ ਪੜ੍ਹੋ, ਸੁਖਮਨੀ ਸਾਹਿਬ ਪੜ੍ਹੋ, ਕਦੀ ਤੁਹਾਡੇ 'ਤੇ ਕੋਈ ਅਸਰ ਨਹੀਂ ਹੋਊਗਾ। ਹੁਣ ਸਾਡੀ ਲੋਕਾਂ ਦੀ ਕੀ ਗੱਲ ਵੀ ਅਸੀਂ ਨਾ ਤਾਂ ਕਰਨਾ ਜਪਜੀ ਸਾਹਿਬ, ਨਾ ਕਰਨਾ ਮੂਲ ਮੰਤਰ, ਸਿਰਫ ਅਰਦਾਸ ਹੀ ਕਰਾਉਣੀ ਹੈ ਬਾਬਾ ਜੀ ਕੋਲ ਜਾ ਕੇ, ਆਪ ਨਹੀਂ ਕੁਝ ਵੀ ਕਰਨਾ। ਆਪ ਤਾਂ ਅਸੀਂ ਨਾਲ ਹੀ ਮਾਰੀ ਜਾਂਦੇ, ਜਦੋਂ ਕਹਿਣਾ ਵੀ ਭਾਈ 5 ਪਾਠ ਜਪਜੀ ਸਾਹਿਬ ਤੂੰ ਕਰ, ਤੇਰਾ ਦੁੱਖ ਵੀ ਵੱਡਾ ਹੀ ਹੈ। ਬਾਬਾ ਜੀ ਟਾਈਮ ਨਹੀਂ ਹੈਗਾ। ਆਪ ਤਾਂ ਹੁਣ ਅਸੀਂ ਕਰਨਾ ਨਹੀਂ ਚਾਹੁੰਦੇ, ਅਤੇ ਠੀਕ ਕਿੱਥੋਂ ਹੋਈਏ? ਜਪਜੀ ਸਾਹਿਬ ਦਾ ਗੁਰੂ ਨੇ ਇੱਥੇ ਮਹਾਤਮ ਵੇਖੋ ਦੱਸਿਆ ਵੀ ਜਿਹਨੇ ਸਿੱਖ ਬਣ ਕੇ ਜਪਜੀ ਸਾਹਿਬ ਕੰਠੀ ਨਹੀਂ ਕੀਤਾ, ਉਹ ਗੁਰੂ ਦਾ ਸਿੱਖ ਕਾਹਦਾ? ਨਾਮ ਦਾ ਸਿੱਖ ਹੈ, ਉਹ ਗੁਰੂ ਦਾ ਸਿੱਖ ਨਹੀਂ। ਅਤੇ ਕਈਆਂ ਨੇ ਬਹਾਨਾ ਬਣਾਇਆ ਜੀ ਅਸੀਂ ਹੁਣ ਤਾਂ ਬੁੱਢੇ ਹੋ ਗਏ, ਹੁਣ ਕੀ ਸਿੱਖੀਏ, ਅਸੀਂ ਕੀ ਕਰੀਏ, ਇਹ ਅਸੀਂ ਤਾਂ ਅਨਪੜ੍ਹ ਸਾਂ। ਪਰ ਜੇ ਉਹਨਾਂ ਬਜ਼ੁਰਗਾਂ ਨੂੰ ਕਿਤੇ ਪੈੜੀ ਦਾ ਹਿਸਾਬ ਕਿਤਾਬ ਪੁੱਛ ਲਓ ਅਤੇ ਉਂਗਲਾਂ ਦੇ ਪੋਟਿਆਂ 'ਤੇ ਉਹਨਾਂ ਮਿੰਟੋ ਮਿੰਟ ਗਿਣ ਦੇਣਾ, ਭਾਵੇਂ ਕੰਪਿਊਟਰ ਵੀ ਨਹੀਂ ਗਿਣ ਸਕਦਾ ਉਹਦਾ। ਇੱਕ ਇੱਕ ਪੈਸਾ ਗਿਣ ਲੈਂਦੇ ਉਂਗਲਾਂ 'ਤੇ। ਅਤੇ ਜਪਜੀ ਸਾਹਿਬ ਦੇ 'ਤੇ 42-4300 ਸਾਰਾ ਅੱਖਰ ਹੈ। ਜੇ ਇੱਕ ਇੱਕ ਅੱਖਰ ਪੜ੍ਹਦੇ ਤਾਂ ਅੱਜ 50 ਸਾਲ ਦੀ ਉਮਰ ਤੱਕ ਜਪਜੀ ਸਾਹਿਬ ਦੇ ਕੰਠ ਹੋ ਹੀ ਜਾਣਾ ਸੀ। ਅਤੇ ਹੁਣ ਕੀ ਕਰੀਏ? ਪੜ੍ਹਨਾ ਕੋਈ ਹੈ ਨਹੀਂ, ਸਿੱਖਣਾ ਕੋਈ ਹੈ ਨਹੀਂ। ਗੁਰੂ ਸਾਹਿਬ ਦੇ ਕਹਿੰਦੇ ਨੀਕੇ ਗੁਣ ਗਾਵੋ ਮਿੱਠੇ ਮਿੱਠੀ ਰੋਗ।
ਵੀ ਚੰਗੀ ਤਰ੍ਹਾਂ ਗੁਣ ਗਾ ਪਰਮੇਸ਼ਰ ਦੇ, ਤੇਰਾ ਰੋਗ ਮਿਟ ਜੂ। ਜਪਜੀ ਸਾਹਿਬ ਸਿੱਖਿਆ ਕੋਈ ਨਹੀਂ, ਪੜ੍ਹਨਾ ਸਾਨੂੰ ਆਉਂਦਾ ਕੋਈ ਨਹੀਂ, ਰੋਗ ਕਿੱਥੋਂ ਮਿਟੇ ਹੁਣ ਜਦੋਂ ਗਲਤੀ ਪੜ੍ਹੀ ਜਾਣਾ ਹੈ। ਫਿਰ ਜਪਜੀ ਸਾਹਿਬ ਬਾਣੀ ਦਾ ਸਾਧ ਸੰਗਤ ਜੀ ਇਹ ਮਹਾਤਮ ਹੈ। ਗੁਰੂ ਨਾਨਕ ਸਾਹਿਬ ਜੀ ਦੀ ਆਪਣੀ ਰਚਨਾ ਤੇ ਮਹਾਰਾਜ ਆਪ ਹੀ ਪੜ੍ਹਦੇ ਰਹੇ ਹੈ, ਪ੍ਰਸੰਗ ਵਿੱਚ ਆਏ ਹੀ ਹੈ ਕਈ ਥਾਵਾਂ ਤੇ ਆਪ ਹੁਣ ਜਿਹਨੇ ਆਪ ਕੋਈ ਗੀਤ ਲਿਖਿਆ ਨਾ, ਉਹ ਬਾਰ-ਬਾਰ ਆਪਣਾ ਗੀਤ ਨਹੀਂ ਸੁਣਦਾ, ਉਹਨੂੰ ਪਤਾ ਮੈਂ ਇਹ ਬੋਲਿਆ ਏ, ਮੈਂ ਇਹ ਲਿਖਿਆ। ਤੇ ਗੁਰੂ ਨਾਨਕ ਸਾਹਿਬ ਜੀ ਆਪ ਬਾਣੀ ਪੜ੍ਹਦੇ ਰਹੇ। ਦਸੇ ਗੁਰੂ ਸਾਹਿਬਾਣੀ ਜਪਜੀ ਸਾਹਿਬ ਬਾਣੀ ਦਾ ਜਾਪ ਕਰਦੇ ਰਹੇ। ਫਿਰ ਜਦੋਂ ਸਰੀਰ ਸੱਚਖੰਡ ਪਿਆਨਾ ਕਰਨਾ ਹੁੰਦਾ, ਸਰੀਰ ਛੱਡਣਾ ਹੁੰਦਾ, ਤੇ ਜਪਜੀ ਸਾਹਿਬ ਬਾਣੀ ਮਾਰੇ ਪੜ੍ਹ ਕੇ ਬਿਰਾਜਦੇ ਰਹੇ। ਚਿਖਾ ਦੇ ਉੱਪਰ ਆਪਣੇ ਬਿਰਾਜਣ ਲੱਗਿਆਂ ਜਪਜੀ ਸਾਹਿਬ ਪੜ੍ਹਦੇ ਰਹੇ ਤੇ ਫਿਰ ਸਰੀਰ ਛੱਡਦੇ ਰਹੇ। ਗੁਰੂ ਨਾਨਕ ਸਾਹਿਬ ਜੀ ਵੀ ਇਸੇ ਤਰ੍ਹਾਂ ਹੀ, ਗੁਰੂ ਅੰਗਦ ਦੇਵ ਮਹਾਰਾਜ ਜੀ ਵੀ ਇਸੇ ਤਰ੍ਹਾਂ ਹੀ। ਕਿਸੇ ਵੇਲੇ ਇਤਿਹਾਸ 'ਚ ਹੋ ਸਕਦਾ ਵੀ ਨਾ ਲਿਖਿਆ ਜਾਏ, ਪਰ ਸਤਿਗੁਰੂ ਸੰਪੂਰਨ ਬਾਣੀ ਪੜ੍ਹਦੇ ਰਹੇ। ਜਪਜੀ ਸਾਹਿਬ ਬਾਣੀ ਦੀ ਢਿੱਲ ਨਹੀਂ ਕੀਤੀ ਕਿਸੇ ਪਾਤਸ਼ਾਹ ਜੀ ਨੇ ਵੀ। ਦੂਜੇ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਦਾ ਇੰਨਾ ਮਹਾਤਮ ਜਣਾਇਆ ਹੈ ਕਿ ਜਦੋਂ ਸ੍ਰੀ ਬੌਲੀ ਸਾਹਿਬ ਜੀ ਦੀ ਗੋਬਿੰਦਵਾਲ ਰਚਨਾ ਕੀਤੀ ਹੈ ਤੇ ਮਹਾਰਾਜ ਨੇ ਬੌਲੀ ਸਾਹਿਬ ਤੀਰਥ ਰਚ ਕੇ ਪਹਿਲਾਂ, ਤੇ ਉੱਥੇ ਇਹ ਮਰਿਆਦਾ ਬੰਨੀ ਮਹਾਰਾਜ ਜੀ ਨੇ ਕਿ ਭਾਈ ਬੌਲੀ ਸਾਹਿਬ 'ਚ ਇਸ਼ਨਾਨ ਕਰਕੇ ਸਣੇ ਕੇਸੀ ਤੇ ਪਹਿਲੀ ਪੌੜੀ 'ਤੇ ਬੈਠ ਕੇ ਜਪਜੀ ਸਾਹਿਬ ਕਰੇ, ਉਹਦੀ 1 ਲੱਖ ਜੂਨ ਕੱਟੀ ਜਾਊਗੀ। ਜਪਜੀ ਸਾਹਿਬ ਬਾਣੀ 1 ਲੱਖ ਜੂਨ ਕੱਟਦੀ ਹੈ ਇੱਕ ਪਾਠ ਨਾਲ ਹੀ ਬੌਲੀ ਸਾਹਿਬ ਵਿੱਚ। ਤੇ ਫਿਰ ਦੂਜੀ ਵਾਰ ਇਸ਼ਨਾਨ ਕਰੇ, ਦੂਜਾ ਪਾਠ ਕਰੇ ਜਪਜੀ ਸਾਹਿਬ ਦਾ। ਇਵੇਂ 84 ਇਸ਼ਨਾਨ 84 ਪਾਠ ਕਰੇ ਤੇ 84 ਲੱਖ ਜੂਨਾਂ ਹੀ ਕੱਟੀਆਂ ਜਾਣਗੀਆਂ। ਇੰਨਾ ਮਹਾਤਮ ਜਪਜੀ ਸਾਹਿਬ ਦਾ ਹੈ। ਕੋਈ ਐਸੀ ਬਾਣੀ ਹੈ, ਕੋਈ ਐਸਾ ਮੰਤਰ ਜਿਹੜਾ 84 ਲੱਖ ਜੂਨ ਹੀ ਕੱਟ ਕੇ ਰੱਖ ਦੇਵੇ? ਐਸਾ ਕਿਹੜਾ ਪੈਗੰਬਰ ਹੈ ਜਿਹਨੇ ਐਸਾ ਮਹਾਤਮ ਦੱਸਿਆ ਜਾਂ ਦਿੱਤਾ? ਫਿਰ ਗੁਰੂ ਅਮਰਦਾਸ ਜੀ ਨੇ ਇੰਨਾ ਜਪਜੀ ਸਾਹਿਬ ਦਾ ਮਹਾਤਮ ਜਣਾਇਆ ਹੈ। ਅੱਜ ਜਿੱਥੇ ਸੰਨ ਸਾਹਿਬ ਗੁਰਦੁਆਰਾ ਸਾਹਿਬ ਸੁਭਾਏਮਾਨ ਹੈ, ਉੱਥੇ ਚਲੋ ਸਾਨੂੰ ਨਹੀਂ ਪਤਾ ਵੀ ਅਸੀਂ ਜਾਂਦੇ ਹਾਂ, ਉਹ ਸਿੱਧਾ ਹੀ ਸੰਨ ਸਾਹਿਬ ਵਾਲੇ ਸਥਾਨ ਤੋਂ ਲੰਘ ਜਾਂਦੇ, ਕਹਿੰਦੇ ਜੀ ਜੂਨਾਂ ਕੱਟੀਆਂ ਗਈਆਂ। ਅਸਲ ਵਿੱਚ ਗੁਰੂ ਨੇ ਮਰਿਆਦਾ ਦੱਸੀ ਆ ਵੀ ਸ੍ਰੀ ਜਪਜੀ ਸਾਹਿਬ ਮਨ ਚਿੱਤ ਇਕਾਗਰ ਕਰਕੇ ਪੜ੍ਹ ਕੇ ਉੱਥੇ ਸੰਨ ਸਾਹਿਬ ਵਾਲੇ ਸਥਾਨ 'ਤੇ ਅਰਦਾਸ ਕਰਕੇ ਜਿਹੜਾ ਸੰਨ ਸਾਹਿਬ ਵਾਲੇ ਸਥਾਨ ਤੋਂ ਲੰਘ ਜਾਊਗਾ ਨਾ ਪਾਰ, ਉਹਦੀ 84 ਲੱਖ ਜੂਨ ਕੱਟੀ ਜਾਊਗੀ। ਇੱਕ ਜਪਜੀ ਸਾਹਿਬ ਪਾਠ ਦੇ ਨਾਲ ਹੀ 84 ਲੱਖ ਜੂਨ ਹੀ ਕੱਟੀ ਜਾਊਗੀ। ਇੰਨਾ ਫਲ ਗੁਰੂ ਅਮਰਦਾਸ ਜੀ ਨੇ ਜਣਾਇਆ ਹੈ। ਤੇ ਗੁਰੂ ਅਮਰਦਾਸ ਮਹਾਰਾਜ ਆਪ 84 ਪਾਠ ਕਰਦੇ ਰਹੇ ਆ ਰੋਜ਼ ਦੇ। ਕਿੰਨੇ ਪਾਠ ਕਰਦੇ ਜਾਣਾ, ਪੁੱਠੇ ਚਰਨੀ ਜਾਣਾ। ਜਿੱਥੇ ਦਮਦਮਾ ਸਾਹਿਬ ਸਥਾਨ ਬਣਿਆ ਉੱਥੇ ਜਪਜੀ ਸਾਹਿਬ ਬਾਣੀ ਦਾ ਭੋਗ ਪਾ ਕੇ ਅਰਦਾਸ ਕਰਕੇ ਕਹਿਣਾ, ਗੁਰੂ ਅੰਗਦ ਦੇਵ ਮਹਾਰਾਜ ਜੀ ਹੁਣ ਅਸੀਂ ਪਿੱਠ ਕਰ ਰਹੇ ਹਾਂ, ਸਾਨੂੰ ਮਾਫ਼ ਕਰਿਓ। ਚੌਥੇ ਪਾਤਸ਼ਾਹ ਮਹਾਰਾਜ ਜਪਜੀ ਸਾਹਿਬ ਬਾਣੀ ਦਾ ਜਾਪ ਕਰਦੇ ਰਹੇ। ਫਿਰ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦਾ ਸਿੱਖ ਜੋ ਭਾਈ ਲੱਖੂ ਜੀ ਸੀ, ਜਦੋਂ ਉਹਨਾਂ ਨੇ ਚਰਨਾ ਅੰਮ੍ਰਿਤ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ ਦੀ ਲਈ ਹੈ ਤੇ ਗੁਰੂ ਸਾਹਿਬ ਜੀ ਨੇ ਸਿੱਖਿਆ ਦਿੱਤੀ, ਸੋ ਉਪਦੇਸ਼ ਦਿੱਤਾ ਵੀ ਭਾਈ ਲੱਖੂ ਜੀ ਜਪਜੀ ਸਾਹਿਬ ਦਾ ਪਾਠ ਕਰਨਾ। ਤੇ ਉਹਨਾਂ ਨੇ ਅੱਗੋਂ ਪ੍ਰਣ ਕਰ ਲਿਆ, ਮਹਾਰਾਜ ਮੈਂ ਇੱਕ ਨਹੀਂ ਮੈਂ 21 ਪਾਠ ਕਰਿਆ ਕਰਾਂਗਾ। ਭਾਈ ਲੱਖੂ ਜੀ 21 ਪਾਠ ਰੋਜ਼ ਕਰਦੇ ਸਨ ਜਪਜੀ ਸਾਹਿਬ ਦੇ। ਤੇ ਲਾਹੌਰ ਵਿੱਚ ਬਾਣੀ ਪੜ੍ਹਦੇ ਤੁਰਿਆ ਫਿਰਿਆ ਕਰਦੇ। ਇੰਨੀ ਮਹਿਮਾ ਹੋ ਗਈ ਵੀ ਸਾਰੇ ਸਿੱਖ ਸਿੱਖਣੀਆਂ ਮਾਈਆਂ ਬੀਬੀਆਂ ਕਿਹਾ ਕਰਨ ਵੀ ਬ੍ਰਹਮ ਗਿਆਨੀ ਨੂੰ ਭੋਜਨ ਪ੍ਰਸ਼ਾਦਾ ਅਸੀਂ ਛਕਾਉਣਾ। ਇੱਕ ਦੂਜੀਆਂ ਮਾਈਆਂ ਨੇ ਆਪੋ ਵਿੱਚ ਹੀ ਕਰਿਆ ਕਰਨਾ, ਅੱਜ ਮੈਂ ਛਕਾਉਣਾ ਪ੍ਰਸ਼ਾਦਾ, ਉਹਨੇ ਕਹਿਣਾ ਮੈਂ ਛਕਾਉਣਾ ਅੱਜ। ਇੰਨੀ ਮਹਿਮਾ ਫੈਲ ਗਈ ਸੀ। ਜਪਜੀ ਸਾਹਿਬ ਦੇ 21 ਪਾਠ ਭਾਈ ਲੱਖੂ ਜੀ ਕਰਦੇ ਤੇ ਉਹਨਾਂ ਦੇ ਬਚਨ 'ਚ ਇੰਨੀ ਸ਼ਕਤੀ ਕਿ ਭਾਈ ਬੁੱਧੂ ਦਾ ਆਵਾ ਕੱਚਾ ਰਹਿ ਗਿਆ ਸੀ ਇੱਕ ਬਚਨ ਕਹਿਣ ਨਾਲ ਹੀ। ਫਿਰ ਭਾਈ ਗੋਪਾਲਾ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਬਾਣੀ ਜਪਜੀ ਸਾਹਿਬ ਪੜ੍ਹਨ ਦਾ ਇੰਨਾ ਮਹਾਤਮ ਦਰਸਾਇਆ ਛੇਵੇਂ ਪਾਤਸ਼ਾਹ ਜੀ ਨੇ ਵੀ ਜੇ ਕੋਈ ਜਪਜੀ ਸਾਹਿਬ ਬਾਣੀ ਦਾ ਸ਼ੁੱਧ ਪਾਠ ਸਾਨੂੰ ਸੁਣਾ ਦੇ ਤਾਂ ਉਹਨੂੰ ਗੁਰਤਾ ਹੀ ਬਖਸ਼ ਦਿਆਂਗੇ। ਭਾਈ ਗੋਪਾਲਾ ਜੀ ਨੇ ਸ਼ੁੱਧ ਪਾਠ ਸੁਣਾਇਆ ਸੀ। ਬਿਰਤੀ ਖਿੰਡਣੇ ਕਰਕੇ ਉਹ ਗੱਦੀ ਰਹਿ ਗਈ, ਨਹੀਂ ਤੇ ਗੱਦੀ ਪ੍ਰਾਪਤ ਹੋ ਜਾਣੀ ਸੀ।
ਸਤਵੇਂ ਪਾਤਸ਼ਾਹ ਮਹਾਰਾਜ ਜੀ ਜਦੋਂ ਜੋਤੀ ਜੋਤ ਸਮਾਏ ਹੈ, ਜਪਜੀ ਸਾਹਿਬ ਦਾ ਪਾਠ ਕਰਕੇ ਬਰਾਜੇ ਦੇ ਮਾਰਨ ਸਰੀਰ ਛੱਡਿਆ। ਅਤੇ ਜਦੋਂ ਇੱਕ ਬ੍ਰਾਹਮਣ ਦਾ ਸਪੁੱਤਰ ਚੜ੍ਹਾਈ ਕਰ ਗਿਆ ਸੀ 12 ਸਾਲਾਂ ਦਾ, ਉਦੋਂ ਭਾਈ ਭਗਤੂ ਜੀ ਦੇ ਸਪੁੱਤਰ ਭਾਈ ਮਹਿਮਾ ਜੀ ਨੇ ਵੀ ਜਪਜੀ ਸਾਹਿਬ ਬਾਣੀ ਪੜ੍ਹੀ ਅਤੇ ਆਪਣਾ ਸਰੀਰ ਛੱਡਿਆ ਸੀ। ਆਪਣਾ ਸਰੀਰ ਛੱਡ ਕੇ ਦੇ ਕੇ ਅਤੇ ਬ੍ਰਾਹਮਣ ਦਾ ਪੁੱਤਰ ਜੀਵਤ ਕੀਤਾ ਸੀ। ਸਾਰੇ 8ਵੇਂ ਪਾਤਸ਼ਾਹ ਜੀ 9ਵੇਂ ਪਾਤਸ਼ਾਹ ਜੀ ਦੇ ਜਦੋਂ ਜੋਤੀ ਜੋਤ ਸਮਾਉਣ ਲੱਗੇ ਹੈ, ਜਦੋਂ ਔਰੰਗਜ਼ੇਬ ਕਹਿੰਦਾ ਵੀ ਤੁਹਾਡਾ ਸੀਸ ਅੱਜ ਕੱਟ ਦੇਣਾ ਹੈ, ਉਦੋਂ ਮਹਾਰਾਜ ਜੀ ਨੇ ਉਹ ਸਥਾਨ ਜਿੱਥੇ ਮਹਾਰਾਜ ਸ਼ਹੀਦੀ ਸਥਾਨ ਬਣਿਆ ਹੋਇਆ ਹੈ, ਜਪਜੀ ਸਾਹਿਬ ਦਾ ਪਾਠ ਕਰਕੇ ਭੋਗ ਪਾ ਕੇ ਸੀਸ ਆਪਣਾ ਹੇਠਾਂ ਵੱਲ ਝੁਕਾਇਆ ਸੀ। ਅਤੇ ਉਦੋਂ ਮਹਾਰਾਜ ਨੇ ਆਪਣਾ ਸੀਸ ਜਿਹੜਾ ਕਲਾ ਵਰਤਾ ਕੇ ਉਡਾ ਦਿੱਤਾ ਸੀ 9ਵੇਂ ਪਾਤਸ਼ਾਹ ਜੀ ਨੇ। 10ਵੇਂ ਪਾਤਸ਼ਾਹ ਮਹਾਰਾਜ ਜੀ ਅਤੇ ਜਪਜੀ ਸਾਹਿਬ ਬਾਰੇ ਆਪ ਬਚਨ ਕਹਿ ਰਹੇ ਹੈ ਕਿ ਜਿਹੜਾ ਜਪਜੀ ਸਾਹਿਬ ਦੇ ਜਾਪ ਸਾਹਿਬ ਨਹੀਂ ਪੜ੍ਹਦਾ, ਉਹਦੇ ਬਿਸ਼ਟਾ ਦਾ ਗੰਦਗੀ ਦਾ ਕੀੜਾ ਹੈ ਅਤੇ ਜਨਮ ਉਹਨੇ ਆਪਣਾ ਵਿਅਰਥੀ ਗਵਾ ਲਿਆ। ਉਹ ਕਰਦਾ ਕੀ ਹੈ ਜਨਮ ਲੈ ਕੇ, ਜਿਹੜਾ ਪੜ੍ਹਦਾ ਨਹੀਂ ਹੈ। ਇਵੇਂ ਸਤਿਗੁਰੂ ਮਹਾਰਾਜ ਜੀ ਦੀ ਜਿਹੜੀ ਬਾਣੀ ਦੀ ਮਹਿਮਾ 5ਵੀਂ ਰੁੱਤ ਵਿੱਚ ਵੀ ਸਾਧ ਸੰਗਤ ਜੀ ਬੜੀ ਆਵੇਗੀ। ਜਪਜੀ ਸਾਹਿਬ ਦੀ ਮਹਿਮਾ 10ਵੇਂ ਪਾਤਸ਼ਾਹ ਜੀ ਦੀ ਕਥਾ ਵਿੱਚ। ਅਤੇ ਇਸੇ ਤਰ੍ਹਾਂ ਭਾਈ ਸੰਤੋਖ ਸਿੰਘ ਜੀ ਨੇ ਜਪਜੀ ਸਾਹਿਬ ਦੀ ਮਹਾਨਤਾ ਸ੍ਰੀ ਗਰਭਗੰਜੀ ਸਟੀਕ 'ਚ ਲਿਖੀ ਹੋਈ ਹੈ, ਜਿਹਦੇ ਵਿੱਚ ਜਪਜੀ ਸਾਹਿਬ ਦੇ ਅਰਥ ਬੜੇ ਸੂਖਮ ਕੀਤੇ ਹੋਏ ਹੈ। ਜਿਵੇਂ ਇੱਥੇ ਆਇਆ ਹੈ ਨਾ ਕਿ ਵੀ ਜਿਹੜਾ ਗੁਰੂ ਕਾ ਸਿੱਖ 'ਤੇ ਨਾਮ ਰਖਾੜਿਆ ਪਰ ਜਪਜੀ ਸਾਹਿਬ ਕੰਠ ਨਹੀਂ ਕੀਤਾ, ਪੜ੍ਹਦਾ ਨਹੀਂ ਹੈ, ਤਾਂ ਉਹਦੇ ਬਾਰੇ ਲਿਖਿਆ ਹੈ, ਨਾਮ ਧਰਿਓ ਗੁਰ ਸਿੱਖ ਨਿਜ, ਜਪਜੀ ਕੰਠ ਨਾ ਕੀਨ, ਤੰਦਲ ਬਿਨ ਤੁਖ ਕਾਮ ਕਿਹ, ਨਿਸਫਲ ਇਸ ਬਿਦ ਚੀਨ। ਕਹਿੰਦੇ ਜਿਵੇਂ ਵੀ ਨਾਮ 'ਤੇ ਰੱਖ ਲਿਆ ਆਪਣਾ ਸਿੱਖ ਵੀ ਮੈਂ ਗੁਰੂ ਕਾ ਸਿੱਖ ਹਾਂ, ਅਤੇ ਜਪਜੀ ਸਾਹਿਬ ਕੰਠ ਨਹੀਂ ਕੀਤਾ, ਸਾਰੀ ਉਮਰ ਹੀ ਲਗਾ ਦਿੱਤੀ। ਤੰਦਲ ਬਿਨ ਤੁਖ ਕਾਮ ਕਿਹ, ਹੁਣ ਜਿਹੜਾ ਚੌਲ ਤੋਂ ਬਿਨਾਂ ਉਹਦਾ ਬਾਹਰਲਾ ਤੁਖ ਕਿਸ ਕੰਮ ਹੈ ਭਲਾ, ਛਿੱਕੜ ਉਹਦਾ ਛਿਲਕਾ ਕਿਸ ਕੰਮ ਹੈ ਭਲਾ, ਜਦੋਂ ਅੰਦਰ ਚੌਲ ਹੀ ਨਹੀਂ ਹੈਗਾ। ਇਸੇ ਤਰ੍ਹਾਂ ਜਿਹੜਾ ਸਿੱਖ ਬਣਿਆ ਨਾ ਝੂਠਾ ਸਾਡੇ ਵਰਗਾ, ਵੀ ਜਪਜੀ ਸਾਹਿਬ ਦੇ ਪੜ੍ਹਦਾ ਕੋਈ ਨਹੀਂ ਹੈ, ਉਹ ਤੁਖ ਦੀ ਨਿਆਈ ਹੈ, ਅਤੇ ਚੌਲ ਜਪਜੀ ਸਾਹਿਬ ਰੂਪੀ ਚੌਲ ਅੰਦਰ ਹੈ ਹੀ ਨਹੀਂ ਹੈ ਖਾਣ ਵਾਲਾ। ਉਸੇ ਤਰ੍ਹਾਂ ਦਾ ਹਾਲ ਜਿਵੇਂ ਚੌਲ ਤੋਂ ਬਿਨਾਂ ਧੁਖਾਂ ਨੂੰ ਵੱਜਦੇ ਨਾ ਮੂੰਗਲੇ, ਇਸੇ ਤਰ੍ਹਾਂ ਸਾਡੇ ਸਰੀਰ ਰੂਪੀ ਧੁਖਾਂ ਨੂੰ ਮੂੰਗਲੇ ਵੱਜਣੇ ਰੱਬ ਦੀ ਦਰਗਾਹ ਵਿੱਚ ਜਿਹੜੇ ਜਪਜੀ ਸਾਹਿਬ ਨਹੀਂ ਪੜ੍ਹਦੇ। ਇੱਥੇ ਤਾਂ ਕੋਈ ਸਾਧ ਸੰਗਤ ਜੀ ਬਹਾਨਾ ਹੀ ਨਹੀਂ ਹੈ। ਕੋਈ ਜੇ ਗੱਲ ਕਹੇ ਮੈਂ ਜੀ ਅਨਪੜ੍ਹ ਹਾਂ, ਵਾਹਿਗੁਰੂ ਵਾਹਿਗੁਰੂ ਕਰਦਾ ਹਾਂ, ਪਰ ਆਪ ਤੁਸੀਂ ਸਿਆਣੇ ਹੋ, ਜਿਸ ਗੁਰੂ ਨੂੰ ਮੰਨਣ ਵਾਲੇ ਹੋਈਏ ਉਹ ਗੁਰੂ ਦੀ ਰਚਨਾ ਤੋਂ ਵਾਂਝੇ ਰਹਿ ਜੇ, ਕਿੱਡੀ ਮਾੜੀ ਗੱਲ ਹੈ। ਅਸੀਂ ਕਿੰਨੇ ਕਿੰਨੇ ਕੰਮ ਕਰਦੇ ਆਏ ਹਾਂ, ਸਾਨੂੰ ਕੀ ਕੁਝ ਨਹੀਂ ਯਾਦ, ਸਾਨੂੰ ਬਚਪਨ ਦੀਆਂ ਗੱਲਾਂ ਯਾਦ, ਸਾਨੂੰ ਜਵਾਨੀ ਦੀਆਂ ਹਰਕਤਾਂ ਮਾੜੀਆਂ ਯਾਦ ਹੈ, ਅਤੇ ਜਪਜੀ ਸਾਹਿਬ ਕਿਉਂ ਨਾ ਯਾਦ ਕੀਤਾ। ਇਹ ਤਾਂ ਬੜੀ ਸੂਖਮ ਵਿਚਾਰ ਹੈ, ਬੜੀ ਇਹ ਸਾਧ ਸੰਗਤ ਜੀ ਇਹ ਤਾਂ ਢਲਿਆਈ ਵਾਲੀ ਗੱਲ ਹੈ। ਇਹ ਆਲਸ ਹੈ ਸਾਡਾ, ਜਿਹੜਾ ਅਸੀਂ ਪੜ੍ਹਦੇ ਨਹੀਂ ਮਹਾਰਾਜ ਦੀ ਬਾਣੀ। ਜਪਜੀ ਸਾਹਿਬ ਦੇ ਸਾਡੀ ਮੁੱਢ ਰੂਪ ਬਾਣੀ ਹੈ। ਜਿਹੜੇ ਮਹਾਂਪੁਰਸ਼ ਇਹੀ ਕਹਿੰਦੇ ਇੱਕ ਓਂਕਾਰ 'ਚ ਮੂਲ ਮੰਤਰ ਦੀ ਕਥਾ ਹੈ, ਮੂਲ ਮੰਤਰ 'ਚ ਜਪਜੀ ਸਾਹਿਬ ਦੀ ਕਥਾ ਹੈ, ਜਪਜੀ ਸਾਹਿਬ 'ਚ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਹੈ। ਜਪਜੀ ਸਾਹਿਬ ਬ੍ਰਹਮ ਗਿਆਨ ਬਖਸ਼ਦੀ ਹੈ ਬਾਣੀ। ਇਹ ਜਪਣੇ ਯੋਗ ਹੈ, ਜਾਣਨੇ ਯੋਗ ਹੈ। ਜਪ ਕਹੀਏ ਇਹ ਪੜ੍ਹਨ ਦੀ ਇਹਨੂੰ ਆਗਿਆ ਹੈ ਸਾਨੂੰ, ਅਤੇ ਇਹ ਸਰੂਪ ਪਰਮੇਸ਼ਰ ਦੇ ਸਰੂਪ ਨੂੰ ਪ੍ਰਗਟ ਕਰਨ ਵਾਲਾ ਚਿੰਨ੍ਹ ਹੈ ਜਪਜੀ ਸਾਹਿਬ। ਇਵੇਂ ਜਪਜੀ ਸਾਹਿਬ ਪੜ੍ਹਨੀ ਚਾਹੀਦੀ ਬਾਣੀ। ਇਹ ਬਾਣੀ ਦਾ ਮਹਾਤਮ ਸਾਧ ਸੰਗਤ ਜੀ ਜਿਹੜਾ ਜਪਜੀ ਸਾਹਿਬ ਦਾ ਸਤਿਗੁਰੂ ਜੀ ਨੇ ਜਣਾਇਆ, ਕਵੀ ਸਾਹਿਬ ਜੀ ਨੇ ਆਪਣੇ ਵੱਲੋਂ ਵੀ ਜਣਾਇਆ, ਗੁਰੂ ਸੱਚੇ ਪਾਤਸ਼ਾਹ ਜੀ ਦੀ ਫਿਰ ਹੋਰ ਤੁਸੀਂ ਮਹਿਮਾ ਵੇਖੋ। 10ਵੇਂ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ ਹੈ, ਉਦੋਂ ਮੂਲ ਮੰਤਰ ਨਹੀਂ ਪਹਿਲਾਂ ਪੜ੍ਹਿਆ, ਕੋਈ ਗੁਰਮੰਤਰ ਨਹੀਂ ਪੜ੍ਹਿਆ। ਇਹ ਉਹਨਾਂ ਲੋਕਾਂ ਨੂੰ ਸਿੱਖਿਆ ਹੈ ਗੁਰੂ ਘਰ ਦੀ, ਇਹ ਉਹਨਾਂ ਨੂੰ ਇਹ ਸੁਨੇਹਾ ਗੁਰੂ ਘਰ ਵੱਲੋਂ ਜਿਹੜੇ ਕਹਿੰਦੇ ਨਾ ਵੀ ਨਾਂ ਵੀ ਜਪਣਾ। ਜਿਵੇਂ ਕਾਰ ਸੇਵਾ ਵਿੱਚ ਕਾਰ ਸੇਵਾ ਵਾਲੇ ਬਾਬਿਆਂ ਦੇ ਇਹੀ ਕਹਿਣਾ, ਜਦੋਂ ਅੰਮ੍ਰਿਤ ਵੇਲੇ ਕੋਈ ਬਾਣੀ ਪੜ੍ਹੇ ਤਾਂ ਉਹ ਕਹਿੰਦੇ ਲਓ ਹੁਣ ਨਾਮ ਜਪਣ ਦਾ ਵੇੜਾ, ਅਤੇ ਤੂੰ ਗੁਟਕਾ ਸਾਹਿਬ ਲੈ ਕੇ ਬਹਿ ਗਿਆ।
ਉਹ ਅਸਲ ਵਿੱਚ ਵਿਚਾਰਿਆਂ ਨੂੰ ਉਹਨਾਂ ਨੂੰ ਨਹੀਂ ਪਤਾ ਵੀ ਗੁਰਬਾਣੀ ਨਾਮ ਹੀ ਹੈ ਕਈਆਂ ਨੂੰ, ਅਤੇ ਇਹ ਉਹ ਬਾਣੀ ਨੂੰ ਵੱਖਰਾ ਮੰਨਦੇ ਹੈ। ਅਤੇ ਕਈ ਲੋਕ ਕਹਿੰਦੇ ਆ ਜਿਹੜੇ ਆਲਸੀ ਹੈ ਨਾ, ਮੇਰੇ ਵਰਗੇ ਕੋਈ ਪੜ੍ਹਨਾ ਨਹੀਂ ਚਾਹੁੰਦੇ ਪਾਠ ਜਪਜੀ ਸਾਹਿਬ ਦਾ, ਕਹਿੰਦੇ ਗੁਰਬਾਣੀ ਵਿੱਚ ਹੀ ਨਾਮ ਜਪਣ ਨੂੰ ਕਿਹਾ ਸੀ, ਨਾਮ ਤੇ ਜਪ ਰਹੇ, ਵਾਹਿਗੁਰੂ ਵਾਹਿਗੁਰੂ ਕਰ ਰਹੇ। ਹੁਣ ਦਸਵੇਂ ਪਿਤਾ ਜੀ ਨੇ ਜਦੋਂ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ ਅਤੇ ਸੱਚੇ ਪਾਤਸ਼ਾਹ ਜੀ ਕਿਹੜੇ ਅਣਜਾਣ ਸਨ, ਮਹਾਰਾਜ ਮੂਲ ਮੰਤਰ ਹੀ ਪੜ੍ਹ ਦਿੰਦੇ, ਗੁਰਮੰਤਰ ਹੀ ਪੜ੍ਹ ਦਿੰਦੇ, ਉਹ ਵੀ ਤਾਂ ਨਾਮ ਹੀ ਹੈ। ਪਰ ਜਪਜੀ ਸਾਹਿਬ ਬਾਣੀ ਪੜ੍ਹੀ ਹੈ, ਪਰ ਜਾਪ ਸਾਹਿਬ ਪੜ੍ਹੀ ਹੈ, ਤੈ ਪ੍ਰਸਾਦ ਸਵਈਏ ਬਾਣੀ ਪੜ੍ਹੀ ਹੈ, ਸ੍ਰੀ ਚੌਪਈ ਸਾਹਿਬ ਬੇਨਤੀ ਪੜ੍ਹੀ ਹੈ, ਸ੍ਰੀ ਆਨੰਦ ਸਾਹਿਬ ਬਾਣੀ ਪੜ੍ਹੀ, 5 ਬਾਣੀਆਂ ਪੜ੍ਹੀਆਂ ਅਤੇ ਉਹਦੇ 'ਤੇ ਕੋਈ ਮੂਲ ਮੰਤਰ ਗੁਰਮੰਤਰ ਨਹੀਂ ਪੜ੍ਹਿਆ ਅਤੇ ਉਹਨੂੰ ਅੰਮ੍ਰਿਤ ਦਾ ਨਾਮ ਦਿੱਤਾ ਗਿਆ ਹੈ। ਸਿੱਖ ਨੂੰ ਮੂਲ ਮੰਤਰ ਦ੍ਰਿੜਾਇਆ ਪਹਿਲਾ ਸਭ ਤੋਂ, ਅਤੇ ਮੂਲ ਮੰਤਰ ਕਿੱਥੇ ਆਉਂਦਾ, ਹੁਣ ਜਪਜੀ ਸਾਹਿਬ ਜੀ ਆਉਂਦਾ, ਕਿੱਥੇ ਆਉਂਦਾ। ਫਿਰ ਗੁਰਮੰਤਰ ਅਤੇ ਰਹਿਤ ਮਰਿਆਦਾ 'ਚ ਦੱਸਿਆ, ਭਾਈ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਨਾਮ ਅਭਿਆਸ ਕਰਕੇ ਫਿਰ ਚੜ੍ਹੇ ਦਿਨ ਗੁਰਬਾਣੀ ਗਾਵੇ। 5 ਬਾਣੀਆਂ ਦਾ ਜਾਪ ਸਿੱਖ ਨੇ ਰੋਜ਼ ਕਰਨਾ ਹੀ ਕਰਨਾ, ਜੋ ਮਰਜ਼ੀ ਹੋ ਜਾਵੇ। ਸ਼ਾਮ ਨੂੰ ਰਹਿਰਾਸ ਸਾਹਿਬ ਕਰਨੀ ਕਰਨੀ ਹੈ, ਸੌਣ ਵੇਲੇ ਕੀਰਤਨ ਸੋਹਿਲਾ ਸਾਹਿਬ ਪੜ੍ਹਨਾ ਹੀ ਪੜ੍ਹਨਾ ਹੈ। ਇਹ ਜਣਾਇਆ ਮਹਾਰਾਜ ਜੀ ਨੇ। ਕੋਈ ਢਿੱਲ ਨਹੀਂ ਕਰਨੀ, ਇਹ ਨਹੀਂ ਕਹਿਣਾ ਅੱਜ ਜੀ ਮੀਂਹ ਪੈ ਗਿਆ ਸੀ, ਅੱਜ ਤਾਂ ਬਰਫ਼ ਵਰਨ ਦੀ ਸੀ, ਕਿ ਇਸ਼ਨਾਨ ਨਹੀਂ ਕੀਤਾ ਤਾਂ ਨਹੀਂ ਕੀਤਾ। ਨਾ ਤਾਂ ਅਸੀਂ ਠੰਡਾਂ ਵਿੱਚ ਆਪਣੇ ਕੰਮ ਛੱਡਦੇ ਹਾਂ, ਨਾ ਹੀ ਰੋਟੀ ਛੱਡਦੇ ਹਾਂ। ਇਹ ਫਿਰ ਗੁਰੂ ਕੀ ਬਾਣੀ ਕੋ ਛੱਡੀਏ। ਅਸਲ ਵਿੱਚ ਮਨੁੱਖ ਆਲਸੀ ਹੈ। ਮਨੁੱਖ ਗੁਰੂ ਦਾ ਦਿੱਤਾ ਹੋਇਆ ਜਨਮ ਪਾ ਕੇ ਉੱਥੋਂ ਭੁੱਲ ਗਿਆ ਹੈ, ਸੋਚਦਾ ਵੀ ਮੈਂ ਆਪੇ ਜੰਮਿਆ ਅਤੇ ਆਪੇ ਖੱਟ ਖਟਾ ਕੇ ਇੱਥੋਂ ਚਲਿਆ ਜਾਣਾ। ਭੁੱਲ ਹੈ ਮਨੁੱਖ ਦੀ ਬੜੀ ਤਗੜੀ। ਮਤ ਕੋ ਭਰਮ ਭੁੱਲੇ ਸੰਸਾਰ, ਗੁਰ ਬਿਨ ਕੋਈ ਨਾ ਉਤਰ ਸਪਾਰ। ਗੁਰੂ ਤੋਂ ਬਿਨਾਂ ਕੋਈ ਪਾਰ ਨਹੀਂ ਉਤਰਿਆ ਜਿਹੜੇ ਗੁਰੂ ਕੇ ਬਚਨਾਂ ਨੂੰ ਨਹੀਂ ਮੰਨਦੇ। ਅੰਦਰਲੀ ਅਵਸਥਾ ਬਣਾਉਣੀ ਤਾਂ ਬੜੀ ਔਖੀ ਹੈ। ਕਮ ਸੇ ਕਮ ਅਸੀਂ ਬਾਹਰਲੀ ਅਵਸਥਾ ਹੀ ਸਾਧ ਸੰਗਤ ਜੀ ਆਪਣੀ ਬਣਾ ਲਈਏ, ਬਾਹਰੋਂ ਹੀ ਕੁਝ ਕਰ ਲਈਏ। ਅੰਦਰ ਤਾਂ ਬਹੁਤ ਉੱਚੀ ਖੇਡ ਹੈ। ਜੇ ਅੰਦਰ ਚੀਜ਼ਾਂ ਕੁਝ ਹੋ ਗਈਆਂ ਤਿਆਰ, ਫਿਰ ਤਾਂ ਸਭ ਚੀਜ਼ਾਂ ਹੀ ਖਤਮ ਹੋ ਜਾਣੀਆਂ। ਇਵੇਂ ਬਾਹਰੋਂ ਆਪਾਂ ਜਿਹੜੇ ਨਾ ਆਪਣੀ ਬਾਹਰੋਂ ਹੀ ਕੋਈ ਸੁਚਮਤਾਈ ਕਰ ਲਈਏ, ਬਾਹਰੋਂ ਹੀ ਕੁਝ ਦਿਖਾਵੇ ਮਾਤਰ ਹੀ ਪੜ੍ਹਾ ਲਈਏ, ਅਤੇ ਸੱਚੇ ਪਾਤਸ਼ਾਹ ਜੀ ਅੱਗੇ ਕਹਿ ਦੇ ਸਕਾਂਗੇ ਮਹਾਰਾਜ ਜਿੰਨਾ ਹੋ ਸਕਿਆ ਤੁਸਾਂ ਨੇ ਕਰਾਇਆ ਉਹਨਾਂ ਕੀਤਾ ਹੈ। ਇਵੇਂ ਸਾਧ ਸੰਗਤ ਜੀ ਜਪਜੀ ਸਾਹਿਬ ਬਾਣੀ ਦਾ ਮਹਾਤਮ ਮਹਾਰਾਜ ਜੀ ਨੇ ਜਣਾਇਆ। ਜਪਜੀ ਸਾਹਿਬ ਬਾਣੀ ਨੂੰ ਪੜ੍ਹਦੇ ਸਨ ਕੌਣ? ਭਾਈ ਮਤੀ ਦਾਸ ਜੀ, ਜਿਨ੍ਹਾਂ ਦੇ ਐਸਾ ਬ੍ਰਹਮ ਗਿਆਨ ਪ੍ਰਾਪਤ ਹੋਇਆ ਹੈ। 2 ਫਾੜ ਕਰ ਦਿੱਤੇ ਸਰੀਰ ਦੇ, ਅਤੇ 5 ਪ੍ਰਵਾਨ 5 ਪ੍ਰਧਾਨ ਇੱਥੇ ਪੌੜੀ ਆਈ ਹੈ। ਇੱਥੇ ਜੇ ਪੜ੍ਹ ਰਹੇ ਅਤੇ ਆਰਾ ਸੀਸ ਉੱਪਰ ਟਿਕਾ ਦਿੱਤਾ ਹੈ। 2 ਫਾੜੇ ਕਰ ਦਿੱਤੇ 16ਵੀਂ ਪੌੜੀ ਸਮਾਪਤ ਹੁੰਦਿਆਂ ਤੱਕ, ਕਿਉਂਕਿ ਆਰਾ ਸਰੀਰ 'ਚ ਫਿਰਨਾ ਸੌਖਾ ਹੀ ਹੈ। ਇਹ ਤਾਂ ਲੱਕੜ 'ਚ ਫਿਰ ਜਾਂਦਾ ਅਤੇ ਸਰੀਰ 'ਤੇ ਬਹੁਤ ਨਰਮ ਹੁੰਦਾ। 2 ਫਾੜ ਕਰ ਦਿੱਤੇ, ਪਰ ਭਾਈ ਮਤੀ ਦਾਸ ਜੀ ਦੇ ਦੋਨੇ ਟੋਟਿਆਂ ਵਿੱਚੋਂ ਅਸੰਖ ਜਪ, ਅਸੰਖ ਭਾਓ, ਅਸੰਖ ਪੂਜਾ, ਅਸੰਖ ਤਪਤਾਓ, 2-2 ਆਵਾਜ਼ਾਂ ਆਉਂਦੀਆਂ। ਇਹ ਜਪਜੀ ਸਾਹਿਬ ਬਾਣੀ ਦਾ ਹੀ ਹੈ ਨਾ ਫਲ। ਬਾਬਾ ਦੀਪ ਸਿੰਘ ਜੀ 101 ਪਾਠ ਕਰਦੇ ਰਹੇ ਜਪਜੀ ਸਾਹਿਬ ਦਾ। ਧਰਤੀ ਵਿੱਚ ਪਾਣੀ ਵਾਲੀ ਦੇਗ ਗੱਡ ਕੇ ਅਤੇ ਛੋਲੇ ਖਾ ਕੇ ਅਤੇ ਬੇਰ ਖਾ ਕੇ ਗੁਜ਼ਾਰਾ ਕੀਤਾ, ਅਤੇ 101 ਪਾਠ ਜਪਜੀ ਸਾਹਿਬ ਦਾ। ਅਤੇ ਕਹਿੰਦੇ ਆ ਭਗਤੀ ਮੈਂ ਸ਼ਕਤੀ। ਇਸੇ ਤਰ੍ਹਾਂ ਦਮਦਮੀ ਟਕਸਾਲ ਦੇ ਮਹਾਂਪੁਰਖ ਹੋਰ ਵੀ ਇੱਦਾਂ ਹੀ ਪਾਠ 101 ਕਰਦੇ ਆਏ, ਅਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਮਹਾਂਪੁਰਖ ਵੀ 101 ਪਾਠ ਜਪਜੀ ਸਾਹਿਬ ਦੇ ਕਰਦੇ ਆਏ। ਅਸੀਂ ਤਾਂ ਇੱਕ ਨਹੀਂ ਕਰਨ ਦੇ, ਇੱਕ ਵੀ ਮਹਾਂ ਹੀ ਕਰਨ ਦੇ ਹਾਂ, ਉਹ ਵੀ ਮਨ ਕਾਗਰ ਕਰਕੇ ਨਹੀਂ। 101 ਪਾਠ ਕਰਦੇ ਰਹੇ, ਤਾਂ ਹੀ ਜਾ ਕੇ ਇੰਨਾ ਲੋਹਾ ਲਿਆ ਸਮੇਂ ਦੀ ਸਰਕਾਰਾਂ ਨਾਲ। ਨਹੀਂ ਤਾਂ ਬਾਣੀ ਤੋਂ ਬਿਨਾਂ ਲੋਹਾ ਲੈਣਾ ਕਿਤੇ ਐਵੇਂ ਪਿਆ ਜਿਵੇਂ ਅੱਜ ਕੱਲ੍ਹ ਲੈ ਰਹੇ। ਉੱਦਾਂ ਨਹੀਂ ਕੁਝ ਹੁੰਦਾ। ਨਾਮ ਅਭਿਆਸ, ਗੁਰੂ ਕੀ ਸ਼ਰਨ ਲਿਆ, ਜਿੱਥੇ ਮਰਜ਼ੀ ਅੜ ਜਾਓ, ਭਾਵੇਂ ਖੰਡਾਂ ਬ੍ਰਹਿਮੰਡਾਂ ਨਾਲ ਅੜ ਜਾਓ, ਫਿਰ ਜਾ ਕੇ ਕਿਤੇ ਲੋਹੇ ਲਏ ਜਾਂਦੇ ਹੈ। ਗੁਰੂ ਕੇ ਸਿੱਖਾਂ ਨੇ ਅਭਿਆਸ ਕੀਤਾ ਇਸ ਜਪਜੀ ਸਾਹਿਬ ਬਾਣੀ ਦਾ, ਜਿਹਦਾ ਸਾਧ ਸੰਗਤ ਜੀ ਬੇਅੰਤ ਮਹਾਤਮ ਹੈ। ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕਰੀਏ, ਸੱਚਾ ਪਾਤਸ਼ਾਹ ਸਾਨੂੰ ਨਿਤਨੇਮ ਦੀਆਂ ਦਾਤਾਂ ਬਖਸ਼ੋ,
ਅਸੀਂ ਆਪ ਜੀ ਦੀ ਬਾਣੀ ਜਪਜੀ ਸਾਹਿਬ ਨੂੰ ਜਿਹੜਾ ਪੜ੍ਹਨਾ ਸ਼ੁਰੂ ਕਰ ਦਈਏ ਤਾਂ ਕਰਕੇ ਸਾਧ ਸੰਗਤ ਜੀ ਸਾਡਾ ਲੋਕ ਸੁਖੀਏ ਪਰ ਲੋਕ ਸਹੇਲੇ ਹੋ ਸਕਦਾ ਹੈ। ਵੇਖ ਲਓ ਸਿੱਖ ਸਿਰ ਹੀ ਮਾਰ ਰਿਹਾ ਸੀ ਅਤੇ ਮਹਾਰਾਜ ਜੀ ਨੇ ਇਹੀ ਕਿਹਾ ਭਾਈ ਇਹ ਜਪਜੀ ਸਾਹਿਬ ਦਾ ਪਾਠ ਨਹੀਂ ਕਰਦਾ ਤਾਂ ਹੀ ਇਹਨੂੰ ਭੂਤ ਪ੍ਰੇਤ ਚੰਬੜਦੇ ਨੇ, ਜੇ ਗੁਰੂ ਕੇ ਸਿੱਖ ਅੱਗੇ ਭੂਤ ਪ੍ਰੇਤ ਕਿੱਥੋਂ ਆਉਣ। ਅਤੇ ਹੁਣ ਗੁਰੂ ਮਹਾਰਾਜ ਕੀ ਕਰਨ, ਕਬੀਰ ਸਾਚਾ ਸਤਿਗੁਰ ਕਿਆ ਕਰੇ, ਜੋ ਸੁੱਖਾ ਮਹਿ ਚੂਕ ਅੰਧੇ ਏਕ ਨਾ ਲਾਗੇ, ਜਿਉ ਬਾਸ ਵਜਾਈਏ ਫੂਕ। ਵੀ ਸੱਚਾ ਸਤਿਗੁਰੂ ਕੀ ਕਰੇ, ਹੁਣ ਮਹਾਰਾਜ ਦੇ ਕਹਿੰਦੇ ਆਹ ਕੰਮ ਕਰ ਆਹ ਕੰਮ ਕਰ, ਅਸੀਂ ਕਰਦੇ ਕੋਈ ਨਹੀਂ, ਨਾਮ ਰਖਾਇਆ ਹੋਇਆ, ਫਿਰ ਰੋਈ ਜਾਂਦੇ ਵੇਖੋ ਜੀ ਮੈਂ ਸਿੱਖ ਹਾਂ ਮੈਂ ਤਾਂ ਤੰਗ ਹੋ ਗਿਆ, ਹੁਣ ਤਾਂ ਮੈਂ ਨਾ ਆਉਂਦੇ ਸਾਲ ਨੂੰ ਧਰਮ ਬਦਲ ਦੇਣਾ ਆਪਣਾ। ਕਈਆਂ ਨੇ ਬਦਲਿਆ ਵੀ ਹੈ, ਉਹ ਕੀ ਦੇ ਕੀ ਬਣ ਗਏ। ਪਾਠ ਕੋਈ ਕਰਨਾ ਨਹੀਂ ਹੈ, ਸੇਵਾ ਕੋਈ ਗੁਰੂ ਦੀ ਕਰਨੀ ਨਹੀਂ, ਅਤੇ ਸਾਡੀ ਤਾਂ ਉਹ ਗੱਲ ਹੈ ਅੰਨਿਆਂ ਨੂੰ ਕੋਈ ਲੱਗਦੀ ਨਹੀਂ ਹੈ। ਜਿਵੇਂ ਬਾਂਸ ਵਿੱਚ ਫੂਕ ਮਾਰੀ ਦੀ ਅਤੇ ਪਰਲੇ ਪਾਸੇ ਨਿਕਲ ਜਾਂਦੀ, ਸਾਡੀ ਤਾਂ ਉਹ ਗੱਲ ਹੈ। ਇੱਧਰੋਂ ਉਪਦੇਸ਼ ਲਈਦਾ ਇੱਧਰੋਂ ਨਿਕਲ ਜਾਂਦਾ ਅਤੇ ਕਰਨਾ ਅਸਰ ਕੋਈ ਸਾਨੂੰ ਹੁੰਦਾ ਨਹੀਂ। ਜਦੋਂ ਅਸਰ ਹੀ ਨਹੀਂ ਹੈ ਤਾਂ ਕੀ ਕਰ ਸਕਦੇ ਸਤਿਗੁਰੂ। ਹੁਣ ਅੱਜ ਮਹਾਰਾਜ ਜੀ ਦੇ ਰਹਿਤਨਾਮਿਆਂ 'ਚ ਜਦੋਂ ਲਿਖਿਆ ਹੋਇਆ ਆਪਾਂ ਪੜ੍ਹਿਆ ਹੈ ਕਿ ਜਿਹੜਾ ਜਪਜੀ ਸਾਹਿਬ ਨਹੀਂ ਪੜ੍ਹਦਾ, ਜਾਪ ਸਾਹਿਬ ਪੜ੍ਹੇ ਤੋਂ ਬਿਨਾਂ ਲੰਗਰ ਪ੍ਰਸ਼ਾਦਾ ਖਾਂਦਾ, ਅਤੇ ਆਹ ਹੁਣ ਜਿਹੜੇ ਕੋਈ ਸੁਣ ਰਿਹਾ ਹੋਊ ਅਤੇ ਜੇ ਉਹ ਫਿਰ ਵੀ ਇੱਦਾਂ ਕਰੇ ਅਤੇ ਮਹਾਰਾਜ ਨੇ ਤਾਂ ਕਹਿ ਦਿੱਤਾ ਵੀ ਉਹ ਗੰਦਗੀ ਦਾ ਕੀੜਾ, ਅਤੇ ਉਹ ਵੀ ਗੰਦਗੀ ਦਾ ਕੀੜਾ ਅਤੇ ਉਹਨੇ ਜਨਮ ਹੀ ਵਿਅਰਥ ਗਵਾ ਲਿਆ, ਕਿਸੇ ਪਾਸੇ ਵੀ ਉਹਨੂੰ ਮਾਰ ਹੀ ਪੈਣੀ ਹੈ। ਜਪਜੀ ਸਾਹਿਬ ਜਿਹੜੇ ਨਹੀਂ ਪੜ੍ਹਦੇ ਉਹ ਬਾਹਰ ਕੱਢੇ ਜਾਂਦੇ, ਉੱਥੇ ਜਿਹੜੇ ਰਹਿ ਰਾਸ ਸਾਹਿਬ ਨਹੀਂ ਕਰਦੇ ਉਹਨਾਂ ਨੂੰ ਬਾਹਰ ਕੱਢਿਆ ਜਾਂਦਾ। ਇਹ ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਦਿਖਾਇਆ ਸੀ, ਜਿਹੜੇ ਰਹਿ ਰਾਸ ਨਹੀਂ ਨਾ ਕਰਦੇ ਸੁੰਨ ਸਮਾਧੀਆਂ ਵਾਲੇ, ਉਹਨਾਂ ਨੂੰ ਵੀ ਇਹੀ ਮਾਨ ਸੀ, ਕਹਿੰਦੇ ਸੀ ਸੁੰਨ ਸਮਾਧੀ ਬਾਣੇ, ਭਾਵ ਸਾਡੀ ਤਾਂ ਅਵਸਥਾ ਹੀ ਅਫੋਰ ਹੈ ਜਿੱਥੇ ਕੋਈ ਫੁਰਨਾ ਨਹੀਂ ਕੋਈ ਖਿਆਲ ਨਹੀਂ। ਅਤੇ ਉਹ ਸੱਚਖੰਡ 'ਚੋਂ ਜਦੋਂ ਰਹਿ ਰਾਸ ਹੁੰਦੀ ਉਹ ਸਾਰੇ ਬਾਹਰ ਕੱਢੇ ਜਾਂਦੇ ਵੀ ਬਾਹਰ ਚਲੇ ਜਾਓ, ਹੁਣ ਰਹਿ ਰਾਸ ਸਾਹਿਬ ਹੋਣ ਲੱਗੀ। ਜਦੋਂ ਸੰਪੂਰਨ ਹੁੰਦੀ ਹੈ ਅਤੇ ਫਿਰ ਉਹਨਾਂ ਨੂੰ ਬੁਲਾ ਲਿਆ ਜਾਂਦਾ। ਕਿੰਨਾ ਉਹਨਾਂ ਨੇ ਤਪ ਕੀਤਾ ਹੋਊਗਾ ਜਿਹੜੇ ਸੱਚਖੰਡ 'ਚ ਬੈਠੇ ਹੈ, ਪਰ ਰਹਿ ਰਾਸ ਨਹੀਂ ਕਰਦੇ ਰਹੇ ਅਤੇ ਉਹ ਬਾਹਰ ਕੱਢੇ ਜਾਂਦੇ ਹੈ। ਇਵੇਂ ਸਤਿਗੁਰੂ ਜੀ ਦੀ ਬਾਣੀ ਮਹਾਨ ਮਹਾਨ ਹੈ, ਜਿਹਦੇ ਵਿੱਚ ਕੋਈ ਗੱਲ ਛੱਡੀ ਨਹੀਂ ਹੈ। ਕਿੰਨੇ ਵਿਦਵਾਨ ਹੋ ਗਏ ਹੈ, ਜਪਜੀ ਸਾਹਿਬ ਦੇ ਕਿੰਨੇ ਟੀਕੇ ਉਹਨਾਂ ਕਰ ਦਿੱਤੇ ਹੈ, ਹਜੇ ਤੱਕ ਅੰਤ ਨਹੀਂ ਪਿਆ। ਅਤੇ ਜਪਜੀ ਸਾਹਿਬ ਬਾਣੀ ਦੀ ਕਥਾ ਕਰਨੀ ਸਭ ਤੋਂ ਕਠਿਨ ਹੈ ਬਾਕੀ ਬਾਣੀ ਦੇ ਨਾਲੋਂ। ਇਹਦੇ ਵਿੱਚ ਬ੍ਰਹਮ ਵਿਚਾਰ ਹੈ, ਬੜੀ ਡੂੰਘੀ ਵਿਚਾਰ, ਮਹਾਂਪੁਰਸ਼ਾਂ ਨੇ ਇਹਨਾਂ ਦੀ ਬੜੀ ਬੜੀ ਵਿਚਾਰ ਕੀਤੀ ਹੈ। ਕਈ ਤਾਂ ਐਸੇ ਮਹਾਂਪੁਰਖ ਹੋਏ ਜਿਨ੍ਹਾਂ ਨੇ ਤਾਂ 500 ਅਰਥ ਇੱਕ ਓਂਕਾਰ ਦਾ ਹੀ ਕਰ ਦਿੱਤਾ ਹੈ। ਸਾਡੇ ਤਾਂ ਉੱਦਾਂ ਹੀ ਹੁਣ ਛੱਕੇ ਛੁੱਟ ਜਾਣੇ ਸੁਣ ਕੇ ਵੀ 500 ਅਰਥ ਨਿਰਾ ਹੀ ਝੂਠ ਹੈ। ਆਪਣੀ ਵਿਚਾਰੇ ਦੀ ਸਾਡੀ ਸੁਰਤ ਨਹੀਂ ਹੈ, ਸਾਨੂੰ ਕਿੱਥੋਂ ਪਤਾ ਲੱਗਣਾ ਕਿੰਨੇ ਅਰਥ ਹੁੰਦੇ ਹੈ। ਜਿਵੇਂ ਸਾਧ ਸੰਗਤ ਜੀ ਮਹਾਰਾਜ ਚਰਨਾਂ ਵਿੱਚ ਬੇਨਤੀ ਕਰੀਏ, ਸੱਚਾ ਪਾਤਸ਼ਾਹ ਸਾਨੂੰ ਨਿਤਨੇਮ ਦੀਆਂ ਦਾਤਾਂ ਬਖਸ਼ੋ, ਅਸੀਂ ਤੁਹਾਡੇ ਚਰਨਾਂ ਨਾਲ ਜੁੜ ਸਕੀਏ, ਤੁਹਾਡੇ ਬਚਨਾਂ ਦੇ ਫੁੱਲ ਚੜ੍ਹਾ ਸਕੀਏ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉਤਰਾਰ ਦੇ, ਸ੍ਰੀ ਅੰਗਦ ਜੀ ਕੋ ਤਖਤ ਦੇਨ ਪ੍ਰਸੰਗਾ, ਵਰਨਨ ਨਾਮ 52ਵਾਂ ਅਧਿਆਏ। ਇੱਥੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੇ ਅਖੀਰਲੇ ਹਿੱਸੇ ਦੇ 52 ਅਧਿਆਏ ਸਮਾਪਤ ਹੋ ਗਏ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਨਾਰੇ ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਵਿਚਾਰਾਂ ਦੀ ਸਮਾਪਤੀ। ਸਨਾ ਸਨਾ ਮਨ ਨਿਰਮਲ ਹੋਏ, ਗਤ ਪਾਵਹ ਭਵ ਬੰਧਨ ਖੋਏ, ਸ਼ਬਦ ਅਭਿਆਸ ਕਿਓ ਨਰ ਜਾਹੀ, ਰਹਿਓ ਨਾ ਕਰਨਾ ਕ੍ਰਿਤ ਕਛ ਤਾਹੀ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉਤਰਾਰ ਦੇ, ਸ੍ਰੀ ਅੰਗਦ ਜੀ ਕੋ ਤਖਤ ਦੇਨ ਪ੍ਰਸੰਗਾ, ਵਰਨਨ ਨਾਮ 52ਵਾਂ ਅਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।